ਇੱਕ ਵਾਰੀ ਸਾਰਿਆਂ ਦਾ ਧੰਨਵਾਦ ਦੁਬਾਰਾ ਤੋਂ ਜੀ ਜੁੜਨ ਦੇ ਲਈ। ਅੱਜ ਅਸੀਂ ਚੈਪਟਰ ਨੰਬਰ ਜਿਹੜਾ 9ਵਾਂ ਡਿਸਕਸ ਕਰ ਰਹੇ ਹੈਗੇ ਆ ਕਿ ਬਾਬਾ ਸਾਹਿਬ ਵਿਦੇਸ਼ੀਆਂ ਨੂੰ ਲੈ ਕੇ ਕੋਈ ਗੱਲ ਕਰ ਰਹੇ ਹੈਗੇ ਆ ਕਿ ਉਹ ਕਾਂਗਰਸ ਦੇ ਸਪੋਰਟਰ ਬਣੇ ਹੋਏ ਆ। ਹੁਣ ਮਸਲਾ ਬਾਬਾ ਸਾਹਿਬ ਇਸ ਚੈਪਟਰ ਦੇ ਵਿੱਚ ਅਸੀਂ ਇਹ ਗੱਲ ਕਰਾਂਗੇ ਕਿ ਜਿਹੜੇ ਫੋਰਨਰਸ ਹੈਗੇ ਆ, ਜਿਹੜੇ ਵਿਦੇਸ਼ੀ ਹੈਗੇ ਆ, ਉਹ ਕਾਂਗਰਸ ਦੇ ਸਪੋਰਟਰ ਕਿਉਂ ਹੈਗੇ ਆ, ਤੇ ਬਾਬਾ ਸਾਹਿਬ ਉਹਨਾਂ ਨੂੰ ਰਿਕੁਐਸਟ ਕਰ ਰਹੇ ਹੈਗੇ ਆ, ਪ੍ਰਾਰਥਨਾ ਕਰ ਰਹੇ ਹੈਗੇ ਆ ਕਿ ਭਾਰਤ ਦੇ ਵਿੱਚ ਜਿਹੜੇ ਅਛੂਤ ਲੋਕ ਆ ਜਾਂ ਹੋਰ ਮਾਈਨੋਰਿਟੀ ਕਮਿਊਨਿਟੀਜ਼ ਹੈਗੀਆਂ ਆ, ਉਹਨਾਂ ਦੇ ਵੱਲ ਵੀ ਧਿਆਨ ਰੱਖੋ, ਉਹਨਾਂ ਵੱਲ ਵੀ ਸੋਚੋ ਵੀ ਉਹ ਲੜਾਈ ਜਿਹੜੀ ਆਜ਼ਾਦੀ ਦੀ ਲੜਾਈ ਕਾਂਗਰਸ ਲੜ ਰਹੀ ਹੈਗੀ ਆ, ਉਹਦੇ ਵਿੱਚ ਉਹ ਕਿੱਥੇ ਖੜੇ ਆ, ਕਾਂਗਰਸ ਉਹ ਕਾਂਗਰਸ ਦੇ ਨਾਲ ਹੈ ਜਾਂ ਨਹੀਂ ਹੈ। ਇਸ ਚੈਪਟਰ ਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ। ਤੇ ਬਾਬਾ ਸਾਹਿਬ ਜੋ ਚੈਪਟਰ ਸ਼ੁਰੂ ਕਰਦੇ ਆ ਇਸ ਪਾਰਟ ਦਾ, ਕਹਿੰਦੇ ਆ ਵੀ ਜਿਹੜੇ ਲੈਟ ਨੋਟ ਟਾਇਰਨੀ ਹੈਵ ਫਰੀडम ਟੂ ਇਨਸਲੇਵ, ਵੀ ਜਿਹੜੇ ਤਸ਼ੱਦਦ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਇਹ ਆਜ਼ਾਦੀ ਨਾ ਦਿੱਤੀ ਜਾਵੇ ਕਿ ਉਹ ਦੁਬਾਰਾ ਸਾਨੂੰ ਗੁਲਾਮ ਬਣਾਉਣ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇੱਕ ਆਮ ਜਿਹਾ ਐਕਸਪੀਰੀਅੰਸ ਆ ਸਾਰੇ ਵਿਦੇਸ਼ੀਆਂ ਦਾ, ਜਿਹੜੇ ਕਿ ਇੰਡੀਆ ਦੀ ਸਿਆਸਤ ਦੇ ਵਿੱਚ ਇੰਟਰਸਟ ਰੱਖਦੇ ਆ, ਕਿ ਉਹ ਕਾਂਗਰਸ ਦੇ ਵੱਲ ਹੁੰਦੇ ਆ। ਕਹਿੰਦੇ ਕਿ ਇਹ ਜਿਹੜੀਆਂ ਭਾਰਤ ਦੀਆਂ ਰਹਿਣ ਵਾਲੀਆਂ ਹੋਰ ਕਮਿਊਨਿਟੀਜ਼ ਹੈਗੀਆਂ ਆ, ਜਾਂ ਭਾਰਤ ਦੇ ਵਿੱਚ ਜਿਹੜੀਆਂ ਪੋਲੀਟੀਕਲ ਪਾਰਟੀਜ਼ ਹੈਗੀਆਂ ਆ, ਜਿੱਦਾਂ ਮੁਸਲਿਮ ਲੀਗ ਹੋ ਗਈ, ਉਹ ਮੁਸਲਮਾਨਾਂ ਨੂੰ ਰਿਪਰੈਜ਼ੈਂਟ ਕਰਦੀ ਆ, ਤੇ ਜਸਟਿਸ ਪਾਰਟੀ ਹੋ ਗਈ ਤੇ ਉਹ ਨੌਨ ਬ੍ਰਾਹਮਣਾਂ ਦੀ ਪਾਰਟੀ ਹੈਗੀ ਆ। ਇੱਦਾਂ ਹੀ ਜਿਹੜੇ ਸ਼ਡਿਊਲ ਕਾਸਟ ਫੈਡਰੇਸ਼ਨ ਹੈਗੀ ਆ, ਜਿਹੜੀ ਅਛੂਤਾਂ ਨੂੰ ਰਿਪਰੈਜ਼ੈਂਟ ਕਰਦੀ ਆ, ਉਹਨਾਂ ਦੇ ਲਈ ਬੜੀ ਇਹ ਪਜ਼ਲ ਜੀ ਬਣੀ ਹੋਈ ਹੈਗੀ। ਇੱਕ ਸਾਨੂੰ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਜਿਹੜੇ ਵਿਦੇਸ਼ੀ ਲੋਕ ਹੈਗੇ ਆ, ਜਿਹੜੇ ਫੋਰਨਰਸ ਹੈਗੇ ਆ, ਵੀ ਉਹ ਕਾਂਗਰਸ ਦੀ ਸਪੋਰਟ ਕਿਉਂ ਕਰਦੇ ਹੈਗੇ ਆ। ਕਹਿੰਦੇ ਵੀ ਅੱਗੇ ਦੱਸਦੇ ਹੈਗੇ ਆ ਕਿ ਵੀ ਇਹ ਜਿਹੜੇ ਫੋਰਨਰਸ ਹੈਗੇ ਆ, ਇਹ ਕਾਂਗਰਸ ਨੂੰ ਕਿਉਂ ਸਪੋਰਟ ਕਰਦੇ ਆ, ਦੂਸਰੀਆਂ ਪਾਰਟੀਆਂ ਜਿਹੜੀਆਂ ਭਾਰਤ ਦੇ ਵਿੱਚ ਹੈਗੀਆਂ ਉਹਨਾਂ ਨੂੰ ਕਿਉਂ ਨਹੀਂ ਸਪੋਰਟ ਕਰਦੀਆਂ। ਕਹਿੰਦੇ ਇਹਦੇ ਦੋ ਰੀਜ਼ਨ ਹੈ, ਇਹਦੇ ਦੋ ਕਾਰਨ ਹੈਗੇ ਆ। ਪਹਿਲਾ ਰੀਜ਼ਨ ਹੈਗਾ ਆ ਇਹ ਕਿ ਉਹਨਾਂ ਦਾ ਇਹ ਮੰਨਣਾ ਹੈਗਾ ਆ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਇੰਡੀਆ ਦੇ ਸਾਰੇ ਲੋਕਾਂ ਦੀ ਨੁਮਾਇੰਦਗੀ ਕਰਦੀ ਆ, ਇਹਦੇ ਵਿੱਚ ਹੀ ਅਛੂਤ ਇਨਵੋਲਵ ਹਨ, ਇਹਦੇ ਵਿੱਚ ਅਛੂਤਾਂ ਨੂੰ ਮਿਲਾ ਕੇ ਇੰਡੀਆ ਦੇ ਵਿੱਚ ਜਿੰਨੀਆਂ ਵੀ ਲੋਕ ਹੈਗੇ ਆ, ਜਿੰਨੇ ਵੀ ਇੰਡੀਅਨਸ, ਜਿੰਨੇ ਵੀ ਭਾਰਤੀ ਹੈਗੇ ਆ, ਕਾਂਗਰਸ ਜਿਹੜੀ ਆ ਉਹਨਾਂ ਦੀ ਨੁਮਾਇੰਦਗੀ ਕਰਦੀ ਆ। ਕਹਿੰਦੇ ਕੀ ਇਹ ਧਾਰਨਾ ਜਿਹੜੀ ਆ, ਕੀ ਇਹ ਵਿਸ਼ਵਾਸ ਇਹ ਸਹੀ ਹੈਗਾ ਆ। ਕਹਿੰਦੇ ਵੀ ਇਹਦੇ ਲਈ ਦੋ ਪ੍ਰਸਥਿਤੀਆਂ ਜਿਹੜੀਆਂ ਹੈਗੀਆਂ ਆ ਉਹ ਜ਼ਿੰਮੇਵਾਰ ਹੈਗੀਆਂ ਆ। ਪਹਿਲੇ ਸਰਕਮਸਟੈਂਸਿਸ ਕੀ ਹੈਗੇ ਆ, ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਜਿਹੜਾ ਇੱਕ ਪ੍ਰੋਪੇਗੰਡਾ ਫੈਲਾਇਆ ਜਾਂਦਾ ਹੈਗਾ ਆ, ਪ੍ਰੋਪੇਗੰਡਾ ਇੱਕ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਆ ਕਾਂਗਰਸ ਦੀ ਪ੍ਰੈਸ ਦੇ ਵੱਲੋਂ। ਇੰਡੀਆ ਦੇ ਵਿੱਚ ਜਿਹੜੀ ਪ੍ਰੈਸ ਆ ਉਹ ਕਾਂਗਰਸ ਦੀ ਆ, ਤੇ ਉਹਦੇ ਵੱਲੋਂ ਜਿਹੜਾ ਪ੍ਰਚਾਰ ਫੈਲਾਇਆ ਜਾ ਰਿਹਾ ਹੈਗਾ ਆ, ਉੱਥੋਂ ਕਹਿੰਦੇ ਵੀ ਇਹ ਉਹਨਾਂ ਤੱਕ ਖਬਰਾਂ ਪਹੁੰਚਦੀਆਂ ਹੈਗੀਆਂ, ਤੇ ਜਿਹਦੇ ਤਰੀਕੇ ਨਾਲ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਇੰਡੀਆ ਦੀ ਸਾਰੇ ਲੋਕਾਂ ਦਾ ਨੁਮਾਇੰਦਗੀ ਕਰਦੀ ਹੈਗੀ ਆ, ਜਿਹੜਾ ਪ੍ਰੋਪੇਗੰਡਾ ਕਾਂਗਰਸ ਦੀ ਪ੍ਰੈਸ ਕਰਦੀ ਹੈਗੀ ਆ। ਦੂਸਰੇ ਨੰਬਰ ਦੇ ਉੱਤੇ ਦੱਸਦੇ ਹੈਗੇ ਆ ਕਿ ਜਿਹੜੇ ਅਛੂਤ ਲੋਕ ਹੈਗੇ ਆ ਉਹਨਾਂ ਦੇ ਕੋਲ ਪ੍ਰਚਾਰ ਦਾ ਜਿਹੜਾ ਮਾਧਿਅਮ ਹੈਗਾ ਆ, ਇਹ ਪ੍ਰੈਸ ਜਿਹੜੀ ਹੈਗੀ ਆ ਇਹ ਨਹੀਂ ਹੈਗੀ। ਇਸੇ ਕਰਕੇ ਕਹਿੰਦੇ ਵੀ ਜਿਹੜੇ ਬਾਹਰ ਰਹਿੰਦੇ ਲੋਕ ਹੈਗੇ ਆ ਉਹਨਾਂ ਨੂੰ ਇਹ ਲੱਗਦਾ ਕਿ ਕਾਂਗਰਸ ਜਿਹੜੀ ਹੈਗੀ ਆ ਉਹ ਸਾਰੇ ਭਾਰਤ ਦੇ ਲੋਕਾਂ ਨੂੰ ਵਿੱਚ ਅਛੂਤਾਂ ਨੂੰ ਮਿਲਾ ਕੇ ਰਿਪਰੈਜ਼ੈਂਟ ਕਰਦੀ ਆ। ਪਰ ਪ੍ਰੋਬਲਮ ਇਹ ਆ ਵੀ ਅਛੂਤ ਜਿਹੜੇ ਆ ਉਹਨਾਂ ਦੇ ਕੋਲ ਪ੍ਰਚਾਰ ਦੇ ਮਾਧਿਅਮ ਦੇ ਲਈ ਕੁਝ ਨਹੀਂ ਹੈਗਾ, ਉਹਨਾਂ ਕੋਲ ਆਪਣੀ ਪ੍ਰੈਸ ਵੀ ਨਹੀਂ ਹੈਗੀ। ਫਿਰ ਅੱਗੇ ਦੱਸਦੇ ਹੈਗੇ, ਕਹਿੰਦੇ ਵੀ ਇਸ ਫੇਲੀਅਰ ਦੇ, ਇਹ ਜਿਹੜਾ ਫੇਲੀਅਰ ਆ ਸਾਡੇ ਕੋਲ ਪ੍ਰੈਸ ਨਾ ਹੋਣੀ, ਇਹਦੇ ਸਾਡੇ ਕਈ ਕਾਰਨ ਹੈਗੇ ਅਛੂਤਾਂ ਦੇ ਕੋਲ, ਤਾਂ ਕਿ ਜਿਹੜਾ ਬਾਹਰਲੇ ਮੀਡੀਆ ਆ ਜਾਂ ਬਾਹਰਲੇ ਲੋਕ ਆ ਸਾਡੀ ਗੱਲ ਨਹੀਂ ਸੁਣਦੀ, ਉਹਨਾਂ ਤੱਕ ਗੱਲ ਨਹੀਂ ਪਹੁੰਚਦੀ, ਸਾਡੀਆਂ ਗੱਲਾਂ ਜਿਹੜੀਆਂ ਭਾਰਤ ਤੋਂ ਬਾਹਰ ਨਹੀਂ ਜਾਂਦੀਆਂ, ਉਹਦੇ ਕਈ ਕਾਰਨ ਹੈਗੇ ਆ। ਉਹਦੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਜਿੱਦਾਂ ਵੀ ਜਿਹੜੀ ਪ੍ਰੈਸ ਅਛੂਤਾਂ ਦੇ ਕੋਲ ਹੈ ਨਹੀਂਗੀ, ਤੇ ਜਿਹੜੀ ਕਾਂਗਰਸ ਦੀ ਪ੍ਰੈਸ ਹੈਗੀ ਆ ਉਹ ਅਛੂਤਾਂ ਦੇ ਲਈ ਕਲੋਜ਼ ਕੀਤੀ ਗਈ ਹੈਗੀ ਆ, ਤੇ ਉਹਨਾਂ ਦੀ ਕੋਈ ਵੀ ਉਹਨਾਂ ਦੀ ਚਾਹਤ ਨਹੀਂ ਹੈਗੀ ਕਿ ਉਹ ਅਛੂਤਾਂ ਨੂੰ ਪ੍ਰਮੋਟ ਕਰਨ ਆਪਣੀ ਪ੍ਰੈਸ ਦੇ ਵਿੱਚ। ਸਾਰੇ ਤਰ੍ਹਾਂ ਦੀਆਂ ਜਿਹੜੀ ਕਾਂਗਰਸ ਦੀਆਂ ਜਿਹੜੀਆਂ ਗਤੀਵਿਧੀਆਂ ਪ੍ਰੈਸ ਨੂੰ ਲੈ ਕੇ ਹੈਗੀਆਂ ਆ, ਅਛੂਤਾਂ ਨੂੰ ਲੈ ਕੇ ਉਹ ਕਲੋਜ਼ ਹੈਗੀਆਂ ਆ। ਅੱਗੇ ਕਹਿੰਦੇ ਹੈਗੇ ਆ ਕਿ ਜਿਹੜੀ ਪ੍ਰੈਸ ਹੈਗੀ ਆ ਉਹ ਬਿਨਾਂ ਐਡਵਰਟਾਈਜ਼ਮੈਂਟ ਤੋਂ ਨਹੀਂ ਚੱਲਦੀ, ਤੇ ਐਡਵਰਟਾਈਜ਼ਮੈਂਟ ਜਿਹੜੀ ਆ ਉਹ ਬਿਜ਼ਨਸ ਵਾਲਿਆਂ ਕੋਲ ਜਿਹੜੀ ਹੈਗੀ ਆ ਉਹ ਲੈਣੀ ਹੈਗੀ ਆ, ਤੇ ਉਹ ਸਾਰੇ ਦੇ ਸਾਰੇ ਜਿੰਨੇ ਬਿਜ਼ਨਸ ਵਾਲੇ ਬਾਣੀਏ ਹੈਗੇ ਆ ਉਹ ਸਾਰੇ ਦੇ ਸਾਰੇ ਕਾਂਗਰਸ ਦੇ ਨਾਲ ਜੁੜੇ ਹੋਏ ਆ, ਚਾਹੇ ਉਹ ਛੋਟੇ ਵਪਾਰੀ ਆ ਚਾਹੇ ਉਹ ਵੱਡੇ ਵਪਾਰੀ ਆ। ਉਸ ਵੇਲੇ ਇੱਕ ਪ੍ਰੈਸ ਚੱਲਦੀ ਸੀ ਐਸੋਸੀਏਟਡ ਪ੍ਰੈਸ ਆਫ ਇੰਡੀਆ। ਕਹਿੰਦੇ ਇਹ ਜਿਹੜੀ ਪ੍ਰੈਸ ਹੈਗੀ ਆ ਇਹ ਇੱਕ ਇੰਡੀਆ ਦੀ ਨਿਊਜ਼ ਡਿਸਟ੍ਰੀਬਿਊਸ਼ਨ ਏਜੰਸੀ ਹੈਗੀ ਆ, ਜਿਹੜੀ ਕਿ ਮਦਰਾਸ ਦੇ ਬ੍ਰਾਹਮਣਾਂ ਵੱਲੋਂ ਇਹ ਚਲਾਈ ਗਈ ਆ। ਇਹਦੇ ਵਿੱਚ ਜਿੰਨਾ ਵੀ ਸਟਾਫ ਆ ਸਾਰਾ ਮਦਰਾਸ ਦੇ ਬ੍ਰਾਹਮਣ ਹੈਗੇ ਇਹਦੇ ਵਿੱਚ। ਹੁਣ ਕਹਿੰਦੇ ਵੀ ਜਿਹੜਾ ਇਹ ਫੇਲੀਅਰ ਹੈਗਾ ਆ, ਇਹ ਸਾਡੀ ਜਿਹੜੀ ਅਸਫਲਤਾ ਹੈਗੀ ਆ ਇਹ ਅਛੂਤਾਂ ਦੇ ਕੰਟਰੋਲ ਤੋਂ ਬਾਹਰ ਆ, ਕਿਉਂਕਿ ਸਾਡੇ ਕੋਲ
ਸਾਡੇ ਕੋਲ ਬਜਟ ਹੈ ਨਹੀਂ ਪ੍ਰੈਸ ਚਲਾਉਣ ਨੂੰ। ਫਿਰ ਅੱਗੇ ਕਹਿੰਦੇ ਹੈਗੇ ਆ ਕਿ ਇਸ ਤੋਂ ਵੱਡਾ ਜ਼ਿਆਦਾ ਜਿਹੜਾ ਇੱਕ ਫੇਲੀਅਰ ਹੋਰ ਹੈਗਾ ਆ ਜਿਹੜਾ ਅਛੂਤਾਂ ਦੇ ਵਿੱਚ ਹੈਗਾ ਆ, ਕਿ ਉਹਨਾਂ ਦੀ ਇਦਾਂ ਦੀ ਕੋਈ ਇੱਛਾ ਨਹੀਂ ਹੈਗੀ ਕਿ ਅਸੀਂ ਪ੍ਰਚਾਰ ਕਰੀਏ ਕਾਂਗਰਸ ਦੇ ਖਿਲਾਫ। ਕਹਿੰਦੇ ਉਹ ਇਦਾਂ ਦੀ ਉਹ ਦੇਸ਼ ਭਗਤੀ ਦੇ ਵਿੱਚ ਇਸ ਤਰ੍ਹਾਂ ਕਰਕੇ ਲੀਨ ਹੈਗੇ ਆ ਵੀ ਅਸੀਂ ਕੋਈ ਵੀ ਇਦਾਂ ਦਾ ਪ੍ਰੋਪੇਗੈਂਡਾ ਜਿਹੜਾ ਹੈਗਾ ਆ, ਪ੍ਰਚਾਰ ਜਿਹੜਾ ਹੈਗਾ ਆ ਕਾਂਗਰਸ ਦੇ ਖਿਲਾਫ ਨਹੀਂ ਕਰਾਂਗੇ ਜਿਹਦੇ ਨਾਲ ਸਾਡੇ ਦੇਸ਼ ਦੇ ਮਾਣ ਸਤਿਕਾਰ ਦੇ ਉੱਤੇ ਹਨਨ ਹੋਵੇ ਦੁਨੀਆ ਦੀ ਨਿਗਾਹ ਦੇ ਅੱਗੇ। ਇਹ ਕਹਿੰਦੇ ਕਾਰਨ ਹੈਗੇ ਆ। ਫਿਰ ਕਹਿੰਦੇ ਹੈਗੇ ਆ ਕਿ ਦੋ ਗੱਲਾਂ ਜਿਹੜੀਆਂ ਮੇਰੇ ਦੋ ਦ੍ਰਿਸ਼ਟੀਕੋਣ ਜਿਹੜੇ ਆ ਭਾਰਤ ਦੀ ਪੋਲਿਟਿਕਸ ਨੂੰ ਲੈ ਕੇ ਦੋ ਦ੍ਰਿਸ਼ਟੀਕੋਣ ਬਹੁਤ ਹੋਣੇ ਜ਼ਰੂਰੀ ਆ, ਤੇ ਬਾਹਰਲੇ ਜਿਹੜੇ ਗੋਰੇ ਹੈਗੇ ਆ ਉਹਨਾਂ ਨੂੰ ਇਹ ਸਮਝਣ ਦੀ ਲੋੜ ਹੈਗੀ ਆ। ਇੱਕ ਦ੍ਰਿਸ਼ਟੀਕੋਣ ਹੈਗਾ ਆ ਇੱਕ ਫੋਰਨ ਪੋਲਿਟਿਕਸ ਦਾ, ਦੂਸਰਾ ਦ੍ਰਿਸ਼ਟੀਕੋਣ ਹੈਗਾ ਕਨਸਟੀਟਿਊਸ਼ਨਲ ਸੰਵਿਧਾਨਿਕ ਰਾਜਨੀਤੀ ਦਾ। ਪਹਿਲਾ ਹੈਗਾ ਆ ਫੋਰਨ ਪੋਲਿਟਿਕਸ ਦਾ। ਉਹਦੇ ਵਿੱਚ ਬਾਬਾ ਸਾਹਿਬ ਜਿਹੜੀ ਫੋਰਨ ਪੋਲਿਟਿਕਸ ਹੈਗੀ ਆ ਉਹ ਕਹਿੰਦੇ ਇਹਦੇ ਵਿੱਚ ਇਹ ਆ ਵੀ ਮਤਲਬ ਕਿ ਇੰਡੀਆ ਦੀ ਜਿਹੜੀ ਫੋਰਨ ਪੋਲਿਟਿਕਸ ਹੈਗੀ ਆ ਉਹ ਕਹਿੰਦੇ ਉਹਦੇ ਵਿੱਚ ਕੀ ਹੈਗਾ ਆ, ਉਹਦੇ ਵਿੱਚ ਭਾਰਤ ਦੀ ਆਜ਼ਾਦੀ ਦੀ ਮੰਗ ਹੈਗੀ ਆ ਜਾਂ ਭਾਰਤ ਦੀ ਆਜ਼ਾਦੀ ਦੀ ਗੱਲਬਾਤ ਹੈਗੀ ਆ ਬ੍ਰਿਟਿਸ਼ ਇੰਪੀਰੀਅਲਿਜ਼ਮ ਤੋਂ, ਬ੍ਰਿਟਿਸ਼ ਸਾਮਰਾਜਵਾਦ ਤੋਂ। ਜਿਹੜੀ ਕਨਸਟੀਟਿਊਸ਼ਨ ਜਿਹੜੀ ਸੰਵਿਧਾਨਕ ਪੋਲਿਟਿਕਸ ਹੈਗੀ ਆ ਉਹਦੇ ਵਿੱਚ ਕੀ ਹੈਗਾ ਆ, ਉਹਦੇ ਵਿੱਚ ਕਹਿੰਦੇ ਵੀ ਇੰਡੀਆ ਦਾ ਜਿਹੜਾ ਆਜ਼ਾਦ ਭਾਰਤ ਦੇ ਸੰਵਿਧਾਨ ਦੀ ਗੱਲ ਆਉਂਦੀ ਆ। ਇਹ ਦੋਨੇ ਚੀਜ਼ਾਂ ਵੱਖਰੀਆਂ ਹੈਗੀਆਂ ਆ। ਜਿਹੜੇ ਗੋਰੇ ਹੈਗੇ ਆ ਉਹ ਇਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦੇ, ਤੇ ਇਸ ਕਰਕੇ ਜਿਹੜੇ ਅਛੂਤ ਹੈਗੇ ਆ ਉਹ ਇਹ ਕਹਿੰਦੇ ਹੈਗੇ ਆ ਕਿ ਜਿਹੜੇ ਭਾਰਤ ਦੇ ਮਸਲੇ ਹੈਗੇ ਆ, ਇੱਕ ਤਾਂ ਮਸਲਾ ਆਜ਼ਾਦੀ ਦਾ ਆ, ਦੂਸਰਾ ਮਸਲਾ ਸੰਵਿਧਾਨ ਨੂੰ ਲੈ ਕੇ ਆ। ਬਈ ਸੰਵਿਧਾਨ ਭਾਰਤ ਦਾ ਕਿੱਦਾਂ ਦਾ ਹੋਣਾ ਚਾਹੀਦਾ, ਆਜ਼ਾਦੀ ਤੋਂ ਬਾਅਦ ਸਾਡੇ ਸੇਫਗਾਰਡ ਕਿੱਦਾਂ ਦੇ ਹੋਣੇ ਚਾਹੀਦੇ ਆ, ਕਿ ਜਿੱਦਾਂ ਦੇ ਹਾਲਾਤਾਂ ਦੇ ਵਿੱਚ ਅਸੀਂ ਹੋਣੇ ਆ, ਕਿ ਅਸੀਂ ਭਾਰਤ ਜਦੋਂ ਆਜ਼ਾਦ ਹੋਣਾ ਉਸੇ ਹਾਲਾਤਾਂ 'ਚ ਰਵਾਂਗੇ। ਇਸ ਚਿੰਤਾ ਨੂੰ ਲੈ ਕੇ ਉਹ ਬਹੁਤ ਮਤਲਬ ਚਿੰਤਤ ਹੈਗਾ ਆ ਜਿਹੜਾ ਭਾਰਤ ਦਾ ਅਛੂਤ ਹੈਗਾ ਆ। ਇਸੇ ਕਰਕੇ ਉਹ ਇਸ ਚੀਜ਼ ਵਿੱਚ ਹਿੱਸਾ ਨਹੀਂ ਲੈ ਰਹੇ ਹੈਗੇ ਤੇ ਉਹ ਆਰਾਮ ਨਾਲ ਸਾਇਲੈਂਟ ਬੈਠੇ ਆ, ਤੇ ਕਾਂਗਰਸ ਦਾ ਜਿਹੜਾ ਪ੍ਰਚਾਰ ਹੈ ਉਹਨੂੰ ਅਨਚੈਲੰਜ ਜਾਣ ਦਿੰਦੇ ਹੈਗੇ ਆ। ਕਹਿੰਦੇ ਫੋਰਨ ਦੇ ਜਿਹੜੇ ਲੋਕ ਹੈਗੇ ਆ, ਅਸੀਂ ਆਪਾਂ ਨੂੰ ਯਾਦ ਆ ਵੀ 1937 ਦੀਆਂ ਆਪਾਂ ਪਿੱਛੇ ਜੇ 2-3 ਚੈਪਟਰ ਪਹਿਲਾਂ ਆਪਾਂ ਇਲੈਕਸ਼ਨ ਜਿਹੜੀਆਂ ਡਿਸਕਸ ਕੀਤੀਆਂ ਸੀਗੀਆਂ 1937 ਦੀਆਂ ਹੋਈਆਂ ਸੀ। ਉਹਦੇ ਵਿੱਚ ਅਸੀਂ ਇਹ ਪ੍ਰੂਵ ਕੀਤਾ ਸੀ ਬਾਬਾ ਸਾਹਿਬ ਨੇ ਕਿ ਜਿਹੜੇ ਕਾਂਗਰਸ ਹੈਗੀ ਆ ਉਹ ਅਛੂਤਾਂ ਦੀ ਨੁਮਾਇੰਦਗੀ ਨਹੀਂ ਕਰਦੀ। ਸੋ ਬਾਬਾ ਸਾਹਿਬ ਇਹੀ ਦੱਸਦੇ ਦੁਬਾਰਾ ਫਿਰ ਗੱਲ ਵੀ ਜਿਹੜੇ ਫੋਰਨਰਸ ਹੈਗੇ ਆ ਉਹਨਾਂ ਨੂੰ 1937 ਦੀਆਂ ਇਲੈਕਸ਼ਨ ਤੋਂ ਸਬਕ ਲੈਣਾ ਚਾਹੀਦਾ ਹੈਗਾ ਆ। ਕਹਿੰਦੇ ਇੱਕ ਸਮਾਂ ਸੀਗਾ ਕਿ ਫੋਰਨਰ ਇਸ ਗੱਲ ਨੂੰ ਸੋਚ ਸਕਦੇ ਸੀ ਜਾਂ ਇਸ ਵਿਸ਼ੇ ਨੂੰ ਛੱਡ ਸਕਦੇ ਸੀ ਜਦੋਂ ਇਲੈਕਸ਼ਨਸ ਨਹੀਂ ਹੋਈਆਂ ਸੀ। ਕਾਂਗਰਸ ਦੇ ਜਿਹੜੇ ਪ੍ਰੋਪੇਗੈਂਡਾ ਹੈਗਾ, ਪ੍ਰਚਾਰ ਹੈਗਾ ਆ, ਉਹਦੀ ਛਾਂ ਥੱਲੇ ਆ ਸਕਦੇ ਸੀ। ਪਰ ਹੁਣ ਜਿਹੜਾ ਮਸਲਾ ਇਹ ਆ ਵੀ 1937 ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਈਆਂ ਹੈਗੀਆਂ ਆ ਉਹਦੇ ਵਿੱਚ ਰਿਜ਼ਲਟ ਸਾਰੇ ਕਲੀਅਰ ਹੈਗੇ ਆ। ਬਾਬਾ ਸਾਹਿਬ ਦੱਸਦੇ ਹੈਗੇ ਕਿ ਇਸ ਕਿਤਾਬ ਦੇ ਪਹਿਲੇ ਪੋਰਸ਼ਨਾਂ ਦੇ ਵਿੱਚ ਮੈਂ ਸਾਰਾ ਕੁਝ ਪ੍ਰੂਵ ਕੀਤਾ ਆ। ਉੱਥੋਂ ਇਹ ਸਿੱਧ ਹੋ ਜਾਂਦਾ ਹੈਗਾ ਆ ਕਿ ਕਾਂਗਰਸ ਜਿਹੜੀ ਆ ਉਹ ਅਛੂਤਾਂ ਦੀ ਨੁਮਾਇੰਦਗੀ ਨਹੀਂ ਕਰਦੀ ਹੈਗੀ, ਤੇ ਕਾਂਗਰਸ ਜਿਹੜੀ ਆ ਭਾਰਤ ਦੇ ਹੋਰ ਲੋਕਾਂ ਦੀ ਵੀ ਨੁਮਾਇੰਦਗੀ ਨਹੀਂ ਕਰਦੀ ਹੈ। ਕਿਹਨਾਂ ਦੀ ਨੁਮਾਇੰਦਗੀ ਕਰਦੀ ਆ ਉਹ ਚੈਪਟਰ ਦੇ ਅਗਲੇ ਹਿੱਸੇ 'ਚ ਆਪਾਂ ਦੇਖਣਾ ਹੈਗਾ ਆ। ਤੇ ਦੂਸਰਾ ਰੀਜ਼ਨ ਜਿਹੜਾ ਹੈਗਾ ਆ ਉਹ ਕਾਂਗਰਸ ਨੂੰ ਸਪੋਰਟ ਕਰਨ ਦਾ ਜਿਹੜੇ ਗੋਰੇ ਹੈਗੇ ਆ ਉਹ ਇਹ ਹੈਗਾ ਆ ਕਿ ਕਾਂਗਰਸ ਦੇ ਬਾਰੇ ਜਿਹੜੇ ਫੋਰਨਰਸ ਹੈਗੇ ਆ ਉਹ ਇਹ ਸੋਚਦੇ ਆ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਜਿਹੜੀ ਆ ਕਾਂਗਰਸ ਲੜ ਰਹੀ ਹੈਗੀ ਆ। ਕਹਿੰਦੇ ਜਦੋਂ ਇਹ ਦੇਖਦੇ ਆ ਮੀਡੀਆ ਦੇ ਵਿੱਚ ਵੀ ਜਿਹੜੇ ਕਾਂਗਰਸਮੈਨ ਹੈਗੇ ਆ, ਜਿਹੜੇ ਕਾਂਗਰਸ ਦੇ ਨੇਤਾ ਹੈਗੇ ਆ, ਉਹ ਬ੍ਰਿਟਿਸ਼ ਗਵਰਨਮੈਂਟ ਦੇ ਖਿਲਾਫ ਜਿਹੜੀ ਆ ਹੁਕਮ ਅੰਦੂਲੀ ਜਾਂ ਕਾਨੂੰਨ ਦੀ ਉਲੰਘਣਾ ਕਰਨਾ, ਜੋ ਵੀ ਫੋਰਨ ਗਵਰਨਮੈਂਟ ਦੇ ਵੱਲੋਂ ਕੋਈ ਆਰਗੇਨਾਈਜੇਸ਼ਨ ਚਲਾਈਆਂ ਗਈਆਂ ਹੈਗੀਆਂ ਉਹਨੂੰ ਟੈਕਸ ਨਾ ਦੇਣੇ, ਜਾਂ ਮਤਲਬ ਡਿਸਓਬੀਡੀਐਂਸ ਦੀ ਜਿਹੜੀ ਮੂਵਮੈਂਟ ਜਿਹੜੀ ਕਾਂਗਰਸ ਨੇ ਚਲਾਈ ਸੀ ਉਹ ਚਲਾਈ ਜਾ ਰਹੀ ਹੈਗੀ ਆ। ਤੇ ਉਹਨਾਂ ਨੂੰ ਇਹ ਲੱਗਦਾ ਕਿ ਕੋਈ ਵੀ ਭਾਰਤ ਦੇ ਵਿੱਚ ਹੋਰ ਜਿਹੜੀ ਪਾਰਟੀ ਹੈਗੀ ਆ ਉਹ ਇਹ ਕੰਮ ਨਹੀਂ ਕਰ ਰਹੀ ਹੈਗੀ, ਸਿਰਫ ਕਾਂਗਰਸ ਕੰਮ ਕਰ ਰਹੀ ਹੈਗੀ ਆ। ਉਹਨਾਂ ਨੂੰ ਇਹ ਲੱਗਦਾ ਕਿ ਕਾਂਗਰਸ ਜਿਹੜੀ ਆ ਉਹ ਆਜ਼ਾਦੀ ਦੀ, ਭਾਰਤ ਦੀ ਆਜ਼ਾਦੀ ਦੇ ਲਈ ਇੱਕੋ ਹੀ ਇੱਕ ਜਿਹੜੀ ਪਾਰਟੀ ਹੈਗੀ ਆ ਉਹ ਲੜ ਰਹੀ ਹੈਗੀ ਆ। ਕਹਿੰਦੇ ਵੀ ਹੁਣ ਕਰਕੇ ਜਿਹੜੇ ਫੋਰਨਰਸ ਹੈਗੇ ਆ, ਜਿਹੜੇ ਸੁਤੰਤਰਤਾ ਦੇ ਪਿਆਰੇ ਹੈਗੇ, ਸੁਤੰਤਰਤਾ ਨੂੰ ਪਿਆਰ ਕਰਨ ਵਾਲੇ ਹੈਗੇ, ਉਹ ਕਾਂਗਰਸ ਦੀ ਸਪੋਰਟ ਦੇ ਵਿੱਚ ਉਤਰੇ ਹੋਏ ਆ। ਪਰ ਕਹਿੰਦੇ ਵੀ ਮੇਰਾ ਸਵਾਲ ਉਹਨਾਂ ਨੂੰ ਇਹ ਬਣਦਾ ਆ ਵੀ ਉਹ ਕਿਹਨਾਂ ਦੀ ਆਜ਼ਾਦੀ ਦੇ ਲਈ ਲੜਾਈ ਕਰ ਰਹੇ ਹੈਗੇ ਆ। ਕਾਂਗਰਸ ਪਾਰਟੀ ਜਿਹੜੀ ਹੈਗੀ ਆ ਉਹ ਕਿਹਨਾਂ ਦੀ ਆਜ਼ਾਦੀ ਲਈ ਲੜਾਈ ਕਰ ਰਹੀ ਹੈਗੀ ਆ। ਇਹਦਾ ਸੈਕਸ਼ਨ ਦੂਸਰਾ। ਤੇ ਕਹਿੰਦੇ ਵੀ ਜਿਹੜੇ ਫੋਰਨਰਸ ਹੈਗੇ ਆ, ਕਹਿੰਦੇ ਉਹ ਇੱਕ ਚੀਜ਼ ਜਿਹੜੀ ਆ ਉਹਦੇ ਵਿੱਚ ਡਿਸਟਿੰਕਸ਼ਨ ਨਹੀਂ ਕਰ ਪਾ ਉਹਦੇ ਵਿੱਚ ਦੇਖ ਨਹੀਂ ਰਹੇ ਵੀ ਦੋਨਾਂ ਦੇ ਵਿੱਚੋਂ ਕਿਹੜੀ ਚੀਜ਼ ਭਿੰਨ ਹੈਗੀ ਆ। ਇੱਕ ਕਹਿੰਦੇ ਵੀ ਇੱਕ ਤਾਂ ਚੀਜ਼ ਹੈਗੀ ਆ ਫਰੀडम ਆਫ ਕੰਟਰੀ, ਵੀ ਦੇਸ਼ ਦੀ ਆਜ਼ਾਦੀ, ਦੂਸਰੇ ਪਾਸੇ ਹੈਗੀ ਆ ਉਹਦੇ ਲੋਕਾਂ ਦੀ ਆਜ਼ਾਦੀ। ਦੋਨੇ ਚੀਜ਼ਾਂ ਦੇ ਵਿੱਚ ਜਦ ਤੱਕ ਅਸੀਂ ਇਹਨਾਂ ਦਾ ਵਖਰੇਵਾਂ ਨਹੀਂ ਦੇਖਣਾ ਵੀ ਦੋਨੇ ਚੀਜ਼ਾਂ ਅੱਡ ਅੱਡ ਨੇ, ਉਦ ਤੱਕ ਫੋਰਨਰਸ ਨੂੰ ਸਮਝ ਨਹੀਂ ਲੱਗਣਾ ਵੀ ਭਾਰਤ ਦੇ ਵਿੱਚ ਚੱਲ ਕੀ ਰਿਹਾ ਹੈਗਾ ਆ। ਕਹਿੰਦੇ ਵੀ
ਜਦ ਤੱਕ ਫੋਰਨਰਸ ਜਿਹੜੇ ਹੈਗੇ ਆ ਉਹ ਇਹ ਨਹੀਂ ਸੋਚਦੇ ਕਿ ਭਾਰਤ ਦੀ ਆਜ਼ਾਦੀ ਦੀ ਲੜਾਈ ਜਾਂ ਭਾਰਤ ਦੇ ਲੋਕਾਂ ਦੀ ਆਜ਼ਾਦੀ ਦੀ ਲੜਾਈ, ਇਹ ਦੋਨਾਂ ਦੇ ਵਿੱਚੋਂ ਫਰਕ ਕੀ ਹੈਗਾ ਆ, ਉਦੋਂ ਤੱਕ ਕਹਿੰਦੇ ਕਾਂਗਰਸ ਜਿਹੜੇ ਬਾਹਰ ਫੋਰਨਰਸ ਹੈਗੇ ਆ ਉਹ ਗੁੰਮਰਾਹ ਹੁੰਦੇ ਰਹਿਣਗੇ ਕਾਂਗਰਸ ਦੀਆਂ ਨੀਤੀਆਂ ਤੋਂ, ਕਾਂਗਰਸ ਦੀਆਂ ਨਿਊਜ਼ ਤੋਂ। ਤੇ ਕਹਿੰਦੇ ਵੀ ਜਿਹੜਾ ਇੱਕ ਸ਼ਬਦ ਆ ਸੁਸਾਇਟੀ ਆ, ਨੇਸ਼ਨ ਆ ਤੇ ਕੰਟਰੀ ਆ, ਉਹ ਇੱਕ ਨਿਰਾਕਾਰ ਆ, ਉਹਦਾ ਕੋਈ ਨਿਰਾਕਾਰ ਨਹੀਂ ਹੈਗਾ ਜੇ ਉਹਦਾ ਡਬਲ ਮੀਨਿੰਗ ਨਹੀਂ ਹੈਗਾ। ਤੇ ਜਦੋਂ ਆਪਾਂ ਕਿਸੇ ਰਾਸ਼ਟਰ ਦੀ ਗੱਲ ਕਰਦੇ ਹੈਗੇ ਆ, ਇਹਦੇ ਵਿੱਚ ਕਹਿੰਦੇ ਕਿ ਅਤਕਥਨੀ ਨਹੀਂ ਹੋਵੇਗੀ ਗੱਲ। ਜਦੋਂ ਅਸੀਂ ਇੱਕ ਰਾਸ਼ਟਰ ਦੀ ਗੱਲ ਕਰਦੇ ਆ, ਰਾਸ਼ਟਰ ਭਾਵੇਂ ਕਿ ਇੱਕ ਸ਼ਬਦ ਦਾ ਨਾਮ ਆ, ਪਰ ਉਹਦੇ ਵਿੱਚ ਬਹੁਤ ਸਾਰੀਆਂ ਜਮਾਤਾਂ ਹੁੰਦੀਆਂ। ਇੱਕ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਮਾਤਾਂ ਹੁੰਦੀਆਂ। ਇਹ ਕਿਹਾ ਜਾਣਾ ਠੀਕ ਹੋਵੇਗਾ ਕਿ ਇੱਕ ਦੇਸ਼ ਆ ਤੇ ਉਸ ਦੇਸ਼ ਦੇ ਵਿੱਚ ਸਮਾਜਿਕ ਤੌਰ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਉਸ ਸਮਾਜ ਦੇ ਵਿੱਚ ਬਹੁਤ ਸਾਰੀਆਂ ਵੱਖਰੀਆਂ ਵੱਖਰੀਆਂ ਜਾਤਾਂ ਆ। ਜੇ ਲੜਾਈ ਜਿਹੜੀ ਆ ਉਹ ਉਹਨਾਂ ਨੂੰ ਆਜ਼ਾਦ ਕਰਾਉਣ ਦੇ ਲਈ ਨਹੀਂ ਹੈ, ਜਿਹੜੀਆਂ ਕਲਾਸਾਂ ਉਸ ਦੇਸ਼ ਦੇ ਵਿੱਚ ਰਹਿੰਦੀਆਂ ਆ, ਤਾਂ ਫਿਰ ਉਸ ਆਜ਼ਾਦੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਇਸੇ ਤਰੀਕੇ ਨਾਲ ਇਹ ਕਹਿਣਾ ਵੀ ਕਾਂਗਰਸ ਜਿਹੜੀ ਆ ਆਜ਼ਾਦੀ ਦੀ ਲੜਾਈ ਲੜ ਰਹੀ ਹੈਗੀ ਆ, ਤੇ ਉਹ ਜਿਹੜੀ ਆਜ਼ਾਦੀ ਦੀ ਲੜਾਈ ਆ ਉਹ ਭਾਰਤ ਦੇ ਲੋਕਾਂ ਦੇ ਲਈ ਆ, ਜਾਂ ਛੋਟੇ ਤੋਂ ਛੋਟੇ ਜਿਹੜੇ ਲੋਕ ਹੈਗੇ ਆ, ਲੋਅਸਟ ਟੂ ਲੋ ਹੈਗੇ ਆ, ਲੋਅਸਟ ਆਫ ਲੋ, ਉਹਨਾਂ ਦੇ ਲਈ ਅਸੀਂ ਲੜ ਰਹੇ ਹੈਗੇ ਆ। ਇਹ ਕਹਿੰਦੇ ਗਲਤ ਗੱਲ ਹੈਗੀ। ਜਦ ਤੱਕ ਇਹ ਚੀਜ਼ਾਂ ਕਲੈਰੀਫਾਈ ਨਹੀਂ ਸਾਨੂੰ ਹੁੰਦੀਆਂ ਵੀ ਕਿਹੜੀ ਜਾਤ ਪਾਵਰ ਕਾਬਜ਼ ਕਰਨਾ ਚਾਹੁੰਦੀ ਆ, ਕਿਹੜੇ ਲੋਕ ਉਹਨੂੰ ਫਾਈਨੈਂਸ਼ੀਅਲੀ ਸਪੋਰਟ ਕਰਦੇ ਆ, ਇਹ ਜਦ ਤੱਕ ਅਸੀਂ ਡਿਸਟਿੰਕਸ਼ਨ ਨਹੀਂ ਕਰਦੇ, ਇਸ ਗੱਲ ਦਾ ਅਸੀਂ ਐਨਾਲਿਸਿਸ ਨਹੀਂ ਕਰਦੇ, ਉਦ ਤੱਕ ਸਾਨੂੰ ਸਮਝ ਨਹੀਂ ਲੱਗਣਾ ਹੈਗਾ। ਕਹਿੰਦੇ ਵੀ ਹੁਣ ਗੱਲ ਇਹ ਆਉਂਦੀ ਆ ਵੀ ਕਾਂਗਰਸ ਜਿਹੜੀ ਆ, ਚਾਹੇ ਉਹ ਭਾਰਤ ਦੀ ਲੜਾਈ ਜਿਹੜੀ ਆ ਆਜ਼ਾਦੀ ਦੀ ਲੜਾਈ ਲੜ ਰਹੀ ਹੈਗੀ ਆ, ਇਹ ਸਵਾਲ ਬਹੁਤ ਛੋਟਾ ਆ, ਬਹੁਤ ਘੱਟ ਜਿਹੜਾ ਮਹੱਤਵਪੂਰਨ ਸਵਾਲ ਹੈਗਾ ਆ। ਮੇਨ ਸਵਾਲ ਕੀ ਆ, ਉਹ ਇਹ ਆ ਕਿ ਕਾਂਗਰਸ ਜਿਹੜੀ ਆ ਉਹ ਕਿਹਦੀ ਆਜ਼ਾਦੀ ਦੀ ਲੜਾਈ ਲੜ ਰਹੀ ਹੈਗੀ, ਕਿਹਨਾਂ ਲੋਕਾਂ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਹੈਗੀ ਆ। ਇਹ ਸਵਾਲ ਬਹੁਤ ਇੰਪੋਰਟੈਂਟ ਆ। ਇਹ ਸਵਾਲ ਇਸ ਤਰ੍ਹਾਂ ਤਰੀਕੇ ਨਾਲ ਇੰਪੋਰਟੈਂਟ ਆ, ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇਹ ਜਿਹੜਾ ਇੰਨਾ ਇੰਪੋਰਟੈਂਟ ਸਵਾਲ ਹੈਗਾ ਆ, ਤੇ ਜਿਹਨੂੰ ਛੱਡਿਆ ਨਹੀਂ ਜਾ ਸਕਦਾ, ਤੇ ਜਿਹੜੇ ਫੋਰਨਰਸ ਜਿਹੜੇ ਆ ਇਹਨੂੰ ਇਗਨੋਰ ਕਰ ਰਹੇ ਹੈਗੇ ਆ। ਕਹਿੰਦੇ ਵੀ ਜਿਹੜੇ ਫੋਰਨਰਸ ਹੈਗੇ ਆ, ਕਿਉਂ ਇਸ ਇੰਪੋਰਟੈਂਟ ਸਵਾਲ ਨੂੰ ਵੀ ਕਿਹਨਾਂ ਦੀ ਲੜਾਈ ਕਾਂਗਰਸ ਲੜ ਰਹੀ ਹੈਗੀ ਆ, ਕਿਹਦੀ ਆਜ਼ਾਦੀ ਦੀ ਲੜਾਈ, ਕਿਹੜੇ ਸਮਾਜ ਦੀ ਆਜ਼ਾਦੀ ਦੀ ਲੜਾਈ ਕਾਂਗਰਸ ਲੜ ਰਹੀ ਆ, ਜਦ ਤੱਕ ਸਾਨੂੰ ਇਹ ਨਹੀਂ ਸਮਝ ਲੱਗਣੀ, ਜਦ ਤੱਕ ਅਸੀਂ ਇਹ ਸਵਾਲ ਦੇ ਉੱਤੇ ਚਰਚਾ ਨਹੀਂ ਕਰਦੇ, ਤੇ ਜਿਹੜੇ ਫੋਰਨਰਸ ਹੈਗੇ ਆ ਉਹ ਗੁੰਮਰਾਹ ਹੁੰਦੇ ਹੀ ਰਹਿਣੇ ਹੈਗੇ ਆ। ਕਹਿੰਦੇ ਇਹਦੇ ਵਿੱਚ ਕੀ ਹੈਗਾ, ਜਿੱਥੇ ਤੱਕ ਮੈਂ ਫੋਰਨਰਸ ਨੂੰ ਦੇਖਦਾ ਆ, ਫੋਰਨਰਸ ਕੀ ਕਹਿੰਦੇ ਹੈਗੇ ਆ ਕਿ ਇੱਕ ਡੈਮੋਕ੍ਰੇਸੀ ਤੇ ਸੈਲਫ ਗਵਰਨਮੈਂਟ, ਜੇ ਸਵੈ ਸ਼ਾਸਨ ਜਿਹਨੂੰ ਆਪਾਂ ਕਹਿ ਸਕਦੇ ਆ, ਕਹਿੰਦੇ ਉਹ ਇਹਨੂੰ ਪਿਆਰ ਕਰਦੇ ਆ। ਇਹਨਾਂ ਦੇ ਉੱਤੇ ਉਹਨਾਂ ਨੇ ਗਲਤ ਧਾਰਨਾਵਾਂ ਆਪਣੀਆਂ ਟਿਕਾਈਆਂ ਹੋਈਆਂ ਵੀ ਜਿਹੜੇ ਦੇਸ਼ ਦੇ ਵਿੱਚ ਸੈਲਫ ਗਵਰਨਮੈਂਟ ਹੋ ਜਾਂਦੀ ਹੈ, ਭਾਵ ਕਿ ਜਿਹੜੀ ਲੋਕਾਂ ਵੱਲੋਂ ਸਰਕਾਰ ਚਲਾਈ ਜਾਂਦੀ ਹੈ ਤੇ ਡੈਮੋਕ੍ਰੇਸੀ ਹੁੰਦੀ ਆ, ਉਸ ਦੇਸ਼ ਦੇ ਵਿੱਚ ਬਹੁਤ ਵਧੀਆ ਹੁੰਦਾ, ਉਸ ਦੇਸ਼ ਦੇ ਵਿੱਚ ਆਜ਼ਾਦੀ ਹੁੰਦੀ ਆ। ਇਹ ਜਿਹੜਾ ਕੰਸੈਪਟ ਆ ਨਾ, ਇਹ ਵੈਸਟ ਦਾ ਹੈਗਾ ਆ, ਪੱਛਮ ਦਾ ਕੰਸੈਪਟ ਆ ਡੈਮੋਕ੍ਰੇਸੀ ਤੇ ਸੈਲਫ ਗਵਰਨਮੈਂਟ ਦਾ। ਉਹਨਾਂ ਦੀਆਂ ਜਿਹੜੀਆਂ ਗਲਤ ਧਾਰਨਾਵਾਂ ਇਸ ਚੀਜ਼ ਨੂੰ ਲੈ ਕੇ ਹੈਗੀਆਂ ਆ। ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਕਿ ਜਿਹੜੇ ਪੱਛਮ ਦੇ ਰਾਈਟਰ ਹੈਗੇ ਆ, ਉਹਨਾਂ ਦੀ ਇੱਕ ਥਿਉਰੀ ਆ ਬਈ ਡੈਮੋਕ੍ਰੇਸੀ ਦੇ ਲਈ ਇੱਕ ਸਵੈ ਸਰਕਾਰ ਜਿਹੜੀ ਬਹੁਤ ਜ਼ਰੂਰੀ ਆ, ਤੇ ਸਵੈ ਸਰਕਾਰ ਜਿਹੜੀ ਆ ਉਹ ਡੈਮੋਕ੍ਰੇਸੀ ਤੋਂ ਬਿਨਾਂ ਨਹੀਂ ਆ ਸਕਦੀ। ਤੋਂ ਇਸ ਧਾਰਾਵਾਂ ਨੂੰ ਲੈ ਕੇ ਚੱਲੇ ਆ, ਜਿਹਨੂੰ ਕਿ ਅਸੀਂ ਕਹਿੰਦੇ ਹੈਗੇ ਆ ਕਿ ਲੋਕਾਂ ਵੱਲੋਂ ਸਰਕਾਰ, ਲੋਕਾਂ ਲਈ ਸਰਕਾਰ, ਲੋਕਾਂ ਦੀ ਸਰਕਾਰ। ਸੋ ਪੀਪਲ ਬਾਏ ਦਾ ਗਵਰਨਮੈਂਟ ਆਫ ਦਾ ਪੀਪਲ ਐਂਡ ਫॉर ਦਾ ਪੀਪਲ। ਬਾਬਾ ਸਾਹਿਬ ਕਹਿੰਦੇ ਹੈਗੇ ਆ, ਕਹਿੰਦੇ ਕਿ ਉਹਨਾਂ ਨੂੰ ਇਹ ਲੱਗਦਾ ਕਿ ਸਾਰਿਆਂ ਨੂੰ ਵੋਟ ਦਾ ਅਧਿਕਾਰ ਦੇਣ ਦੇ ਨਾਲ ਬਰਾਬਰਤਾ ਪੈਦਾ ਹੋ ਜਾਣੀ ਆ, ਡੈਮੋਕ੍ਰੇਸੀ ਸਥਾਪਿਤ ਹੋ ਜਾਣੀ ਆ, ਤੇ ਸੈਲਫ ਗਵਰਨਮੈਂਟ ਜਿਹੜੀ ਹੈਗੀ ਆ, ਸਵੈ ਸ਼ਾਸਨ ਜਿਹੜਾ ਆ ਉਹ ਚੱਲਣ ਲੱਗ ਪੈਣਾ ਹੈਗਾ ਆ। ਕਹਿੰਦੇ ਕਿ ਮੈਨੂੰ ਕੋਈ ਵੀ ਮਤਲਬ ਕਿ ਹੈਜ਼ੀਟੇਸ਼ਨ ਨਹੀਂ ਹੈਗੀ ਬਈ ਮਤਲਬ ਕਿ ਇਹ ਗਲਤ ਧਾਰਨਾ ਹੈਗੀ ਆ। ਕਹਿੰਦੇ ਜੇ ਡੈਮੋਕ੍ਰੇਸੀ ਦੁਨੀਆ ਦੇ ਵਿੱਚ ਕਿਤੇ ਫੇਲ ਹੋਈ ਆ ਨਾ, ਜਾਂ ਸੈਲਫ ਗਵਰਨਮੈਂਟ ਕਿਤੇ, ਜਾਂ ਸਵੈ ਸਰਕਾਰ ਕਿਤੇ ਫੇਲ ਹੋਈ ਆ, ਉਹ ਇਹਨਾਂ ਗਲਤ ਧਾਰਨਾਵਾਂ ਕਰਕੇ ਹੀ ਫੇਲ ਹੋਈ ਹੈਗੀ ਆ। ਤੇ ਇੱਥੇ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਕਨਸਟੀਟਿਊਸ਼ਨਲ ਜਿਹੜੀ ਸਮਾਜਿਕ ਸੰਵਿਧਾਨਕ ਨੈਤਿਕਤਾ ਹੈਗੀ ਆ, ਉਹ ਇੱਕ ਚੰਗੀ ਸਰਕਾਰ ਬਣਾਉਣ ਦੇ ਲਈ ਬਹੁਤ ਜ਼ਰੂਰੀ ਹੈਗੀ ਆ। ਸੰਵਿਧਾਨ ਦੇ ਵਿੱਚ ਤੁਹਾਡੇ ਨੈਤਿਕ ਤੌਰ ਤੇ ਤੁਸੀਂ ਇਮਾਨਦਾਰ ਹੋਣੇ ਚਾਹੀਦੇ ਹੈਗੇ ਆ, ਪਰ ਜਿਹੜੀ ਡੈਮੋਕ੍ਰੇਸੀ ਆ ਉਹ ਇਕੱਲੀ ਵੋਟਾਂ ਦੇ ਆਧਾਰ ਤੇ ਪੈਦਾ ਨਹੀਂ ਹੋਣੀ ਹੈਗੀ। ਕਹਿੰਦੇ ਅੱਗੇ ਉਹ ਦੱਸਦੇ ਹੈਗੇ ਆ ਕਿ ਜਿਹੜੇ ਵੈਸਟਰਨਸ ਹੈਗੇ ਆ ਹਨਾ, ਉਹਨਾਂ ਦੇ ਜਿਹੜੇ ਇਹ ਵਿਊ ਹੈਗੇ ਆ ਵੀ ਜਿਹੜੇ ਦੇਸ਼ ਵਿੱਚ ਡੈਮੋਕ੍ਰੇਸੀ ਹੋਈ, ਵੋਟ ਦਾ ਅਧਿਕਾਰ ਹੋਇਆ, ਤੇ ਉੱਥੇ ਸਰਕਾਰ ਬਣ ਜਾਂਦੀ ਹੈ ਤੇ ਸਾਰਾ ਕੁਝ ਠੀਕ ਹੋ ਜਾਂਦਾ ਹੈਗਾ ਆ। ਕਹਿੰਦੇ ਉਹ ਗਲਤ ਧਾਰਨਾ ਦੇ ਵਿੱਚ ਬੈਠੇ ਹੈਗੇ ਆ, ਤੇ ਉਹਨਾਂ ਦੇ ਕਈ ਰੀਜ਼ਨ ਹੈਗੇ ਆ। ਰੀਜ਼ਨ ਦੱਸ ਰਿਹਾ ਬਾਬਾ ਸਾਹਿਬ, ਕਹਿੰਦੇ ਵੀ ਉਹਦੇ ਵਿੱਚ ਇਹ ਆ ਵੀ
ਕਿਹੜੇ ਰੀਜ਼ਨ ਆ ਉਹਨਾਂ ਦੇ ਵਿੱਚ ਜਿਹੜੀਆਂ ਉਹ ਜਿਹੜੇ ਧਾਰਨਾ ਦੇ ਵਿੱਚ ਬੈਠੇ ਹੋਵੇ, ਜਿੱਥੇ ਡੈਮੋਕ੍ਰੇਸੀ ਆ ਗਈ, ਸੈਲਫ ਗਵਰਨਮੈਂਟ ਦਾ ਕਨਸੈਪਟ ਆ ਗਿਆ ਜਿਹੜੇ ਦੇਸ਼ ਦੇ ਵਿੱਚ, ਤੇ ਉੱਥੇ ਬਰਾਬਰਤਾ ਪੈਦਾ ਹੋਣੀ ਆ, ਲੋਕਾਂ ਦੀ ਸਰਕਾਰ ਆ ਜਾਣੀ ਆ। ਕਹਿੰਦੇ ਕਿ ਇਹਦੇ ਵਿੱਚ ਦੱਸਦੇ ਆ ਵੀ ਕਾਰਨ ਨੰਬਰ 1 ਵੀ ਇੱਕ ਕੰਟਰੀ ਦੇ ਵਿੱਚ ਇੱਕ ਗਵਰਨਿੰਗ ਜਿਹੜੀ ਕਾਬਜ ਇੱਕ ਹੁੰਦੀ ਆ, ਕਾਬਜ ਜਮਾਤ ਹੁੰਦੀ ਆ, ਜਿਹੜੀ ਸ਼ੁਰੂ ਤੋਂ ਹੀ ਜਿਹੜੀ ਇਹ ਚਾਹੁੰਦੀ ਹੁੰਦੀ ਆ ਕਿ ਜਿਨ੍ਹਾਂ ਦੀ ਕਿਸਮਤ ਜਿਹੜੀ ਆ ਉਹ ਸੱਤਾ ਦੇ ਲਈ ਬਣੀ ਹੁੰਦੀ ਆ, ਵੀ ਹਾਂ ਵੀ ਇਹਨਾਂ ਨੇ ਸੱਤਾ ਹੀ ਕਰਨੀ ਹੈਗੀ ਆ। ਇਹਨੂੰ ਕੀ ਮਤ ਅਧਿਕਾਰ, ਬਾਲਕ ਮਤ ਅਧਿਕਾਰ, ਆਪਾਂ ਅਡਲਟ ਸਫਰੇਜ ਨੂੰ ਕਹਿੰਦੇ ਆ, ਵੀ ਬਾਲਕ ਮਤ ਅਧਿਕਾਰ ਜਿਹੜਾ ਆ ਉਹਨੂੰ ਉਹਦੀ ਸੱਤਾ ਹਥਿਆਉਣ ਤੋਂ ਵੀ ਰੋਕ ਨਹੀਂ ਸਕਦਾ। ਉਹ ਇਸ ਤਰੀਕੇ ਦੇ ਨਾਲ ਕਾਬਜ ਧਿਰ ਹੁੰਦੀ ਆ, ਕਿਉਂਕਿ ਇਤਿਹਾਸਿਕ ਸਰਕਮਸਟਾਂਸਿਸ ਜਾਂ ਪਰਿਸਥਿਤੀਆਂ ਇਦਾਂ ਦੀਆਂ ਬਣੀਆਂ ਹੋਈਆਂ, ਜਿੱਦਾਂ ਆਪਣੇ ਦੇਸ਼ ਵਿੱਚ ਬ੍ਰਾਹਮਣਾਂ ਦੀਆਂ ਆ, ਵੀ ਉਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਕਬਜ਼ਾ ਕਰਨਾ ਹੀ ਹੁੰਦਾ ਆ। ਤੇ ਜਿਹਦੇ ਨਾਲ ਕੀ ਆ ਵੀ ਜਿਹੜੀ ਸੇਵਾ ਕਰਨ ਵਾਲੀ ਕੌਮ ਹੈਗੀ ਆ ਜਾਂ ਸਮਾਜ ਹੈਗਾ ਆ, ਉਹ ਇਹ ਧਾਰਨਾ ਬਣਾ ਕੇ ਬੈਠੀ ਹੁੰਦੀ ਆ ਵੀ ਇਹ ਤਾਂ ਜੀ ਗਵਰਨਿੰਗ ਕਲਾਸ ਹੈ, ਇਹਨਾਂ ਦੀ ਤਾਂ ਕਿਸਮਤ ਦੇ ਵਿੱਚ ਹੀ ਰਾਜ ਲਿਖਿਆ ਹੋਇਆ ਆ, ਤਾਂ ਅਸੀਂ ਤਾਂ ਇਹਨਾਂ ਦੇ ਜਿਹੜੀ ਕਿ ਸੇਵਾਦਾਰ ਹੀ ਰਹਿਣਾ ਆ, ਤੇ ਇਹਨਾਂ ਨੂੰ ਰਾਜ ਕਰਨ ਦਿਓ ਸਾਡੇ ਉੱਤੇ। ਤੇ ਕਹਿੰਦੇ ਇੱਕ ਚੀਜ਼ ਜਿਹੜੀ ਆ ਇਹ ਭੁੱਲ ਰਹੇ ਹੈਗੇ ਆ ਇਹ। ਦੂਸਰੀ ਜਿਹੜੀ ਚੀਜ਼ ਹੈਗੀ ਇਹਨਾਂ ਦੇ ਕੋਲ, ਕਹਿੰਦੇ ਇਹ ਜਿਹੜੀ ਉਹ ਇਹ ਭੁੱਲ ਰਹੇ ਹੈਗੇ ਆ ਕਿ ਜਿਹੜੇ ਦੇਸ਼ ਦੇ ਵਿੱਚ ਇਹ ਇੱਕ ਕਾਬਜ ਸਮਾਜ ਹੋਵੇਗਾ, ਇਹ ਡੈਮੋਕ੍ਰੇਸੀ ਤੇ ਸਵੈ ਸਰਕਾਰ ਦੇ ਲਈ ਖਤਰਾ ਹੋਵੇਗਾ। ਕਿਉਂਕਿ ਕਹਿੰਦੇ ਜਿੱਥੇ ਵੀ ਇਹ ਜਿਹੜੀ ਗਵਰਨਿੰਗ ਕਲਾਸ ਹੈਗੀ ਆ, ਜਿੱਥੇ ਵੀ ਇਹ ਕਾਬਜ ਜਮਾਤ ਹੈਗੀ ਆ, ਉਹਨੇ ਆਪਣੀ ਪਾਵਰ ਬਣਾਉਣ ਦੀ ਕੋਸ਼ਿਸ਼ ਕਰਨੀ ਆ, ਆਪਣਾ ਰੂਲ, ਆਪਣੀ ਪ੍ਰਜਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰਨੀ ਆ, ਤੇ ਜਿਹਦੇ ਵਿੱਚ ਡੈਮੋਕ੍ਰੇਸੀ ਤੇ ਸੈਲਫ ਗਵਰਨਮੈਂਟ ਫੇਲ ਹੋਣੀ ਹੈਗੀ ਆ। ਜਿਹੜੀ ਸੈਲਫ ਗਵਰਨਮੈਂਟ ਹੈਗੀ ਆ, ਸਵੈ ਸਰਕਾਰ ਹੈਗੀ ਆ, ਤੇ ਡੈਮੋਕ੍ਰੇਸੀ ਹੈਗੀ ਆ, ਕਹਿੰਦੇ ਉਹ ਸਹੀ ਨਹੀਂ ਹੈ। ਜੇ ਆਪਾਂ ਇਸੇ ਆਧਾਰ ਤੇ ਕਹਿ ਦਿੰਦੇ ਆ ਵੀ ਉਹ ਬੇਸ ਹੈਗੀ ਆ ਕਨਸਟੀਟਿਊਸ਼ਨ ਦੇ ਵਿੱਚ ਅਡਲਟ ਸਫਰੇਜ, ਬਾਲਕ ਮਤ ਅਧਿਕਾਰ ਹੈਗਾ ਆ, ਹਨਾ ਜੀ। ਤੇ ਪਰ ਕਹਿੰਦੇ ਵੀ ਆਪਾਂ ਇਹ ਵੀ ਦੇਖਦੇ ਹੈਗੇ ਆ ਕਿ ਕਈ ਕੰਟਰੀਜ਼ ਦੇ ਵਿੱਚ ਇਦਾਂ ਵੀ ਹੋਇਆ ਹੈਗਾ ਆ ਕਿ ਜਿਹੜੀ ਸੇਵਕ ਲੋਕ ਹੈਗੇ ਜਾਂ ਸੇਵਕ ਸਮਾਜ ਹੈਗਾ ਆ, ਸਰਵਾਈਵਲ ਕਲਾਸਿਸ ਹੈਗੀਆਂ, ਉਹਨਾਂ ਨੇ ਤਖਤਾ ਪਲਟਿਆ ਹੈਗਾ ਆ, ਉਹਨਾਂ ਨੇ ਬਾਲਕ ਮਤ ਅਧਿਕਾਰ ਦਾ ਯੂਜ਼ ਕਰਕੇ ਉਹਨਾਂ ਨੇ ਪਾਵਰ ਜਿਹੜੀ ਆਪਣੇ ਹੱਥ ਲਈ ਹੈ। ਬਹੁਤ ਘੱਟ, ਬਹੁਤ ਰੇਅਰ ਆ ਕਹਿੰਦੇ। ਪਰ ਕਈ ਕੰਟਰੀਜ਼ ਇਦਾਂ ਦੀਆਂ ਆ ਭਾਰਤ ਵਰਗੀਆਂ, ਜਿੱਥੇ ਇਹ ਕਾਬਜ ਜਿਹੜੀ ਜਮਾਤ ਹੈਗੀ ਆ ਬਹੁਤ ਡੂੰਘੀ ਬੈਠੀ ਆ, ਤੇ ਜਿੱਥੇ ਇਸ ਜਿਹੜੀ ਸੇਵਕ ਸਮਾਜ ਹੈਗਾ ਆ, ਜਿਹੜੀ ਕਿ ਸਰਵਾਈਵਲ ਕਲਾਸਿਸ ਹੈਗੇ ਆ, ਜਿਹੜੇ ਅਛੂਤ ਲੋਕ ਹੈਗੇ ਆ, ਜਿਹੜੇ ਸੇਵਕ ਆ, ਉਹਨਾਂ ਦੇ ਲਈ ਇਹ ਅਡਲਟ ਸਫਰੇਜ ਦੇ ਨਾਲ ਸੇਫਗਾਰਡ ਕਨਸਟੀਟਿਊਸ਼ਨ ਦੇ ਵਿੱਚ ਬਹੁਤ ਹੋਣੇ ਜ਼ਰੂਰੀ ਆ। ਭਾਵ ਕਿ ਰਿਜ਼ਰਵੇਸ਼ਨ ਚਾਹੀਦੀ ਹੈ ਉਹਨਾਂ ਨੂੰ, ਭਾਵ ਕਿ ਉਹਨਾਂ ਨੂੰ ਰਿਪਰੈਜ਼ੈਂਟੇਸ਼ਨ ਦਾ ਬਰਾਬਰ ਮੌਕੇ ਚਾਹੀਦੇ ਆ, ਨਹੀਂ ਤਾਂ ਉਹ ਕਦੀ ਵੀ ਆਪਣੀ ਪਾਵਰ ਦੇ ਵਿੱਚ ਨਹੀਂ ਆ ਸਕਦੇ ਹੈਗੇ। ਕਹਿੰਦੇ ਇਸ ਕਰਕੇ ਉਹ ਇਸ ਚੀਜ਼ ਨੂੰ ਨਹੀਂ ਗੌਲਦੇ ਹੈਗੇ, ਇਸ ਚੀਜ਼ ਤੋਂ ਉਹ ਲਾਪਰਵਾਹ ਰਹਿੰਦੇ ਆ, ਵੀ ਇਸ ਕਰਕੇ ਉਹ ਗਲਤੀਆਂ ਖਾ ਰਹੇ ਹੈਗੇ ਆ ਜਿਹੜੇ ਫੋਰਨਰਸ ਹੈਗੇ ਆ। ਤੇ ਹੁਣ ਕਹਿੰਦੇ ਅੱਗੇ ਦੱਸਦੇ ਹੈਗੇ ਆ ਕਿ ਕਹਿੰਦੇ ਵੀ ਹੁਣ ਜਿਹੜੇ ਫੋਰਨਰਸ ਹੈਗੇ ਆ ਉਹ ਕਾਂਗਰਸ ਦਾ ਸਾਥ ਦੇ ਰਹੇ ਹੈਗੇ ਆ, ਚਾਹੇ ਨਹੀਂ ਦੇ ਰਹੇ ਹੈਗੇ, ਪਰ ਉਹਨਾਂ ਨਾਲ ਜਿਹੜੇ ਇਹ ਕਹਿ ਰਹੇ ਹੈਗੇ ਆ ਕਿ ਵੀ ਜਿਹੜੀ ਕਾਂਗਰਸ ਹੈਗੀ ਆ ਉਹ ਭਾਰਤ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਹੈਗੀ ਆ। ਇਹ ਸਵਾਲ ਨਾ ਕਹਿਣ ਸਾਨੂੰ, ਪਰ ਉਹਨਾਂ ਨੂੰ ਜਾ ਕੇ ਇਹ ਪੁੱਛਣ ਬਈ ਉਹ ਲੜਾਈ ਕਿਹਨਾਂ ਦੀ ਲੜਾਈ ਲੜ ਰਹੀ ਹੈਗੀ ਆ। ਕੀ ਉਹ ਲੜਾਈ ਜਿਹੜੀ ਆ ਉਹ ਕਾਬਜ ਸਮਾਜ ਦੀ ਆ, ਜਿਹੜੇ ਕਾਬਜ ਸਮਾਜ ਜਾਂ ਜਮਾਤ ਜਿਹੜਾ ਹੈਗਾ ਆ, ਇਹ ਉਹਨਾਂ ਦੀ ਲੜਾਈ ਲੜ ਰਹੇ ਆ ਕਿ ਜੇ ਭਾਰਤ ਦੇ ਜਿਹੜੇ ਆਮ ਲੋਕ ਆ ਉਹਨਾਂ ਦੀ ਲੜਾਈ ਲੜ ਰਹੇ ਹੈਗੇ ਆ। ਤੇ ਕਹਿੰਦੇ ਹੁਣ ਮੈਨੂੰ ਇਹਦਾ ਆਨਸਰ ਨਹੀਂ ਪਤਾ ਹੈਗਾ, ਤੇ ਵੀ ਉਹਨਾਂ ਨੇ ਕੀ ਦੇਣਾ ਹੈਗਾ ਆ, ਕਾਂਗਰਸ ਨੇ ਕੀ ਦੇਣਾ ਹੈਗਾ ਆ, ਵੀ ਕੀ ਉਹ ਵੀ ਆਪਣੀ ਜਿਹੜੀ ਕਾਬਜ ਸਮਾਜ ਹੈਗਾ ਆ, ਕਾਬਜ ਜਮਾਤ ਹੈਗੀ ਆ, ਉਹਨਾਂ ਦੇ ਲਈ ਲੜਾਈ ਲੜ ਰਹੀ ਹੈਗੀ ਆ। ਤੇ ਜੇ ਉਹ ਕਾਂਗਰਸ ਇਹ ਕਹਿੰਦੀ ਆ ਵੀ ਅਸੀਂ ਜਿਹੜੀ ਲੜਾਈ ਆ, ਔਰ ਜਾਂ ਜਿਹੜੇ ਫੋਰਨਰਸ ਹੈਗੇ ਆ, ਜਾਂ ਉਹਨਾਂ ਨੂੰ ਇਹ ਪਤਾ ਲੱਗਦਾ ਕਿ ਜਿਹੜੀ ਕਾਂਗਰਸ ਹੈਗੀ ਆ ਉਹ ਜਿਹੜੀ ਭਾਰਤ ਦੀ ਆਲਰੇਡੀ ਕਾਬਜ ਜਮਾਤ ਹੈਗੀ ਆ, ਉਹਨਾਂ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਹੈਗੀ ਆ, ਤਾਂ ਇਹ ਪੁੱਛੇ ਜ਼ਰੂਰ ਉਹਨੂੰ, ਕਾਂਗਰਸ ਦੇ ਲੀਡਰਾਂ ਨੂੰ, ਵੀ ਇਹ ਜਿਹੜੀ ਕਾਬਜ ਜਮਾਤ ਹੈਗੀ ਆ, ਤਾਕਤਵਰ ਜਿਹੜੀ ਜਮਾਤ ਹੈਗੀ ਆ, ਕੀ ਉਹ ਭਾਰਤ ਦਾ ਸ਼ਾਸਨ ਚਲਾਉਣ ਦੇ ਵਿੱਚ ਸਮਰਥ ਹੈ ਜਾਂ ਨਹੀਂ ਹੈ। ਇਹਦੇ ਫਿਰ ਤੀਸਰੇ ਪਾਰਟ ਦੇ ਵਿੱਚ ਆਉਂਦਾ ਹੈਗਾ ਆ। ਹੁਣ ਇਹਦੇ ਵਿੱਚ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਵੀ ਹੁਣ ਆਪਾਂ ਇੰਡੀਆ ਜਿਹੜੀ ਦੇਖਣਾ ਵੀ ਇੰਡੀਆ ਦੇ ਵਿੱਚ ਜਿਹੜੀ ਕਾਬਜ ਜਮਾਤ ਹੈਗੀ ਆ ਉਹ ਕਿਹੜੀ ਆ, ਕਾਬਜ ਜਮਾਤ ਕਿਹੜੀ ਆ ਜਿਹੜੀ ਭਾਰਤ ਦੇ ਵਿੱਚ ਆਜ਼ਾਦੀ ਤੋਂ ਬਾਅਦ ਰੂਲ ਕਰਨਾ ਚਾਹੁੰਦੀ ਆ। ਬਾਬਾ ਸਾਹਿਬ ਕਹਿੰਦੇ ਕਿ ਮੈਨੂੰ ਕੋਈ ਹੈਜ਼ੀਟੇਸ਼ਨ ਨਹੀਂ, ਉਹ ਬ੍ਰਾਹਮਣ ਹੀ ਆ, ਉਹ ਬ੍ਰਾਹਮਣ ਆ ਜਿਹੜੇ ਭਾਰਤ ਦੇ ਵਿੱਚ ਰਾਜ ਕਰਨਾ ਚਾਹੁੰਦੇ ਆ। ਤੇ ਜਿਹੜੇ ਬ੍ਰਾਹਮਣ ਆ ਉਹ ਭਾਵਾਂ ਕਿ ਹੁਣ ਅੱਜ ਦੇ ਜਿਹੜੇ ਬ੍ਰਾਹਮਣ ਆ ਇਹ ਕਹਿਣਗੇ ਬਈ ਮਤਲਬ ਕਿ ਨਹੀਂ ਜੀ ਅਸੀਂ ਗਵਰਨਿੰਗ ਕਲਾਸ ਨਹੀਂ ਹੈਗੇ, ਅਸੀਂ ਕਾਬਜ ਜਿਹੜੇ ਆ ਜਾਂ ਅਸੀਂ ਰੂਲ ਕਰਨ ਵਾਲੀ ਕਲਾਸ ਨਹੀਂ ਹੈਗੇ,
ਪਰ ਬਾਬਾ ਸਾਹਿਬ ਕਹਿੰਦੇ ਇੱਕ ਸਮਾਂ ਸੀ ਜਦੋਂ ਇਹ ਲੋਕ ਆਪਣੇ ਆਪ ਨੂੰ ਭੂਦੇਵਾ ਕਹਿੰਦੇ ਹੁੰਦੇ ਸੀਗੇ। ਭੂ ਭੂਦੇਵ ਦਾ ਅਰਥ ਹੈਗਾ ਕਿ ਗੋਡ ਔਨ ਅਰਥ, ਧਰਤੀ ਉੱਤੇ ਰੱਬ। ਮੈਂ ਆਪਣੇ ਆਪ ਨੂੰ ਧਰਤੀ ਦਾ ਰੱਬ ਕਹਿੰਦੇ ਹੁੰਦੇ ਸੀਗੇ। ਕਹਿੰਦੇ ਹੁਣ ਇਹਨਾਂ ਨੇ ਜਦੋਂ ਇਹ ਸਵਾਲ ਪੁੱਛਣਾ ਆ ਤੇ ਹੁਣ ਇਹਨਾਂ ਦਾ ਮੂੰਹ ਘੁਮਾ ਲਿਆ, ਇਹਨਾਂ ਨੇ ਆਪਣਾ ਮੂੰਹ ਘੁਮਾ ਲੈਣਾ ਹੈਗਾ ਆ। ਇਹਨਾਂ ਨੂੰ ਪੁੱਛਿਓ ਤੁਸੀਂ ਮੂੰਹ ਕਿਉਂ ਘੁਮਾ ਰਹੇ ਆ? ਕੀ ਤੁਹਾਨੂੰ ਹੁਣ ਲੱਜਾ ਆ ਰਹੀ ਹੈ ਵੀ ਜੋ ਤੁਹਾਡੇ ਪੁਰਖਿਆਂ ਨੇ ਇੱਕ ਕਮਿਊਨਿਟੀ ਦੇ ਨਾਲ ਕੀਤਾ, ਉਹਨੂੰ ਹਮੇਸ਼ਾ ਤੋਂ ਹੀ ਵਾਂਝਾ ਰੱਖਿਆ, ਕਿਹਨਾਂ ਚੀਜ਼ਾਂ ਤੋਂ, ਮਨੁੱਖੀ ਲੋੜਾਂ ਤੋਂ ਵਾਂਝਾ ਰੱਖਿਆ, ਕੀ ਤੁਸੀਂ ਇਸ ਕਰਕੇ ਮੂੰਹ ਘੁਮਾ ਲਿਆ ਹੈ ਮੇਰੇ ਸਵਾਲ ਤੋਂ, ਜਾਂ ਤੁਹਾਨੂੰ ਕੋਈ ਸੰਗ ਲੱਗ ਰਹੀ ਹੈ? ਬਾਬਾ ਸਾਹਿਬ ਇਦਾਂ ਸਵਾਲ ਆਪੇ ਹੀ ਕਰਦੇ ਤੇ ਆਪੇ ਹੀ ਉਹਨਾਂ ਨੂੰ ਆਨਸਰ ਦਿੰਦੇ ਆ ਵੀ ਉਹਨਾਂ ਨੇ ਮੂੰਹ ਘੁਮਾ ਲੈਣਾ ਹੈਗਾ ਇਹਦੇ ਵਿੱਚ। ਕਹਿੰਦੇ ਜਿਹੜੀ ਬ੍ਰਾਹਮਣ ਦੇ ਇੱਕ ਕਾਬਜ ਸਮਾਜ ਆ, ਜਿਹੜਾ ਜਮਾਤ ਹੈਗੀ ਆ, ਇਹਦੇ ਉੱਤੇ ਕੋਈ ਸ਼ੰਕਾ ਨਹੀਂ ਹੈਗੀ। ਕਹਿੰਦੇ ਇਹਦੇ ਉੱਤੇ ਜੇ ਆਪਾਂ ਦੇਖਣਾ ਵੀ ਦੋ ਤਰੀਕੇ ਦੇ ਆਪਾਂ ਟੈਸਟ ਲਾ ਕੇ ਦੇਖ ਸਕਦੇ ਹੈਗੇ ਆ। ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਲੋਕ ਇਸ ਜਮਾਤ ਦੇ ਬਾਰੇ ਕੀ ਸੋਚਦੇ ਆ। ਦੂਸਰੇ ਨੰਬਰ ਤੇ ਆਪਾਂ ਇਹ ਦੇਖਣਾ ਹੈਗਾ ਆ ਕਿ ਕਾਰਜ ਪ੍ਰਣਾਲੀ ਦੇ ਵਿੱਚ ਇਹ ਲੋਕ ਕਿੰਨੇ ਡੂੰਘੇ ਬੈਠੇ ਆ, ਜਾਂ ਇਹਨਾਂ ਦੇ ਉੱਤੇ ਕਾਰਜ ਪ੍ਰਣਾਲੀ ਦੇ ਵਿੱਚ ਇਹ ਲੋਕਾਂ ਦਾ ਕਿੰਨਾ ਕਬਜ਼ਾ ਹੈਗਾ ਆ। ਪਹਿਲਾ ਟੈਸਟ ਕਹਿੰਦੇ ਆਪਾਂ ਇਹਨਾਂ ਨੂੰ ਇਹ ਲਾ ਕੇ ਦੇਖਣਾ ਹੈਗਾ ਕਿ ਜਿਹੜੇ ਲੋਕ ਹੈਗੇ ਆ, ਇਹ ਆਮ ਜਿਹੜੇ ਲੋਕ ਹੈਗੇ ਆ, ਬ੍ਰਾਹਮਣਾਂ ਦੇ ਬਾਰੇ ਕੀ ਸੋਚਦੇ ਹੈਗੇ ਆ। ਕਹਿੰਦੇ ਅੱਜ ਵੀ ਜਿਹੜਾ ਭਾਰਤ ਦਾ ਜਿਹੜਾ ਇਨਸਾਨ, ਜਿਹੜਾ ਆਮ ਇਨਸਾਨ ਹੈਗਾ ਆ, ਉਹ ਬ੍ਰਾਹਮਣ ਨੂੰ ਪਵਿੱਤਰ ਮੰਨਦਾ ਆ। ਕਹਿੰਦੇ ਵੀ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਬ੍ਰਾਹਮਣ ਹੁੰਦਾ ਸੀ, ਉਹ ਜਿੰਨਾ ਮਰਜ਼ੀ ਘਿਨਾਉਣਾ ਜਿਹੜਾ ਕੰਮ ਕਰ ਲਵੇ, ਉਹਨੂੰ ਕਦੀ ਵੀ ਫਾਂਸੀ ਨਹੀਂ ਸੀ ਦਿੱਤੀ ਜਾਂਦੀ। ਕਹਿੰਦੇ ਇੱਕ ਪਵਿੱਤਰ ਇਨਸਾਨ ਦੇ ਵਜੋਂ ਉਹਦੇ ਲਈ ਸਾਰੀਆਂ ਸੁੱਖ ਸਹੂਲਤਾਂ ਰਿਜ਼ਰਵ ਰੱਖੀਆਂ ਹੁੰਦੀਆਂ ਸੀਗੀਆਂ। ਮਾਲਾਬਾਰ ਦੇ ਵਿੱਚ ਅੱਜ ਵੀ ਕਹਿੰਦੇ ਜਿੱਥੇ ਸ਼ਬਨੰਬਮ ਮੈਰਿਜ ਹੁੰਦੀ ਆ, ਸ਼ਬ ਆਨੰਦਮ ਮੈਰਿਜ ਹੁੰਦੀ ਆ, ਕਹਿੰਦੇ ਇੱਕ ਸੇਵਕ ਸਮਾਜ ਹੈਗਾ ਆ, ਉਹਨੂੰ ਨਿਆਰੇ ਕਹਿੰਦੇ ਆ, ਉਹ ਹੱਸ ਕੇ ਅੱਜ ਵੀ ਬ੍ਰਾਹਮਣ ਨੂੰ ਜਿਹੜੀ ਆ ਆਪਣੀ ਔਰਤ ਦੇ ਦਿੰਦੇ ਹੈਗੇ, ਉਹਦੀ ਮਿਸਟਰਸ ਬਣ ਕੇ ਉਹ ਰਹਿ ਸਕਦੀ ਆ, ਉਹ ਉਹਨਾਂ ਦੀਆਂ ਔਰਤਾਂ ਦੇ ਉੱਤੇ ਵੀ ਹੱਕ ਰੱਖਦਾ ਹੈਗਾ ਆ। ਇੱਥੇ ਤੱਕ ਕਹਿੰਦੇ ਵੀ ਲੋਕ ਜਿਹੜੇ ਆ ਉਹਨੂੰ ਅੱਜ ਵੀ ਇਸ ਚੀਜ਼ ਨੂੰ ਕਬੂਲ ਕਰਦੇ ਆ। ਕਹਿੰਦੇ ਇੱਕ ਸਮਾਂ ਸੀ ਜਦੋਂ ਜਿਹੜੇ ਰਾਜੇ ਹੁੰਦੇ ਸੀ ਆਪਣੀਆਂ ਰਾਣੀਆਂ ਇਹਨਾਂ ਨੂੰ ਦਿੰਦੇ ਹੁੰਦੇ ਸੀਗੇ। ਕਹਿੰਦੇ ਕਿ देयर वाज अ टाइम, ਇੱਕ ਸਮਾਂ ਸੀ ਜਿਹੜੇ ਸੇਵਕ ਸਮਾਜ ਦੇ ਲੋਕ ਹੁੰਦੇ ਸੀਗੇ, ਉਹ ਉਦ ਤੱਕ ਖਾਣਾ ਨਹੀਂ ਸੀ ਖਾਂਦੇ ਹੁੰਦੇ ਜਦ ਤੱਕ ਬ੍ਰਾਹਮਣ ਦੇ ਜਿਹੜੇ ਪੈਰ ਧੋਤੇ ਹੋਏ ਪਾਣੀ ਨੂੰ ਪੀ ਨਾ ਲੈਣ। ਉਹ ਪੀਣ ਤੋਂ ਬਾਅਦ ਹੀ ਉਹ ਖਾਣਾ ਖਾਂਦੇ ਹੁੰਦੇ ਸੀ। ਕਹਿੰਦੇ ਜਦੋਂ ਬ੍ਰਿਟਿਸ਼ ਗਵਰਨਮੈਂਟ ਆਈ ਆ, ਉਹਨੇ ਇੱਕ ਬਰਾਬਰ ਦਾ ਰਾਜ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਿਹੜੀਆਂ ਸਹੂਲਤਾਂ ਬ੍ਰਾਹਮਣ ਨੂੰ ਦਿੱਤੀਆਂ ਸੀ, ਉਹ ਸਾਰੀਆਂ ਨੂੰ ਬੰਦ ਕਰ ਦਿੱਤਾ ਗਿਆ ਇੱਕ ਸਮੇਂ ਦੇ ਵਿੱਚ ਆ ਕੇ। ਕਹਿੰਦੇ ਪਰ ਫਿਰ ਵੀ ਇਨ ਸਪਾਈਟ ਆਫ ਦੈਟ, ਫਿਰ ਵੀ ਉਹ ਚੀਜ਼ਾਂ ਚੱਲਦੀਆਂ ਰਹੀਆਂ। ਅੱਜ ਵੀ ਜਿਹੜਾ ਬ੍ਰਾਹਮਣ ਹੈਗਾ ਆ, ਉਹਨੂੰ ਪਵਿੱਤਰ ਮੰਨਿਆ ਜਾਂਦਾ ਆ। ਤੇ ਜਿਹੜੇ ਸੇਵਕ ਸਮਾਜ ਦੇ ਲੋਕ ਹੈਗੇ ਆ, ਸੇਵਕ ਜਮਾਤ ਦੇ ਲੋਕ ਹੈਗੇ ਆ, ਉਹਨੂੰ ਅੱਜ ਵੀ ਸਵਾਮੀ ਜਾਂ ਪ੍ਰਭੂ ਕਹਿ ਕੇ ਬੁਲਾਉਂਦੇ ਆ। ਦੂਸਰੀ ਚੀਜ਼ ਕਹਿੰਦੇ ਜਿਹੜੀ ਮੈਂ ਟੈਸਟ ਤੇ ਰੱਖੀ ਹੈਗੀ ਆ, ਉਹ ਦੇਖਣੀ ਹੈਗੀ ਆ ਕਿ ਕਾਰਜ ਪ੍ਰਣਾਲੀ ਦੇ ਵਿੱਚ ਉਹਨਾਂ ਦਾ ਕਿੰਨਾ ਕੁ ਹਾਲੇ ਵੀ ਉਹਨਾਂ ਦਾ ਕਬਜ਼ਾ ਹੈਗਾ ਆ। ਕਹਿੰਦੇ ਵੀ ਇਹਦੇ ਵਿੱਚ ਕਹਿੰਦੇ ਵੀ ਮੈਂ ਮਦਰਾਸ ਪ੍ਰੈਜ਼ੀਡੈਂਸੀ ਦਾ ਟੇਬਲ ਨੰਬਰ 17 ਦੇ ਰਿਹਾ ਹੈਗਾ ਆ, ਤੇ ਉਹਦੇ ਵਿੱਚ ਤੁਸੀਂ ਦੇਖੋਗੇ ਕਿ ਜਿਹੜੀਆਂ ਗੈਸਟਡ ਪੋਸਟ ਹੈਗੀਆਂ ਆ, ਉਹ 1943 ਦੀਆਂ ਦਿੱਤੀਆਂ ਹੋਈਆਂ। ਕਹਿੰਦੇ ਬਾਕੀ ਪ੍ਰੈਜ਼ੀਡੈਂਸੀਆਂ ਦੇ ਵਿੱਚ ਵੀ ਐਸੇ ਤਰੀਕੇ ਦੀ ਤੁਹਾਨੂੰ ਰਿਜ਼ਲਟ ਮਿਲਣਗੇ, ਐਸੇ ਤਰੀਕੇ ਦਾ ਤੁਹਾਨੂੰ ਟੇਬਲ ਮਿਲੂਗਾ। ਪਰ ਸਾਡੀ ਗੱਲ ਜਿਹੜਾ ਤੱਥ ਸਿੱਧ ਕਰਨ ਨੂੰ ਇਹ ਗੱਲ ਬਹੁਤ ਆ ਇੱਥੇ ਵੀ ਜਿਹੜਾ ਮੈਂ ਟੇਬਲ ਦਿੱਤਾ ਆ, ਵੀ ਤੁਹਾਨੂੰ ਆਈਡੀਆ ਲੱਗ ਜਾਣਾ ਕਿ ਬ੍ਰਾਹਮਣ ਜਿਹੜੇ ਆ ਘੱਟ ਗਿਣਤੀਆਂ ਦੇ ਵਿੱਚ ਹੋਣ ਦੇ ਉੱਤੇ ਵੀ ਉਹ ਐਡਮਿਨਿਸਟ੍ਰੇਸ਼ਨ ਦੇ ਉੱਤੇ ਪੂਰਾ ਕਬਜ਼ਾ ਕਰੀ ਬੈਠੇ ਆ। ਹੁਣ ਜਦੋਂ ਅਸੀਂ ਟੇਬਲ ਦੇਖਦੇ ਆ, ਮੈਂ ਇਕੱਲੇ ਬ੍ਰਾਹਮਣਾਂ ਦੀ ਗੱਲ ਕਰਾਂਗਾ ਵੀ ਬ੍ਰਾਹਮਣ ਜਿਹੜੇ ਆ ਪੋਪੂਲੇਸ਼ਨ ਦੇ ਵਿੱਚ 15 ਲੱਖ ਆ, ਉਹਨਾਂ ਦੀ ਪਰਸੈਂਟੇਜ ਜਿਹੜੀ ਆ ਉਹ 3% ਆ ਪੋਪੂਲੇਸ਼ਨ ਪਰਸੈਂਟੇਜ, ਪਰ ਉਹ 2200 ਪੋਸਟਾਂ ਵਿੱਚੋਂ 820 ਤੇ ਕਾਬਜ ਬੈਠਾ ਆ, 820 ਤੇ ਕਾਬਜ ਬੈਠਾ ਆ। ਤੇ ਇਹਦੇ ਵਿੱਚ ਪਰਸੈਂਟੇਜ ਦੇਖਦੇ ਤੇ 37% ਜਿਹੜੀਆਂ ਜੌਬਾਂ ਹੈਗੀਆਂ ਆ ਉਹ ਹੋਲਡ ਕਰਕੇ ਬੈਠਾ। ਇਦਾਂ ਟੇਬਲ ਦੇ ਰਿਹਾ ਬਾਬਾ ਸਾਹਿਬ। ਤੇ ਬਾਕੀ ਪ੍ਰੈਜ਼ੀਡੈਂਸੀਆਂ ਦੇ ਵਿੱਚ ਵੀ ਉਹ ਘੱਟ ਗਿਣਤੀ ਦੇ ਬਾਵਜੂਦ ਵੀ ਉਹ ਕਾਬਜ, ਅੱਜ ਵੀ ਟਰੂ ਆ ਇਹ ਗੱਲ, ਇਦਾਂ ਹੀ ਚੱਲ ਰਿਹਾ ਆ। ਹੁਣ ਕਹਿੰਦੇ ਹੈਗੇ ਕਿ ਇੱਕ ਸਮਾਂ ਸੀਗਾ ਕਿ ਬ੍ਰਾਹਮਣ ਦਾ ਅਲਾਈਅੰਸ ਹੋਇਆ ਸੀਗਾ ਕਸ਼ਤਰੀਆਂ ਦੇ ਨਾਲ। ਕਿਉਂ ਕਸ਼ਤਰੀਆਂ ਦੇ ਨਾਲ ਇਤਿਹਾਸ ਦੇ ਵਿੱਚ ਹੋਇਆ ਸੀ? ਉਹ ਕਿਉਂਕਿ ਉਸ ਵੇਲੇ ਕਸ਼ਤਰੀਆਂ ਦੀ ਲੋੜ ਸੀ, ਉਹਦੀ ਤਲਵਾਰ ਦੀ ਲੋੜ ਸੀ। ਅੱਜ ਬ੍ਰਾਹਮਣਾਂ ਦਾ ਅਲਾਈਅੰਸ ਜਿਹੜਾ ਆ ਪ੍ਰੈਜ਼ੈਂਟ ਡੇ ਦੇ ਵਿੱਚ ਇਹ ਬਾਣੀਆਂ ਦੇ ਨਾਲ ਹੋ ਗਿਆ, ਕਿਉਂਕਿ ਅੱਜ ਤਲਵਾਰ ਦੀ ਲੋੜ ਨਹੀਂ ਹੈ, ਅੱਜ ਪੈਸੇ ਦੀ ਲੋੜ ਆ। ਹੁਣ ਬਾਬਾ ਸਾਹਿਬ ਦੱਸਦੇ ਹੈਗੇ ਆ ਕਿ ਜਿਹੜੇ ਪੈਸੇ ਆ ਇਹ ਬਾਣੀਆਂ ਤੋਂ ਆਉਂਦੇ ਆ, ਤੇ ਜਿਹੜੇ ਬਾਣੀ ਹੈਗੇ ਆ ਉਹ ਕਾਂਗਰਸ ਨੂੰ ਬਹੁਤ ਵੱਡੇ ਲੈਵਲ ਤੇ ਫੰਡ ਦੇ ਰਹੇ ਹੈਗੇ ਆ। ਤੇ ਜਿਹੜਾ ਮਿਸਟਰ ਗਾਂਧੀ ਆ ਉਹ ਖੁਦ ਬਾਣੀਆਂ ਹੈਗਾ ਆ। ਤੇ
ਬਾਣੀਆਂ ਨੂੰ ਵੀ ਇਹ ਲੱਗਦਾ ਹੈਗਾ ਕਿ ਜਿਹੜੀ ਪੋਲਿਟਿਕਸ ਹੈਗੀ ਆ ਇਹਦੇ ਵਿੱਚ ਜੇ ਅਸੀਂ ਪੈਸੇ ਲਾਵਾਂਗੇ ਤੇ ਸਾਨੂੰ ਇਹਦਾ ਵਿਆਜ ਜਿਹੜਾ ਸਾਨੂੰ ਮੁਨਾਫਾ ਆ ਉਹ ਬਹੁਤ ਆਉਣਾ ਹੈਗਾ ਆ। ਇਸ ਕਰਕੇ ਜਿਹੜੀ ਕਾਂਗਰਸ ਹੈਗੀ ਜਿਹੜੇ ਬਾਣੀਏ ਹੈਗੇ ਆ ਉਹ ਕਾਂਗਰਸ ਨੂੰ ਫੰਡ ਦੇ ਰਹੀ ਹੈਗੀ ਆ, ਤੇ ਬ੍ਰਾਹਮਣ ਜਿਹੜਾ ਆ ਇਹ ਮੌਕਾ ਗਵਾਉਣਾ ਨਹੀਂ ਚਾਹੁੰਦਾ, ਉਹ ਉਹਨਾਂ ਤੋਂ ਪੈਸੇ ਲੈ ਰਿਹਾ ਹੈਗਾ ਆ। ਤੇ ਕਹਿੰਦੇ ਹੁਣ ਜਦੋਂ ਆਪਾਂ ਇਹ ਦੇਖਦੇ ਆ ਕਿ ਐਟੀਟਿਊਡ ਕੀ ਹੈਗਾ ਆ ਗਵਰਨਿੰਗ ਕਲਾਸ ਦਾ, ਜਿਹੜੀ ਕਾਬਜ ਸਮਾਜ ਆ, ਕਾਬਜ ਜਮਾਤ ਹੈਗੀ ਆ, ਉਹਦਾ ਦੂਸਰੀਆਂ ਜਮਾਤਾਂ ਨੂੰ ਲੈ ਕੇ, ਜਿਹੜੀਆਂ ਛੋਟੀਆਂ ਜਮਾਤਾਂ ਹੈਗੀਆਂ ਆ, ਅਛੂਤ ਲੋਕ ਹੈਗੇ ਆ, ਉਹਨਾਂ ਨੂੰ ਲੈ ਕੇ ਉਹਨਾਂ ਦਾ ਕੀ ਵਤੀਰਾ ਹੈਗਾ ਆ। ਤੇ ਕਹਿੰਦੇ ਇਹ ਵੀ ਬੜਾ ਇੰਪੋਰਟੈਂਟ ਆ ਲੋਕਾਂ ਨੂੰ ਦੱਸਣਾ। ਇਹਦੀ ਐਗਜ਼ਾਮਪਲ ਫਿਰ ਦੱਸਦੇ ਆ, ਕਹਿੰਦੇ ਵੀ ਜਿਹੜੇ ਬ੍ਰਾਹਮਣ ਹੈ ਨਾ ਇਸ ਚੀਜ਼ ਨੂੰ ਲੈ ਕੇ ਬਹੁਤ ਕੌਨਸ਼ੀਅਸ ਆ, ਬਹੁਤ ਜ਼ਿਆਦਾ ਉਹ ਸੋਚਦੇ ਆ ਵੀ ਹਾਂ ਵੀ ਅਸੀਂ ਬ੍ਰਾਹਮਣ ਆ ਤੇ ਅਸੀਂ ਸੁਪਰੀਮ ਹੈਗੇ ਆ। ਇਹ ਉਹਨਾਂ ਦੇ ਦਿਲ ਦੇ ਵਿੱਚ ਗੱਲ ਕਰਕੇ ਜਿਹੜੀ ਗੱਲ ਹੈਗੀ ਆ ਉਹ ਘਰ ਕਰਕੇ ਬੈਠੀ ਹੋਈ ਆ। ਐਗਜ਼ਾਮਪਲ ਦਿੰਦੇ ਆ, ਕਹਿੰਦੇ ਜਿਹੜਾ ਮਿਸਟਰ ਤਿਲਕ ਹੈਗੇ ਆ, ਕਹਿੰਦਾ ਉਹ ਕਦੀ ਵੀ ਆਪਣੇ ਆਪ ਨੂੰ ਭੁੱਲਿਆ ਨਹੀਂ ਕਿ ਮੈਂ ਬ੍ਰਾਹਮਣ ਹੈਗਾ ਆ। ਇਸੇ ਤਰੀਕੇ ਨਾਲ ਕਹਿੰਦੇ ਵੀ ਇੱਕ ਲੇਖਕ ਹੋਇਆ ਜਿਹਨੇ ਲਾਈਫ ਆਫ ਪੰਡਿਤ ਜਵਾਹਰ ਲਾਲ ਨਹਿਰੂ ਲਿਖੀ ਆ, ਉਹਦਾ ਨਾਮ ਹੈਗਾ YG ਕ੍ਰਿਸ਼ਨਾ ਮੂਰਤੀ। ਉਹ ਲਿਖਦਾ ਹੈਗਾ ਆ ਕਿ ਜਿਹੜਾ ਪੰਡਿਤ ਜਵਾਹਰ ਲਾਲ ਨਹਿਰੂ ਆ ਤੇ ਉਹਦੀ ਸਿਸਟਰ ਵਿਜੇ ਲక్ష్ਮਾ ਪੰਡਿਤ ਸੀਗੀ, ਉਹਨਾਂ ਨੂੰ ਇਸ ਗੱਲ ਦਾ ਬਹੁਤ ਗਰੂਰ ਸੀਗਾ ਕਿ ਅਸੀਂ ਮਤਲਬ ਕਿ ਬ੍ਰਾਹਮਣ ਖਾਨਦਾਨ ਦੇ ਵਿੱਚੋਂ ਆ। ਕਹਿੰਦੇ ਵੀ ਜਿਹੜਾ ਵੱਲਭ ਭਾਈ ਪਟੇਲ ਆ ਉਹ ਵੀ ਇਸ ਜਿਹੜੀ ਫੀਲਿੰਗ ਸੀਗੀ ਉੱਪਰਲੀ ਕਲਾਸ ਦਾ ਹੋਣ ਦਾ, ਉਹ ਵੀ ਇਹ ਫੀਲਿੰਗ ਤੋਂ ਦੂਰ ਨਹੀਂ ਹੋ ਸਕਿਆ। ਉਹਦੇ ਅੰਦਰ ਵੀ ਇਹ ਪੂਰੀ ਫੀਲਿੰਗ ਸੀਗੀ। ਕਹਿੰਦੇ ਜਿਹਨੂੰ ਆਪਾਂ ਸਵਰਾਜ ਮੂਵਮੈਂਟ ਦਾ ਪਤਾਮਾ ਕਹਿੰਦੇ ਆ ਮਿਸਟਰ ਤਿਲਕ, ਕਹਿੰਦੇ ਵੀ ਉਹਨੂੰ ਆਪਾਂ ਕਹਿੰਦੇ ਆ ਇਹ ਸਵਰਾਜ ਮੂਵਮੈਂਟ ਦਾ ਪਿਤਾਮਾ। ਉਹ ਇਸ ਗੱਲ ਨੂੰ ਲੈ ਕੇ ਬੜਾ ਗਰੂਰ ਵਿੱਚ ਰਹਿੰਦਾ ਸੀ ਕਿ ਮੈਂ ਵੀ ਬ੍ਰਾਹਮਣ ਹੀ ਹਾਂ, ਬਾਕੀ ਸਮਾਜ ਦੇ ਲੋਕਾਂ ਨਾਲੋਂ ਉੱਤੇ ਆ। ਤੇ ਹੁਣ ਬਾਬਾ ਸਾਹਿਬ ਇਹ ਤੇ ਐਗਜ਼ਾਮਪਲ ਦਿੰਦੇ ਹੈਗੇ ਆ, ਤੇ ਉਹ ਇਹ ਦੱਸਦੇ ਹੈਗੇ ਆ ਕਿ ਇਹ ਕਹਿੰਦੇ ਹੈਗੇ ਆ ਕਿ ਜਿਹੜੀ ਬ੍ਰਾਹਮਣ ਜਮਾਤ ਹੈਗੀ ਆ ਇਹ ਸਭ ਨਾਲ ਵਧੀਆ ਹੈ, ਤੇ ਬਾਕੀ ਜਿਹੜੇ ਘਿਨਾਉਣੇ ਲੋਕ ਹੈਗੇ ਆ ਤੇ ਇਹ ਸਿਰਫ ਸੇਵਾ ਦੇ ਲਈ ਰੱਖਣੇ ਚਾਹੀਦੇ ਆ। ਇਹਨਾਂ ਨੂੰ ਰੂਲ ਕਰਨ ਦੇ ਲਈ ਸ਼ਾਸਨ ਪ੍ਰਸ਼ਾਸਨ ਦੇ ਵਿੱਚ ਹਿੱਸੇਦਾਰੀ ਨਹੀਂ ਹੋਣੀ ਚਾਹੀਦੀ। ਇਹਨਾਂ ਦੇ ਬਿਆਨ ਬਾਬਾ ਸਾਹਿਬ ਥੱਲੇ ਲਾਉਂਦੇ ਆ ਵੀ ਕੀ ਹੋਇਆ ਸੀ। ਕਹਿੰਦੇ ਵੀ 1918 ਦੇ ਵਿੱਚ ਕਹਿੰਦੇ ਵੀ ਜਿਹੜੇ ਨਾਨ ਬ੍ਰਾਹਮਣ ਤੇ ਬੈਕਵਰਡ ਕਲਾਸਿਸ ਦੇ ਲੋਕ ਸੀ, OBC ਦੀ ਮੈਂ ਗੱਲ ਕਰਨ ਲੱਗਾ ਇੱਥੇ, ਵੀ ਜਿਹੜੇ ਨਾਨ ਬ੍ਰਾਹਮਣ ਤੇ ਬੈਕਵਰਡ ਕਲਾਸਿਸ ਦੇ ਕੁਝ ਲੋਕ ਸੀ, ਉਹਨਾਂ ਨੇ ਸੈਪਰੇਟ ਰਿਪਰੈਜ਼ੈਂਟੇਸ਼ਨ ਦੀ ਵਿਧਾਨ ਸਭਾ ਦੇ ਵਿੱਚ ਮੰਗ ਕੀਤੀ। ਤੇ ਮਿਸਟਰ ਜਿਹੜਾ ਤਿਲਕ ਸੀਗਾ, ਕਹਿੰਦੇ ਉਹਦੀ ਇੱਕ ਪਬਲਿਕ ਮੀਟਿੰਗ ਸ਼ੋਲਾਪੁਰ ਦੇ ਵਿੱਚ ਹੋਈ, ਤੇ ਕਹਿੰਦੇ ਉਹਨੇ ਇਹ ਗੱਲ ਬੜੀ ਕਹੀ, ਕਹਿੰਦਾ ਮੈਨੂੰ ਇਹ ਸਮਝ ਨਹੀਂ ਲੱਗਦੀ ਜਿਹੜੇ ਤੇਲੀ ਹੈਗੇ ਆ, ਜਿਹੜੇ ਤੰਬੋਲੀ ਹੈਗੇ ਆ, ਤਾਂ ਜਿਹੜੇ ਧੋਬੀ ਹੈਗੇ ਆ, ਉਹ ਲੈਜਿਸਲੇਚਰ ਦੇ ਵਿੱਚ ਆ ਕੇ, ਵਿਧਾਨ ਸਭਾ ਦੇ ਵਿੱਚ ਆ ਕੇ ਉਹਨੇ ਕੀ ਕਰਨਾ, ਕਹਿੰਦੇ ਹਨਾ। ਤੇ ਕਹਿੰਦੇ ਉਹਨਾਂ ਦਾ ਕਾਨੂੰਨ ਜਿਹੜਾ ਆ ਸਾਡੇ ਹਿੰਦੂ ਧਰਮ ਦੇ ਅਕੋਰਡਿੰਗਲੀ, ਉਹਨਾਂ ਦਾ ਜਿਹੜਾ ਧਰਮ ਹੈਗਾ ਆ ਉਹ ਕਾਨੂੰਨਾਂ ਦੀ ਪਾਲਣਾ ਕਰਨਾ ਆ, ਨਾ ਕਿ ਬਣਾਉਣਾ ਆ। ਕਹਿੰਦੇ ਇੱਕ ਵਾਰੀ ਕੀ ਗੱਲ ਹੋਈ, 1942 ਦੀ ਗੱਲ ਆ, ਲਾਰਡ ਲਿਨਲਿਥਗ੍ਰੋ ਜਿਹੜਾ ਹੈਗਾ ਸੀਗਾ, ਉਹਨੇ 52 ਭਾਰਤੀ ਜਿਹੜੇ ਹੈਗੇ ਆ ਉਹ ਮੀਟਿੰਗ ਦੇ ਵਿੱਚ ਬੁਲਾਏ। ਉਹਦੇ ਵਿੱਚ ਉਹਨਾਂ ਵਿੱਚ ਇਹ ਤੈਅ ਕਰਨਾ ਸੀ ਕਿ ਅਸੀਂ ਬਾਕੀ ਭਾਰਤੀਆਂ ਦਾ ਕਿਸ ਤਰੀਕੇ ਦਾ ਸਹਿਯੋਗ ਲੈ ਸਕਦੇ ਹਾਂ, ਤਾਂ ਕਿ ਜਿਹੜੀ ਵਾਰ ਦੇ ਵਿੱਚ ਵਰਲਡ ਵਾਰ ਜਿਹੜੀ ਹੈਗੀ ਉਹਦੀ ਲੜਾਈ ਦੇ ਵਿੱਚ ਬਾਕੀ ਭਾਰਤੀਆਂ ਦੇ ਯੋਗਦਾਨ ਦੇ ਨਾਲ ਜੇ ਅਸੀਂ ਭਰਤੀ ਕਰਦੇ ਹਾਂ ਤੇ ਕਿਸ ਤਰੀਕੇ ਦਾ ਸਾਨੂੰ ਭਾਰਤੀ ਲੋਕਾਂ ਤੋਂ ਸਾਨੂੰ ਯੋਗਦਾਨ ਮਿਲ ਸਕਦਾ, ਕਿਸ ਤਰੀਕੇ ਦਾ ਸਹਿਯੋਗ ਮਿਲ ਸਕਦਾ ਜੇ ਅਸੀਂ ਭਰਤੀ ਕਰਦੇ ਹਾਂ। ਤੇ ਉਹਦੇ ਲਈ ਕਹਿੰਦੇ ਵੀ ਮੀਟਿੰਗ ਬੁਲਾਈ ਹੋਈ ਸੀ, ਉਹਦੇ ਵਿੱਚ ਸ਼ਡਿਊਲਡ ਕਾਸਟ ਦੇ ਮੈਂਬਰ ਵੀ ਇਨਵੋਲਵ ਸੀਗੇ। ਤੇ ਵੱਲਭ ਭਾਈ ਪਟੇਲ ਜਿਹੜਾ ਸੀਗਾ, ਤੇ ਉਹ ਇਸ ਚੀਜ਼ ਨੂੰ ਦੇਖ ਕੇ ਸੜ ਗਿਆ ਕਿ ਇਹਦੇ ਵਿੱਚ ਇਸ ਮੀਟਿੰਗ ਦੇ ਵਿੱਚ ਅਛੂਤ ਵੀ ਬੈਠੇ ਆ। ਤੇ ਉਹਦੇ ਵਿੱਚ ਜਿਹੜਾ ਉਹ ਬੋਲਿਆ ਉਹਨੇ, ਉਹ ਜਦੋਂ ਮੀਟਿੰਗ ਓਵਰ ਹੋ ਗਿਆ, ਈਵੈਂਟ ਓਵਰ ਹੋ ਗਿਆ, ਤੇ ਅਹਿਮਦਾਬਾਦ ਦੇ ਵਿੱਚ ਆਪਣੀ ਸਪੀਚ ਵਿੱਚ ਕਹਿ ਰਿਹਾ ਸੀਗਾ ਕਿ ਉੱਥੇ ਅਸੀਂ ਗਏ ਸੀਗੇ ਤੇ ਉੱਥੇ ਫਲਾਣੇ ਸਮਾਜ ਦੇ ਬੰਦੇ ਆਏ ਹੋਏ ਸੀ, ਤੇ ਨਾਲ ਕਹਿੰਦੇ ਵੀ ਗੰਚਿਸ ਜਿਹਨੂੰ ਕਹਿੰਦੇ ਤੇਲੀ ਹੁੰਦੇ ਆ, ਤੇ ਮੋਚੀ ਹੁੰਦੇ ਆ, ਤੇ ਹੋਰ ਛੋਟੀਆਂ ਜਾਤਾਂ ਦੇ ਕਹਿੰਦਾ ਲੋਕ ਆਏ ਹੋਏ ਸੀ। ਬਾਬਾ ਸਾਹਿਬ ਕਹਿੰਦੇ ਜਿਹੜੀ ਨਾ ਜਿਹੜੇ ਇਹ ਸਟਿੰਗਿੰਗ ਵਰਡ ਆ, ਚੁਭਵੇਂ ਜਿਹੜੇ ਸ਼ਬਦ ਆ, ਇੱਥੋਂ ਤੁਹਾਨੂੰ ਇਹ ਆਈਡੀਆ ਲੱਗਣਾ ਚਾਹੀਦਾ, ਜਿਹੜੇ ਫੋਰਨਰਸ ਲੋਕ ਹੈਗੇ ਆ, ਫੋਰਨਰ ਦੇ ਲੋਕ ਹੈਗੇ ਆ, ਉਹਨਾਂ ਨੂੰ ਇਹ ਆਈਡੀਆ ਲੱਗਣਾ ਚਾਹੀਦਾ ਕਿ ਇਹਨਾਂ ਨੂੰ ਸਾਡਾ ਵਿਧਾਨ ਸਭਾ ਦੇ ਵਿੱਚ ਜਾਣਾ ਵੀ ਇਹਨਾਂ ਨੂੰ ਦੁਸ਼ਵਾਰ ਆ, ਉਹ ਵੀ ਦੇਖਣਾ ਨਹੀਂ ਸਾਨੂੰ ਚਾਹੁੰਦੇ। ਫਿਰ ਲੜਾਈ ਕਿਹਨਾਂ ਦੀ, ਇਹ ਆਜ਼ਾਦੀ ਦੀ ਲੜ ਰਹੇ ਹੈਗੇ ਆ। ਹੁਣ ਅੱਗੇ ਦੱਸਦੇ ਹੈਗੇ ਆ ਕਿ ਜਦੋਂ 1919 ਦੇ ਵਿੱਚ ਗਾਂਧੀ ਨੇ ਕਾਂਗਰਸ ਨੂੰ ਕੈਪਚਰ ਕੀਤਾ, ਇਹਨਾਂ ਨੇ ਕੀ ਕੀਤਾ, ਇਹਨਾਂ ਨੇ ਵਿਧਾਨ ਸਭਾ ਦਾ ਬਾਈਕਾਟ ਕਰ ਦਿੱਤਾ। ਕਹਿੰਦੇ ਇਹਨਾਂ ਨੇ ਸਵਰਾਜ ਰੈਜ਼ੋਲੂਸ਼ਨ ਮਤੇ ਦੇ ਵਿੱਚ ਜਿਹੜੀ ਸਵਰਾਜ ਅੰਦੋਲਨ ਸ਼ੁਰੂ ਕੀਤਾ ਸੀਗਾ, ਉਹਦਾ ਮਤਾ ਇਹ ਪਾਇਆ ਸੀਗਾ ਕਿ ਜਿਹੜੇ ਜਿੰਨੀਆਂ ਵੀ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈਗੀ ਆ, ਜਿੰਨੀਆਂ ਵੀ ਉਹ ਸੇਵਾਵਾਂ ਦੇ ਰਹੀ ਆ, ਅਸੀਂ ਉਹ ਸਾਰੀਆਂ ਲੈਣੀਆਂ ਬੰਦ ਕਰ ਦੇਣੀਆਂ ਆ। ਦੂਸਰੇ ਨੰਬਰ ਉੱਤੇ ਵੀ ਅਸੀਂ ਕੋਈ ਵੀ ਬੰਦਾ ਸਾਡਾ ਇਲੈਕਸ਼ਨ ਤੋਂ ਨਹੀਂ ਖੜੂਗਾ, ਅਸੀਂ ਜਿਹੜਾ ਗੋਰਿਆਂ ਦੀ ਸਰਕਾਰ ਦੇ ਵਿੱਚ ਆਪਣੇ ਨੁਮਾਇੰਦੇ ਨਹੀਂ ਭੇਜਾਂਗੇ। ਕਾਂਗਰਸ ਨੇ ਇਹ ਮਤਾ ਪਾਇਆ। ਪਰ ਕਹਿੰਦੇ ਵੀ ਜਦੋਂ ਇਹ ਦੇਖਿਆ ਕਿ ਕਾਂਗਰਸ ਨੇ ਤਾਂ ਮਤਾ ਪਾ ਲਿਆ, ਪਰ ਜਿਹੜੇ ਹੋਰ ਹਿੰਦੂ ਸੀਗੇ ਉਹ ਆਜ਼ਾਦ ਖੜਨੇ ਸ਼ੁਰੂ ਹੋ ਗਏ। ਹੁਣ ਕੀ ਹੋਇਆ, ਕਹਿੰਦੇ ਕਈ ਕਿਹੜੇ ਢੰਗ ਤਰੀਕੇ ਪਾਏ ਕਾਂਗਰਸ ਨੇ ਵੀ ਇਹਨਾਂ ਨੂੰ ਰੋਕਿਆ ਜਾਵੇ। ਹੁਣ ਕਹਿੰਦੇ ਵੀ ਇਹਨਾਂ ਨੇ
ਉਸ ਢੰਗ ਤਰੀਕੇ ਦਾ ਨਾਮ ਹੈਗਾ ਨਫ਼ਰਤ। ਉਸ ਤਰੀਕੇ ਦਾ ਨਾਮ ਹੈਗਾ ਨਫ਼ਰਤ। ਇਹਨਾਂ ਨੇ ਨਫ਼ਰਤ ਫੈਲਾਉਣੀ ਸ਼ੁਰੂ ਕੀਤੀ। ਕਿੱਦਾਂ ਨਫ਼ਰਤ ਫੈਲਾਉਣੀ ਸ਼ੁਰੂ ਕੀਤੀ? ਵੀ ਜੇ ਕੋਈ ਹਿੰਦੂ ਕੈਂਡੀਡੇਟ ਆਜ਼ਾਦ ਖੜਦਾ ਸੀ, ਉਹਨੂੰ ਇਹ ਕਿਹਾ ਜਾਂਦਾ ਸੀ ਵੀ ਤੂੰ ਨਾ ਖੜ, ਤੈਨੂੰ ਸੈਂਟਰ ਦੇ ਵਿੱਚ ਜਾ ਕੇ ਜਾਂ ਤੈਨੂੰ ਵਿਧਾਨ ਸਭਾ ਦੇ ਵਿੱਚ ਜਾ ਕੇ ਤੈਨੂੰ ਨਾਈਆਂ ਦੇ ਨਾਲ, ਤੈਨੂੰ ਤੇਲੀਆਂ ਨਾਲ, ਤੈਨੂੰ ਆਪਣੇ ਮੋਚੀਆਂ ਦੇ ਨਾਲ ਬਹਿਣਾ ਪੈਣਾ ਆ, ਤੁਹਾਨੂੰ ਝਾੜੂ ਲਾਉਣ ਵਾਲਿਆਂ ਨਾਲ ਬਹਿਣਾ ਪੈਣਾ ਆ, ਇਸ ਕਰਕੇ ਤੁਸੀਂ ਸੀਟ ਦੇ ਉੱਤੇ ਖੜੇ ਨਾ ਹੋਵੋ। ਇਦਾਂ ਦੀਆਂ ਜਿਹੜੇ ਪ੍ਰੋਪੇਗੰਡੇ ਕੀਤੇ ਜਾਂਦੇ ਸੀ। ਕਹਿੰਦੇ ਬਹੁਤ ਜਲਦੀ ਕਾਂਗਰਸ ਨੇ ਇੱਕ ਮੂਵਮੈਂਟ ਖੜੀ ਕੀਤੀ ਜਿਹਦੇ ਵਿੱਚ ਲੋਕ ਪੋਸਟਰ ਲੈ ਕੇ ਖੜੇ ਹੁੰਦੇ ਸੀ ਤੇ ਨਾਅਰੇ ਲਾਉਂਦੇ ਹੁੰਦੇ ਸੀਗੇ ਕਿ ਵਿਧਾਨ ਸਭਾ ਦੇ ਵਿੱਚ ਕੌਣ ਜਾਵੇਗਾ। ਤੇ ਇੱਕ ਬੰਦਾ ਇਹ ਕਹਿੰਦਾ ਸੀਗਾ ਕਿ ਹੂ ਵਿਲ ਗੋ ਇਨ ਦਾ ਲੈਜਿਸਲੇਚਰ, ਵੀ ਵਿਧਾਨ ਸਭਾ ਦੇ ਵਿੱਚ ਕੌਣ ਜਾਵੇਗਾ। ਤੇ ਦੂਸਰਾ ਬੰਦੇ ਜਿਹੜੇ ਨਾਲ ਖੜੇ ਹੁੰਦੇ ਸੀ ਉਹ ਇਹ ਕਹਿੰਦੇ ਹੁੰਦੇ ਸੀਗੇ ਕਿ ਨਾਈ, ਤੇਲੀ ਅਤੇ ਘੁਮਿਆਰ ਤੇ ਚੂੜੇ ਇਹ ਜਾਣਗੇ। ਕਹਿੰਦੇ ਇਦਾਂ ਦੇ ਸਲੋਗਨ ਕਾਂਗਰਸ ਮਰਵਾਉਂਦੀ ਹੁੰਦੀ ਸੀ। ਫਿਰ ਇਹਨਾਂ ਨੇ ਕੀ ਕੀਤਾ? ਕਹਿੰਦੇ ਕਿ ਪਲਾਨ ਸ਼ੁਰੂ ਕੀਤਾ ਕਿ ਜਦੋਂ ਇਹਨਾਂ ਦਾ ਪਲਾਨ ਫੇਲ ਹੋ ਗਿਆ ਕਿ ਆਜ਼ਾਦ ਜਿਹੜੇ ਬੰਦੇ ਹੈਗੇ ਆ ਉਹ ਫੇਰ ਵੀ ਖੜਨੋਂ ਨਹੀਂ ਹਟੇ, ਇਹਨਾਂ ਨੇ ਕੀ ਕੀਤਾ? ਅਛੂਤਾਂ ਨੂੰ ਕਾਂਗਰਸ ਵੱਲੋਂ ਟਿਕਟਾਂ ਦੇਣੀਆਂ ਸ਼ੁਰੂ ਕੀਤੀਆਂ ਤਾਂ ਕਿ ਇਹ ਸੈਂਟਰ ਲੈਜਿਸਲੇਟਿਵ ਲੋਕ ਸਭਾ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਅਛੂਤ ਜਾਣ। ਅਛੂਤ ਜਦੋਂ ਉੱਥੇ ਜਾਣਗੇ ਆਟੋਮੈਟਿਕਲੀ ਜਿਹੜੇ ਅਪਰ ਕਾਸਟ ਹਿੰਦੂ ਆ ਉਹ ਵਿਧਾਨ ਸਭਾ ਦੇ ਵਿੱਚ ਜਾਂ ਲੋਕ ਸਭਾ ਦੇ ਵਿੱਚ ਜਾਣਾ ਬੰਦ ਕਰ ਦੇਣਗੇ। ਕਹਿੰਦੇ 1920 ਦੇ ਵਿੱਚ ਕਾਂਗਰਸ ਨੇ ਇਸ ਚੀਜ਼ ਨੂੰ ਲੈ ਕੇ ਇੱਕ ਮੋਚੀ ਭੇਜਿਆ, ਸੈਂਟਰਲ ਪ੍ਰੋਵਿੰਸ ਲੋਕ ਸਭਾ ਦੇ ਵਿੱਚ ਇੱਕ ਮੋਚੀ ਭੇਜਿਆ। ਉਸੇ ਤਰੀਕੇ ਨਾਲ 1930 ਦੇ ਵਿੱਚ ਉਹਨਾਂ ਨੇ ਇੱਕ ਹੋਰ ਬੰਦਾ ਇਲੈਕਟ ਕੀਤਾ ਜਿਹਦੇ ਸੈਂਟਰਲ ਪ੍ਰੋਵਿੰਸ ਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜੇ ਸੀਗੇ 2 ਮੋਚੀ ਸੀਗੇ, ਇੱਕ ਦੁੱਧ ਵਾਲਾ ਸੀਗਾ, ਇੱਕ ਨਾਈ ਸੀਗਾ ਤੇ ਇੱਕ ਪੰਜਾਬ ਚੋਂ ਚੂੜਾ ਸੀਗਾ। ਇਹਨਾਂ ਨੇ ਕਾਂਗਰਸ ਨੇ ਭੇਜੇ ਤੇ ਇਹਨਾਂ ਦਾ ਮਨਸ਼ਾ ਇਹ ਸੀ ਵੀ ਸੈਂਟਰ ਜਿਹੜਾ ਆ ਉਹ ਚਮਾਰਾਂ ਚੂੜਿਆਂ ਨਾਲ ਭਰ ਦਿਓ ਤਾਂ ਕਿ ਹਿੰਦੂ ਜਿਹੜੇ ਆ ਉਹਦੇ ਵਿੱਚ ਜਾਣ ਤੋਂ ਕਤਰਾਉਣ। ਇਸੇ ਤਰੀਕੇ ਨਾਲ ਕਹਿੰਦੇ ਵੀ 1934 ਦੇ ਵਿੱਚ ਕਾਂਗਰਸ ਨੇ ਇੱਕ ਜਿਹੜਾ ਪੋਟਰ ਸੀਗਾ, ਜਿਹੜਾ ਘੜੇ ਬਣਾਉਣ ਵਾਲਾ ਘੁਮਿਆਰ ਸੀਗਾ, ਉਹਨੂੰ ਸੈਂਟਰ ਦੇ ਵਿੱਚ ਭੇਜਿਆ। ਇਸ ਤਰੀਕੇ ਦੀਆਂ ਕਹਿੰਦੇ ਵੀ ਇਹ ਹਰਕਤਾਂ ਕਾਂਗਰਸ ਕਰਦੀ ਹੁੰਦੀ ਸੀ। ਕਹਿੰਦੇ ਵੀ ਕਿੱਡੀ ਵੱਡੀ ਬੁਰਾਈ ਵਾਲੀ ਗੱਲ ਹੈਗੀ ਆ। ਕਹਿੰਦੇ ਸਿਨ ਫੀਨ ਜਿਹੜਾ ਸੀਗਾ ਆਇਰਲੈਂਡ ਦੇ ਵਿੱਚ ਉਹਨੇ ਬਾਈਕਾਟ ਕੀਤਾ ਸੀ ਬ੍ਰਿਟਿਸ਼ ਪਾਰਲੀਮੈਂਟ ਦਾ, ਪਰ ਉਹਨੇ ਆਪਣੇ ਦੇਸ਼ ਦੇ ਲੋਕਾਂ ਦਾ ਇੰਨਾ ਭੱਦਾ ਮਜ਼ਾਕ ਕਦੀ ਵੀ ਨਹੀਂ ਉਡਾਇਆ ਸੀ, ਕਹਿੰਦਾ ਜਿੰਨਾ ਕਾਂਗਰਸ ਨੇ ਅਛੂਤਾਂ ਦਾ ਉਡਾਇਆ ਹੈਗਾ ਆ। ਫਿਰ ਬਾਬਾ ਸਾਹਿਬ ਥੋੜਾ ਇੱਕ ਇਤਿਹਾਸਕਾਰ ਸੀਗਾ ਇਹਨਾਂ ਦਾ, ਉਹਦਾ ਨਾਮ ਪੱਤਾ ਬਾਈ ਸੀਤਾ ਮਾਇਆ ਸੀਗਾ। ਬਾਬਾ ਸਾਹਿਬ ਕਹਿੰਦੇ ਵੀ ਉਹ ਤਾਂ ਫੇਲ ਹੋ ਗਿਆ ਇਹ ਚੀਜ਼ਾਂ ਦਰਜ ਕਰਾਉਣ ਦੇ ਵਿੱਚੋਂ, ਪਰ ਜੇ ਕੋਈ ਫਿਊਚਰ ਦੇ ਵਿੱਚ ਭਾਰਤ ਦੇ ਵਿੱਚ ਕੋਈ ਕਾਂਗਰਸ ਦਾ ਇਤਿਹਾਸਕਾਰ ਆਉਂਦਾ ਆ ਤੇ ਗਾਂਧੀ ਦੇ ਪ੍ਰੋਪੇਗੰਡੇ ਨੂੰ ਐਕਸਪੋਜ਼ ਕਰੇ ਵੀ ਕਿੱਦਾਂ ਉਹਨੇ 1930 ਦੇ ਵਿੱਚ ਸੱਤਿਆਗ੍ਰਹਿ ਸ਼ੁਰੂ ਕੀਤਾ, ਕਿੱਦਾਂ ਉਹਨੇ ਆਪਣੇ ਆਪ ਨੂੰ ਹੀ ਵਿਜੇਤਾ ਘੋਸ਼ਿਤ ਕੀਤਾ, ਕਿੱਦਾਂ ਉਹ ਆਸ਼ਰਮ ਅਹਿਮਦਾਬਾਦ ਦੇ ਆਸ਼ਰਮ ਤੋਂ ਬੜੇ ਠਾਠ ਬਾਠ ਦੇ ਨਾਲ ਉਹ ਔਰਤਾਂ ਦੇ ਨਾਲ ਬਾਹਰ ਆਇਆ ਤੇ ਔਰਤਾਂ ਨੇ ਕਿਸ ਤਰੀਕੇ ਦੇ ਨਾਲ ਉਹਦੀ ਆਰਤੀ ਕੀਤੀ ਤੇ ਉਹਦੇ ਇੱਕ ਤਿਲਕ ਲਾਇਆ ਮੱਥੇ ਤੇ, ਉਹਨੂੰ ਵਿਜੇਤਾ ਘੋਸ਼ਿਤ ਕੀਤਾ। ਕਿਸ ਤਰੀਕੇ ਦੇ ਨਾਲ ਉਹਨੇ ਇਹ ਗੱਲ ਕਿਹਾ ਜੀ ਸਵਰਾਜ ਸਾਨੂੰ ਭਾਰਤ ਵਿੱਚ ਨਹੀਂ ਮਿਲਿਆ ਤੇ ਅਸੀਂ ਗੁਜਰਾਤ ਵਿੱਚ ਲੈ ਕੇ ਰਵਾਂਗੇ। ਕਿਸ ਤਰੀਕੇ ਦੇ ਨਾਲ ਗਾਂਧੀ ਨੇ ਇਹ ਕਿਹਾ ਕਿ ਜੇ ਮੈਨੂੰ ਸਵਰਾਜ ਨਹੀਂ ਮਿਲਿਆ ਤੇ ਮੈਂ ਕਦੀ ਵੀ ਅਹਿਮਦਾਬਾਦ ਨਹੀਂ ਆਵਾਂਗਾ। ਕਿਸ ਤਰੀਕੇ ਦੇ ਨਾਲ ਕਹਿੰਦੇ ਵੀ ਜਿਹੜੀ ਕਾਂਗਰਸ ਹੈਗੀ ਆ, ਇੱਕ ਹੱਥ ਦੇ ਨਾਲ ਕਾਂਗਰਸ ਜਿਹੜੀ ਆ ਉਹ ਆਜ਼ਾਦੀ ਮੰਗ ਰਹੀ ਆ, ਦੂਸਰੇ ਹੱਥ ਦੇ ਨਾਲ ਉਹ ਜਿਹੜੇ ਅਛੂਤ ਕਹੇ ਜਾਣ ਵਾਲੇ ਲੋਕ ਹੈਗੇ ਆ ਉਹਨਾਂ ਦੇ ਅਗੇਂਸਟ ਨਫ਼ਰਤ ਭਰ ਰਹੇ ਹੈਗੇ ਆ ਕਿ ਇਹ ਬੰਦੇ ਆਪਣੇ ਸੈਂਟਰ ਪ੍ਰੋਵਿੰਸ ਦੇ ਵਿੱਚ ਜਾਂ ਉਹ ਆਪਣੇ ਲੈਜਿਸਲੇਚਰ ਪ੍ਰੋਵਿੰਸ਼ੀਅਲ ਲੈਜਿਸਲੇਚਰ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਨਹੀਂ ਜਾਣੇ ਚਾਹੀਦੇ। ਕਹਿੰਦੇ ਇਹ ਚੀਜ਼ਾਂ ਜਿਹੜੀਆਂ ਕਾਂਗਰਸ ਦੇ ਇਤਿਹਾਸਕਾਰ ਫਿਊਚਰ ਦੇ ਵਿੱਚ ਜ਼ਰੂਰ ਦਰਜ ਕਰਨ ਵੀ ਗਾਂਧੀ ਨੇ ਆਹ ਕੁਛ ਕੀਤਾ। ਫਿਰ ਇਹਦਾ ਚੌਥਾ ਪਾਰਟ ਆ, ਇਹਦੇ ਵਿੱਚ ਦੱਸਦੇ ਹੈਗੇ ਆ ਕਿ ਬਈ ਜਿਹੜੀ ਸੇਵਾ ਕਰਨ ਵਾਲੀ ਕੌਮ ਹੈਗੀ ਆ, ਜਿਹੜੀ ਜਮਾਤ ਹੈਗੀ ਆ, ਤੇ ਉਹਨਾਂ ਦੇ ਰਾਜ ਦੇ ਵਿੱਚ ਇਹਨਾਂ ਦਾ ਹਾਲ ਕੀ ਹੋਣਾ ਹੈਗਾ ਆ। ਕਹਿੰਦੇ ਕਾਂਗਰਸ ਇਹ ਕਹਿੰਦੀ ਹੈਗੀ ਆ ਵੀ ਸਾਰਾ ਕੁਝ ਠੀਕ ਹੋ ਜਾਣਾ ਹੈ, ਇੱਕ ਬਸ ਜਿਹੜਾ ਸਵਰਾਜ ਆ ਉਹ ਇੱਕ ਜਾਦੂਈ ਚੀਜ਼ ਆ, ਉਹਦੇ ਨਾਲ ਸਾਰਾ ਕੁਝ ਹੀ ਸਾਰੇ ਮਸਲੇ ਹੱਲ ਹੋ ਜਾਣੇ ਹੈਗੇ ਆ। ਤੇ ਕਹਿੰਦੇ ਵੀ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਆ, ਜਿਹੜੇ ਫੋਰਨਰਸ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਦੀਆਂ ਇਹ ਚੀਜ਼ਾਂ। ਕਹਿੰਦੇ ਕਾਂਗਰਸ ਨੂੰ ਇਹ ਲੱਗਦਾ ਕਿ ਮਤਲਬ ਕਿ ਬਸ ਸਾਨੂੰ ਸਵਰਾਜ ਮਿਲ ਜਾਵੇ, ਬਾਕੀ ਸਾਰਾ ਕੁਝ ਭਾਰਤ ਵਿੱਚ ਠੀਕ ਹੋ ਜਾਣਾ ਹੈਗਾ ਆ। ਤੇ ਬਾਬਾ ਸਾਹਿਬ ਫਿਰ ਫੋਰਨਰਸ ਜਿਹੜੇ ਹੈਗੇ ਆ, ਵਿਦੇਸ਼ੀ ਜਿਹੜੇ ਹੈਗੇ ਆ, ਉਹਨਾਂ ਵੱਲ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦੇ ਆ। ਕਹਿੰਦੇ ਕਿ ਕੀ ਹੋਣਾ ਹੈਗਾ ਭਾਰਤ ਦੇ ਵਿੱਚ ਜਦੋਂ ਭਾਰਤ ਨੂੰ ਇੱਕ ਪੂਰੀ ਸੁਤੰਤਰਤਾ ਤੇ ਉਹਨਾਂ ਨੂੰ ਆਜ਼ਾਦੀ ਮਿਲ ਜਾਣੀ ਹੈਗੀ ਆ। ਕਹਿੰਦੇ ਵੀ ਜਿਹੜੀ ਗਵਰਨਿੰਗ ਕਲਾਸ ਹੈ ਨਾ, ਜਿਹੜੀ ਬ੍ਰਾਹਮਣ ਜਮਾਤ ਸਮਾਜ ਹੈਗਾ ਆ, ਇਹ ਕਦੀ ਵੀ ਖਤਮ ਨਹੀਂ ਹੋਣਾ ਸਵਰਾਜ ਆਉਣ ਤੋਂ ਬਾਅਦ। ਕਹਿੰਦੇ ਜਦੋਂ ਗੋਰਿਆਂ ਨੇ ਭਾਰਤ ਦੇ ਵਿੱਚੋਂ ਚਲੇ ਜਾਣਾ ਹੈਗਾ ਆ, ਜਿਹੜੇ ਅਛੂਤ ਅਛੂਤ ਲੋਕ ਹੋਣੇ ਆ,
ਜਿਹੜੀ ਸਰਵਾਈਵਲ ਕਲਾਸ ਆ ਉਹ ਹੋਰ ਜ਼ਿਆਦਾ ਖਤਰੇ ਦੇ ਵਿੱਚ ਆ ਜਾਣੀ ਆ, ਕਿਉਂਕਿ ਇਹਨਾਂ ਦੇ ਕੋਲ ਪਾਵਰ ਆ ਜਾਣੀ ਹੈਗੀ ਆ। ਹੁਣ ਬਾਬਾ ਸਾਹਿਬ ਅੱਗੇ ਦੱਸਦੇ ਹੈਗੇ ਆ ਕਿ ਤੇ ਗਵਰਨਿੰਗ ਕਲਾਸ ਜਿਹੜੀ ਹੈਗੀ ਆ ਉਹ ਕੀ ਕਰੂੰਗੀ ਜਦੋਂ ਭਾਰਤ ਜਿਹੜਾ ਆ ਸੁਤੰਤਰ ਹੋ ਜਾਣਾ ਹੈਗਾ ਆ, ਆਜ਼ਾਦ ਹੋ ਜਾਣਾ ਹੈਗਾ ਆ। ਕਹਿੰਦੇ ਕੁਝ ਗੋਰੇ ਜਿਹੜੇ ਹੈਗੇ ਆ ਬਾਹਰਲੇ, ਉਹ ਇਹ ਸੋਚਦੇ ਹੈਗੇ ਆ ਕਿ ਇਹਨਾਂ ਨੇ ਰੀਫਾਰਮ ਕਰਨੇ ਆ ਸਮਾਜਿਕ ਤੌਰ ਦੇ ਉੱਤੇ, ਜਾਂ ਸੜਕਾਂ ਪੱਕੀਆਂ ਕਰਨੀਆਂ ਆ, ਜਾਂ ਇਹਨਾਂ ਨੇ ਚਰਖਾ ਚਲਾਉਣ ਦੀਆਂ ਟ੍ਰੇਨਿੰਗਾਂ ਦੇਣੀਆਂ ਹੈਗੀਆਂ ਆ, ਜਾਂ ਐਜੂਕੇਸ਼ਨ ਦੇ ਅਦਾਰੇ ਵਧਾਏ ਜਾਣਗੇ। ਬਾਬਾ ਸਾਹਿਬ ਕਹਿੰਦੇ ਵੀ ਇਹ ਵੀ ਲੋਕ ਸੋਚਦੇ ਆ ਵੀ ਅਛੂਤਾਂ ਦੀ ਭਲਾਈ ਦੇ ਲਈ ਇਹਨਾਂ ਨੇ ਕੋਈ ਕੰਮ ਕਰਨੇ ਆ। ਬਾਬਾ ਸਾਹਿਬ ਕਹਿੰਦੇ ਕਿ ਮੈਨੂੰ ਇੰਨਾ ਪੱਕਾ ਪਤਾ ਇਹਨਾਂ ਨੇ ਕੁਝ ਨਹੀਂ ਕਰਨਾ ਹੈਗਾ, ਇਹ ਸਿਰਫ ਜਿਹੜੇ ਬਾਹਰਲੇ ਲੋਕ ਆ ਉਹਨਾਂ ਨੂੰ ਮੂਰਖ ਬਣਾਉਣ ਦੇ ਲਈ ਇਹ ਗੱਲਾਂ ਕਰਦੇ ਹੈਗੇ ਆ। ਬਾਬਾ ਸਾਹਿਬ ਕਹਿੰਦੇ ਕਿ ਇਹ ਚੀਜ਼ਾਂ ਜਿਹੜੀਆਂ ਨਾ ਮੈਨੂੰ ਪ੍ਰਭਾਵਿਤ ਨਹੀਂ ਕਰਦੀਆਂ, ਵੀ ਅਸੀਂ ਐਜੂਕੇਸ਼ਨ ਕਰ ਦਿਆਂਗੇ, ਅਸੀਂ ਫੈਕਟਰੀਆਂ ਖੋਲ ਦਿਆਂਗੇ, ਅਸੀਂ ਚਰਖੇ ਚਲਾਉਣ ਦੀਆਂ ਟ੍ਰੇਨਿੰਗਾਂ ਦੇ ਦਿਆਂਗੇ, ਅਸੀਂ ਰੋਡ ਬਣਾ ਦਿਆਂਗੇ। ਬਾਬਾ ਸਾਹਿਬ ਕਹਿੰਦੇ ਵੀ ਮੈਨੂੰ ਇਹ ਚੀਜ਼ਾਂ ਪ੍ਰਭਾਵਿਤ ਨਹੀਂ ਕਰਦੀਆਂ, ਕਿਉਂਕਿ ਉਹਨਾਂ ਦੀ ਮਨਸ਼ਾ ਹੋ ਰਿਹਾ। ਬਾਬਾ ਸਾਹਿਬ ਨੂੰ ਪਤਾ ਵੀ ਇਹਨਾਂ ਦੀ ਮਨਸ਼ਾ ਪਿੱਛੇ ਹੋ ਰਿਹਾ। ਤੇ ਅੱਗੇ ਦੱਸਿਆ ਗਿਆ ਕਿ ਜੇ ਉਹਨਾਂ ਨੇ ਕੋਈ ਸੜਕਾਂ ਬਣਾਉਣੀਆਂ ਵੀ ਆ, ਜਾਂ ਮਤਲਬ ਕਿ ਉਹਨਾਂ ਨੇ ਐਜੂਕੇਸ਼ਨ ਦੇ ਅਦਾਰੇ ਖੋਲਣੇ ਵੀ ਆ, ਇਹ 'ਚ ਕੋਈ ਵੱਡੀ ਗੱਲ ਨਹੀਂ ਹੈ, ਇਹ 'ਚ ਕੋਈ ਮਹਾਨ ਕੰਮ ਨਹੀਂ ਹੈ। ਕੋਈ ਵੀ ਜਿਹੜੀ ਗਵਰਨਮੈਂਟ ਹੈਗੀ ਆ ਅੱਜ ਸਿਵਲਾਈਜ਼ ਸਟੇਟ ਹੈਗੀ ਆ, ਆਪਾਂ ਸਾਰੇ ਜਣੇ ਇੱਕ ਸੱਭਿਅਕ ਸਮਾਜ ਦੇ ਮੈਂਬਰ ਹੈਗੇ ਆ ਜਾਂ ਹਿੱਸਾ ਹੈਗੇ ਆ, ਇਹਦੇ ਵਿੱਚ ਤਾਂ ਗਵਰਨਮੈਂਟਾਂ ਆਮ ਹੀ ਇਹ ਇਦਾਂ ਦੇ ਕੰਮ ਕਰਦੀਆਂ ਹੈਗੀਆਂ ਆ। ਸੋ ਦੂਸਰੇ ਪਾਸੇ ਜਿਹੜੀ ਇਹ ਗੱਲ ਕਰਦੇ ਹੈਗੇ ਆ ਵੀ ਅਸੀਂ ਜੀ ਸਮਾਜਿਕ ਵਿਕਾਸ ਕਰਾਂਗੇ। ਸਮਾਜਿਕ ਵਿਕਾਸ ਕਿੱਦਾਂ ਦਾ ਕਰਾਂਗੇ? ਅਸੀਂ ਅਦਾਰੇ ਖੋਲ ਦਿਆਂਗੇ, ਅਸੀਂ ਸਕੂਲ ਸਿਸਟਮ ਵਧੀਆ ਬਣਾ ਦੇਵਾਂਗੇ, ਮੈਡੀਕਲ ਸਿਸਟਮ ਖੋਲ ਦਿਆਂਗੇ, ਡਿਸਪੈਂਸਰੀਆਂ ਖੋਲ ਦਿਆਂਗੇ। ਤੇ ਬਾਬਾ ਸਾਹਿਬ ਇਹਦੇ ਵਿੱਚ ਦੱਸਦੇ ਹੈਗੇ ਆ ਕਿ ਵੀ ਸਾਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ, ਸਾਨੂੰ ਇਹ ਨਹੀਂ ਚੀਜ਼ਾਂ ਚਾਹੀਦੀਆਂ। ਕੀ ਸਮਾਜਿਕ ਵਿਕਾਸ ਸਵਰਾਜ ਦਾ ਐਂਡ ਹੋਵੇਗਾ? ਕੀ ਸਵਰਾਜ ਪਾਉਣ ਤੋਂ ਬਾਅਦ ਇਹਨਾਂ ਨੇ ਸਮਾਜਿਕ ਸੁਧਾਰ ਹੀ ਕਰਨਾ ਆ? ਕਹਿੰਦੇ ਜੇ ਇਹ ਆ ਤੇ ਸਾਨੂੰ ਨਹੀਂ ਚਾਹੀਦਾ, ਫਿਰ ਕੀ ਆ? ਕਹਿੰਦੇ ਫਿਰ ਕੀ ਚਾਹੀਦਾ ਆ, ਸਾਨੂੰ ਕੀ ਚਾਹੀਦਾ ਆ? ਅੱਗੇ ਬਾਬਾ ਸਾਹਿਬ ਦੱਸਦੇ ਹੈਗੇ ਆ ਇਹਨਾਂ ਨੇ ਕੀ ਕਰਨਾ ਹੈਗਾ ਆ, ਜਦੋਂ ਇਹਨਾਂ ਨੂੰ ਰਾਜ ਸਥਾਪਿਤ ਹੋ ਜਾਣਾ ਹੈਗਾ ਆ, ਇਹਨਾਂ ਨੇ ਆ ਕੇ ਆਪਣੀ ਮਸ਼ੀਨਰੀ ਸੈਟਅਪ ਕਰਨੀ ਆ, ਪੋਲੀਟੀਕਲ ਮਸ਼ੀਨਰੀ ਸੈਟਅਪ ਕਰਨੀ ਆ। ਇਹਨਾਂ ਨੇ ਸਾਨੂੰ ਜਿਹੜਾ ਆ ਉਹ ਮਤਲਬ ਕਿ ਪ੍ਰਤਾੜਿਤ ਕਰਨਾ ਸ਼ੁਰੂ ਕਰਨਾ ਆ। ਇਸ ਚੀਜ਼ ਤੋਂ ਪਹਿਲਾਂ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਵੀ ਜਿਹੜੀ ਗਰੀਬੀ ਆ ਨਾ, ਇਹ ਅਸੀਂ ਝੱਲਦੇ ਆਏ ਹੈਗੇ ਆ, ਸਾਡਾ ਸਮਾਜ ਗਰੀਬੀ ਨੂੰ ਝੱਲਦਾ ਆਇਆ ਹੈਗਾ ਆ। ਸਾਨੂੰ ਇਹਨਾਂ ਕੋਈ ਪ੍ਰੋਬਲਮ ਨਹੀਂ ਹੈਗੀ, ਸਾਨੂੰ ਜਿਹੜਾ ਸਾਡਾ ਅਪਮਾਨ ਹੁੰਦਾ ਆ ਸਾਨੂੰ ਉਹਦੇ ਨਾਲ ਪ੍ਰੋਬਲਮ ਆ। ਸਾਨੂੰ ਕਹਿੰਦੇ ਬ੍ਰੈਡ ਨਹੀਂ ਚਾਹੀਦੀ, ਸਾਨੂੰ ਇੱਜ਼ਤ ਚਾਹੀਦੀ ਆ, ਸਾਨੂੰ ਆਜ਼ਾਦ ਭਾਰਤ ਦੇ ਵਿੱਚ ਇੱਜ਼ਤ ਚਾਹੀਦੀ ਆ। ਬਾਬਾ ਸਾਹਿਬ ਕਹਿੰਦੇ ਵੀ ਕਿ ਜਿਹੜਾ ਸਮਾਜਿਕ ਵਿਕਾਸ ਦਾ ਜਿਹੜਾ ਇਹ ਕੰਮ ਕਰ ਰਿਹਾ ਹੈਗੇ, ਸਾਨੂੰ ਉਹ ਨਹੀਂ ਚਾਹੀਦਾ, ਸਾਨੂੰ ਸਮਾਜਿਕ ਵਿਵਸਥਾ ਚਾਹੀਦੀ ਆ ਬਦਲਣਾ, ਤਬਦੀਲੀ, ਟੋਟਲੀ ਆਜ਼ਾਦ ਭਾਰਤ ਦੇ ਵਿੱਚ ਬ੍ਰਾਹਮਣੀ ਧਰਮ ਨੂੰ ਜਾਂ ਬ੍ਰਾਹਮਣੀ ਵਿਵਸਥਾ ਨੂੰ ਡਿਸਟਰਕਟ ਕਰਨਾ, ਉਹਨੂੰ ਤਬਾਹ ਕਰਨਾ। ਅਸੀਂ ਉਹ ਚੀਜ਼ ਚਾਹੁੰਦੇ ਹਾਂ ਵੀ ਜੋ ਬ੍ਰਾਹਮਣ ਨੇ ਸਥਾਪਿਤ ਕੀਤਾ ਉਹ ਸਾਰਾ ਕੁਝ ਟੁੱਟ ਜਾਵੇ, ਤਬਾਹ ਹੋ ਜਾਵੇ। ਅਸੀਂ ਆਜ਼ਾਦ ਭਾਰਤ ਦੇ ਵਿੱਚ ਇਹ ਚਾਹੁੰਦੇ ਹਾਂ। ਇਹ ਬਾਬਾ ਸਾਹਿਬ ਦੀਆਂ ਉੱਥੇ ਮੰਗਾਂ ਸੀਗੀਆਂ ਉਹਨਾਂ ਨੂੰ, ਅਸੀਂ ਇਹ ਚਾਹੁੰਦੇ ਹਾਂ। ਬਾਬਾ ਸਾਹਿਬ ਕਹਿੰਦੇ ਹੈਗੇ ਕਿ ਸੁਤੰਤਰਤਾ ਨੂੰ ਦੋ ਤਰ੍ਹਾਂ ਦੇ ਪ੍ਰਤੀਬੰਧ ਹੁੰਦੇ ਆ, ਇੱਕ ਐਕਸਟਰਨਲ ਹੁੰਦਾ, ਇੱਕ ਇੰਟਰਨਲ ਹੁੰਦਾ ਆ। ਐਕਸਟਰਨਲ ਜਿਹੜਾ ਹੈਗਾ ਆ ਉਹਦਾ ਗਵਰਨਿੰਗ ਬੋਡੀ ਜਿਹੜੀ ਹੈਗੀ ਆ, ਜਿਹੜੀ ਸਰਕਾਰ ਹੈਗੀ, ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੁੰਦਾ। ਪਰ ਜਿਹੜਾ ਇੰਟਰਨਲ ਹੁੰਦਾ ਆ ਉਹਦੇ ਨਾਲ ਕੀ ਹੈਗਾ ਆ, ਜਿਹੜੀ ਸਰਕਾਰ ਹੁੰਦੀ ਆ, ਜਿਹੜੀ ਕਾਬਜ ਜਮਾਤ ਹੁੰਦੀ ਆ, ਉਹਦਾ ਲੈਣ ਦੇਣ ਬਹੁਤ ਹੁੰਦਾ ਆ। ਤੇ ਕਿੱਦਾਂ ਹੁੰਦਾ ਆ? ਕਹਿੰਦੇ ਵੀ ਇਹ ਉਸ ਡਿਪੈਂਡ ਕਰਦਾ ਵੀ ਜਿਹੜੀ ਕਾਬਜ ਜਮਾਤ ਹੈਗੀ ਆ ਉਹਦਾ ਦ੍ਰਿਸ਼ਟੀਕੋਣ ਸਮਾਜ ਦੇ ਲਈ ਕੀ ਆ, ਉਹਦੇ ਰਿਵਾਜ ਕੀ ਆ, ਉਹਦੀ ਰੁਚੀ ਕਿਸ ਚੀਜ਼ ਦੇ ਵਿੱਚ, ਜਾਂ ਉਹਦਾ ਸਮਾਜਿਕ ਫਲਸਫਾ ਕਿੱਦਾਂ ਦਾ ਹੈਗਾ ਆ। ਜਿਹੜੀ ਕਾਬਜ ਜਮਾਤ ਹੈਗੀ ਆ, ਜਦੋਂ ਇੱਕ ਦੇਸ਼ ਆਜ਼ਾਦ ਹੁੰਦਾ ਨਾ, ਜਿਹੜੀ ਜਮਾਤ ਕਾਬਜ ਹੁੰਦੀ ਆ ਦੇਸ਼ ਦੇ ਵਿੱਚ, ਉਹਦਾ ਦ੍ਰਿਸ਼ਟੀਕੋਣ, ਉਹਦਾ ਰਿਵਾਜ, ਉਹਦੀ ਰੁਚੀ, ਉਹਦਾ ਸਮਾਜਿਕ ਫਲਸਫਾ ਬਹੁਤ ਜ਼ਰੂਰੀ। ਬਾਬਾ ਸਾਹਿਬ ਕਹਿੰਦੇ ਫੋਰਨਰਾਂ ਨੂੰ ਇਹ ਪੁੱਛਣਾ ਚਾਹੀਦਾ ਕਿ ਜਿਹੜੀ ਭਾਰਤ ਦੀ ਜਿਹੜੀ ਕਾਬਜ ਜਮਾਤ ਹੈਗੀ ਆ ਉਹਦਾ ਦ੍ਰਿਸ਼ਟੀਕੋਣ ਕੀ ਆ, ਉਹਦਾ ਰਿਵਾਜ ਕੀ ਆ, ਉਹਦਾ ਸਮਾਜਿਕ ਫਲਸਫਾ ਕੀ ਆ। ਕਹਿੰਦਾ ਆਓ ਆਪਾਂ ਬ੍ਰਾਹਮਣਾਂ ਨੂੰ ਦੇਖਦੇ ਹਾਂ। ਪਹਿਲਾਂ ਬ੍ਰਾਹਮਣ ਕੀ ਆ? ਕਹਿੰਦੇ ਬ੍ਰਾਹਮਣਾਂ ਨੇ, ਜਿਹੜੇ ਬ੍ਰਾਹਮਣ ਹੈਗੇ ਆ ਉਹ ਹਮੇਸ਼ਾ ਤੋਂ ਹੀ ਜਿਹੜੇ ਸੇਵਾ ਵਾਲੀਆਂ ਜਮਾਤਾਂ, ਸ਼ੂਦਰ ਤੇ ਅਛੂਤ, ਜਿਹੜੇ ਭਾਰਤ ਦੀ ਹਿੰਦੂ ਪਾਪੂਲੇਸ਼ਨ ਦਾ 80% ਹਿੱਸਾ ਆ, ਕਹਿੰਦੇ ਉਹਨਾਂ ਦੇ ਹਮੇਸ਼ਾ ਹੀ ਦੁਸ਼ਮਣ ਰਹੇ ਆ। ਤੇ ਜੇ ਅੱਜ ਅਛੂਤ ਭਾਰਤ ਦਾ ਜਾਂ ਇਹ ਜਿਹੜਾ ਸਮਾਜ ਸ਼ੂਦਰ ਤੇ ਅਨਟੱਚੇਬਲ ਹੈਗਾ ਆ, ਜੇ ਅੱਜ ਉਹ ਉਹਦਾ ਪਤਨ ਇੰਨਾ ਥੱਲੇ ਡਿੱਗੇ ਆ, ਇਹ ਲੋਕ ਉਹ ਬ੍ਰਾਹਮਣ ਦੀ ਦਰਸ਼ਨ ਕਰਕੇ ਡਿੱਗੇ ਆ, ਬ੍ਰਾਹਮਣ ਦੀ ਫਿਲਾਸਫੀ ਕਰਕੇ ਡਿੱਗੇ ਆ। ਕਹਿੰਦੇ ਵੀ ਬ੍ਰਾਹਮਣ ਦੀ ਫਿਲਾਸਫੀ ਹੈ ਕੀ ਆ, ਉਹਦੇ ਮੁੱਖ ਜਿਹੜੇ ਕੁਝ ਹਿੱਸੇ ਬਾਬਾ ਸਾਹਿਬ ਕਹਿੰਦੇ ਵੀ ਮੈਂ ਉਹਦੇ ਮੁੱਖ ਜਿਹੜੇ ਸਿਧਾਂਤ ਮੈਂ ਦੱਸਦਾ ਵੀ ਕੀ ਆ। ਕਹਿੰਦੇ ਵੀ ਉਹ ਗ੍ਰੇਡਡ ਇਨਇਕੁਐਲਿਟੀ ਜਿਹੜਾ ਆ ਵੱਖਰੀਆਂ ਜਮਾਤਾਂ ਦੇ ਵਿੱਚ ਪੈਦਾ ਕਰਦੀ ਆ। ਫਿਰ ਉਸ ਤੋਂ ਬਾਅਦ ਉਹਨਾਂ ਨੇ ਸ਼ੂਦਰਾਂ ਤੇ ਅਛੂਤਾਂ ਨੂੰ ਨਿਹੱਥੇ ਕੀਤਾ।
ਤੀਸਰੀ ਉਹਦੀ ਫਿਲਾਸਫੀ ਆ ਵੀ ਮਤਲਬ ਕਿ ਉਹ ਨਿਹੱਥੇ ਰਹਿਣਗੇ। ਤੀਸਰੀ ਉਹਦੀ ਫਿਲਾਸਫੀ ਆ ਵੀ ਉਹਨਾਂ ਨੂੰ ਕਿਸੇ ਵੀ ਐਜੂਕੇਸ਼ਨ ਅਦਾਰੇ ਤੇ ਨਹੀਂ ਜਾਣ ਦਿੱਤਾ ਜਾਵੇਗਾ, ਸਿੱਖਿਆ ਲੈਣ ਤੇ ਰੋਕ ਲਾ ਦਿੱਤੀ ਬ੍ਰਾਹਮਣ ਨੇ। ਫਿਰ ਕਿਸੇ ਵੀ ਰਾਜ ਸੱਤਾ ਦੇ ਵਿੱਚ ਉਹ ਭਾਗੀਦਾਰੀ ਨਹੀਂ ਹੋਣਗੇ, ਉਹਨਾਂ ਦੀ ਹਿੱਸੇਦਾਰੀ ਜਿਹੜੀ ਭਾਗੀਦਾਰੀ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਹਿੱਸੇਦਾਰੀ ਬਣਦੀ ਸੀ ਉਹ ਵੀ ਬ੍ਰਾਹਮਣ ਨੇ ਰੋਕ ਦਿੱਤੀ। ਫਿਰ 5ਵੇਂ ਨੰਬਰ ਤੇ ਦੱਸਦੇ ਹੈਗੇ ਆ ਕਿ ਕੋਈ ਵੀ ਪ੍ਰਾਪਰਟੀ, ਕੋਈ ਵੀ ਸੰਪत्ति ਰੱਖਣ ਦਾ ਅਧਿਕਾਰ ਸ਼ੂਦਰਾਂ ਤੇ ਛੂਤਾਂ ਕੋਲੋਂ ਖੋਹ ਲਿਆ। ਫਿਰ ਸਭ ਨਾਲੋਂ ਵੱਧ ਜੇ ਘਾਣ ਕੀਤਾ ਉਹ ਕਹਿੰਦੇ ਔਰਤ ਦਾ ਕੀਤਾ ਇਹਨਾਂ ਨੇ। ਫਿਰ ਅੱਗੇ ਬਾਬਾ ਸਾਹਿਬ ਇਹਨੂੰ ਸਕਿਪ ਕਰ ਰਹੇ ਆ ਕਿਉਂਕਿ ਬਾਬਾ ਸਾਹਿਬ ਅੱਗੇ ਦੱਸਦੇ ਵੀ ਸਤੀ ਪ੍ਰਥਾ ਇਹਨਾਂ ਨੇ ਚਲਾਈ, ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਸਤੀ ਪ੍ਰਥਾ। ਹੁਣ ਬਾਣੀਆਂ ਤੇ ਆਉਂਦੇ ਆ, ਕਿਉਂਕਿ ਗਵਰਨਿੰਗ ਕਲਾਸ ਉਸ ਵੇਲੇ ਭਾਰਤ ਦੇ ਵਿੱਚ ਦੋ ਸੀ, ਕਸ਼ਤਰੀ ਨਹੀਂ ਸੀਗੇ ਉਸ ਵੇਲੇ, ਬ੍ਰਾਹਮਣ ਸੀ ਤੇ ਬਾਣੀਆਂ ਸੀਗੇ। ਹੁਣ ਬਾਣੀਆਂ ਦੀ ਜਿਹੜੀ ਫਿਲਾਸਫੀ, ਬਾਣੀਆਂ ਦਾ ਜਿਹੜਾ ਦ੍ਰਿਸ਼ਟੀਕੋਣ, ਬਾਣੀਆਂ ਦਾ ਜਿਹੜਾ ਰਿਵਾਜ, ਰੁਚੀ ਸਮਾਜ ਨੂੰ ਲੈ ਕੇ ਬਾਬਾ ਸਾਹਿਬ ਉਹ ਦੱਸਣਗੇ। ਹੁਣ ਬ੍ਰਾਹਮਣਾਂ ਦਾ ਬਾਬਾ ਸਾਹਿਬ ਦੱਸ ਕੇ ਹਟਿਆ। ਬਾਣੀ ਕੀ ਆ? ਬਾਬਾ ਸਾਹਿਬ ਕਹਿੰਦੇ ਭਾਰਤ ਦੇ ਵਿੱਚ ਬਹੁਤ ਜੇ ਕੋਈ ਸਵਾਰਥੀ ਕੌਮ ਹੈਗੀ ਆ ਤੇ ਉਹ ਬਾਣੀਆਂ ਦੀ ਹੈਗੀ ਆ। ਕਹਿੰਦੇ ਜਿਹੜੀ ਪੈਸੇ ਬਣਾਉਣ ਦੀ ਜਿਹੜੀ ਕਲਾ ਹੈ ਇਹਨਾਂ ਨੂੰ ਕਲਚਰ ਦੇ ਵਿੱਚੋਂ ਮਿਲੀ ਹੈਗੀ ਆ। ਕਹਿੰਦੇ ਜਿਹੜਾ ਇੱਕ ਦਾਹ ਸੰਸਕਾਰ ਕਰਨ ਦੇ ਪ੍ਰਬੰਧ ਕਰਨ ਵਾਲਾ ਇੱਕ ਬੰਦਾ ਹੁੰਦਾ ਨਾ, ਉਹਨੂੰ ਆਪਾਂ ਅੰਡਰਟੇਕਰ ਕਹਿੰਦੇ ਆ। ਕਹਿੰਦੇ ਉਹ ਸੇਮ ਉਸੇ ਤਰੀਕੇ ਨਾਲ ਆ ਵੀ ਜਿੱਦਾਂ ਇੱਕ ਦਾਹ ਸੰਸਕਾਰ ਕਰਨ ਦੇ ਪ੍ਰਬੰਧ ਕਰਨ ਵਾਲਾ ਜਿਹੜਾ ਇੱਕ ਉਹਦਾ ਜਿੱਦਾਂ ਦਾ ਉਹਦਾ ਕਹਿੰਦੇ ਹੀ ਇਜ਼ ਲਾਈਕ ਅੰਡਰਟੇਕਰ, ਵੀ ਉਹ ਦਾਹ ਸੰਸਕਾਰ ਦੇ ਜਿਹੜੇ ਪ੍ਰਬੰਧ ਕਰਦਾ ਉਸੇ ਬੰਦੇ ਨਾਲ ਤੁਸੀਂ ਮਿਲਾ ਕੇ ਦੇਖ ਸਕਦੇ ਆ ਕਿ ਜਿਹੜਾ ਮਹਾਮਾਰੀ ਦੇ ਵਿੱਚ ਇੱਕ ਦਾਹ ਸੰਸਕਾਰ ਵਾਲਾ ਕਰਨ ਵਾਲਾ ਹੁੰਦਾ ਆ। ਕਹਿੰਦੇ ਬਟ ਪ੍ਰੋਬਲਮ ਇਹ ਆ ਕਿ ਜਿਹੜਾ ਉਹ ਦਾਹ ਸੰਸਕਾਰ ਦੇ ਪ੍ਰਬੰਧ ਕਰਨ ਵਾਲਾ ਬੰਦਾ ਹੁੰਦਾ ਆ ਐਪੀਡੈਮਿਕ ਦੇ ਵਿੱਚ, ਮਹਾਮਾਰੀ ਦੇ ਵਿੱਚ, ਵੀ ਬਾਣੀਆਂ ਜਿਹੜਾ ਆ ਉਹ ਐਪੀਡੈਮਿਕ ਕ੍ਰੀਏਟ ਕਰਦਾ ਆ, ਐਪੀਡੈਮਿਕ ਮਹਾਮਾਰੀ ਨੂੰ ਬਣਾਉਂਦਾ ਆ ਬਾਣੀਆਂ। ਤੇ ਜਿਹੜਾ ਅੰਡਰਟੇਕਰ ਆ ਉਹਦੇ ਵਿੱਚ ਇਹ ਆ ਵੀ ਉਹ ਮਹਾਮਾਰੀ ਨੂੰ ਬਣਾਉਂਦਾ ਨਹੀਂ ਹੈ, ਸਿਰਫ ਬੰਦੇ ਲੂੰਦਾ ਆ, ਉਹਦੇ ਲੂਣ ਦੇ ਪ੍ਰਬੰਧ ਕਰਦਾ ਆ। ਪਰ ਜਿਹੜਾ ਬਾਣੀਆਂ ਆ ਉਹ ਮਹਾਮਾਰੀ ਬਣਾਉਂਦਾ ਆ, ਆਪਣਾ ਬਿਜ਼ਨਸ ਬਣਾਉਂਦਾ, ਮਹਾਮਾਰੀ ਕ੍ਰੀਏਟ ਵੀ ਕਰਦਾ, ਕਹਿੰਦੇ ਉਹ ਪੈਂਡੈਮਿਕ ਕ੍ਰੀਏਟ ਕਰਦਾ, ਕਹਿੰਦੇ ਐਪੀਡੈਮਿਕ। ਫਿਰ ਬਾਬਾ ਸਾਹਿਬ ਅੱਗੇ ਦੱਸਦੇ ਹੈਗੇ ਆ ਕਿ ਜਿਹੜਾ ਬਾਣੀਆਂ ਹੈਗਾ ਆ ਉਹਦਾ ਕੰਮ ਇਹੀ ਆ ਵੀ ਉਹਨੇ ਮਨੀ ਜਿਹੜੀ ਆ ਆਪਣੀ ਉਹਨੇ ਆਧਾਰ ਤੇ ਦੇਣੀ ਆ ਲੋਕਾਂ ਨੂੰ, ਉਹਦਾ ਵਿਆਜ ਖਾਣਾ ਆ। ਤੇ ਉਹਨੂੰ ਧਰਮ ਦੇ ਵੱਲੋਂ, ਮਨੂ ਦੇ ਵੱਲੋਂ ਇਹ ਚੀਜ਼ ਜਿਹੜੀ ਆ ਉਹ ਸਹੀ ਵੀ ਕਹੀ ਗਈ ਆ ਵੀ ਤੇਰਾ ਕੰਮ ਇਹੀ ਆ ਵੀ ਤੂੰ ਲੋਕਾਂ ਨੂੰ ਉਧਾਰ ਦੇਣਾ ਤੇ ਵਿਆਜ ਦੇ ਉੱਤੇ ਗੁਜ਼ਾਰਾ ਕਰਨਾ। ਇਸ ਚੀਜ਼ ਨੂੰ ਧਾਰਮਿਕ ਵੀ ਮੰਨਦਾ ਹੈਗਾ ਆ। ਕਹਿੰਦਾ ਉਹਦੀ ਭਾਰਤ ਦੇ ਉੱਤੇ ਪੂਰੀ ਗ੍ਰਿਪ ਆ। ਭਾਰਤ ਦੀਆਂ ਜਿੰਨੀਆਂ ਵੀ ਜਿਹੜੀਆਂ ਹੋਰ ਸਮਾਜ ਹੈਗੇ ਆ, ਚਾਹੇ ਉਹ ਅਨਪੜ੍ਹ ਸਮਾਜ ਆ, ਚਾਹੇ ਉਹ ਗਰੀਬ ਸਮਾਜ ਆ, ਉਹ ਸਾਰਿਆਂ ਨੇ ਬਾਣੀਏ ਦਾ ਲੈਣਾ ਦੇਣਾ ਹੈਗਾ ਆ। ਬਾਣੀਏ ਨੂੰ ਸਾਰਿਆਂ ਨੂੰ ਪਕੜਿਆ ਹੋਇਆ। ਕਹਿੰਦੇ ਜਿਹੜਾ ਬ੍ਰਾਹਮਣ ਆ ਉਹ ਦਿਮਾਗ ਨੂੰ ਕੰਟਰੋਲ ਕਰਦਾ ਹੈ, ਜਿਹੜਾ ਬਾਣੀਆ ਉਹ ਬੋਡੀ ਨੂੰ ਕੰਟਰੋਲ ਕਰਦਾ ਹੈਗਾ ਆ। ਕਹਿੰਦੇ ਹੁਣ ਇਹਨਾਂ ਦੇ ਨਾਲ ਲਟੇਰੇ ਰਲ ਗਏ ਆ ਦੋਨਾਂ ਕਲਾਸਾਂ ਦੇ ਨਾਲ। ਤੇ ਬਾਬਾ ਸਾਹਿਬ ਕਹਿੰਦੇ ਹੈਗੇ ਆ ਕਿ ਇਹ ਜਿਹੜੀ ਆਊਟਲੁੱਕ ਹੈਗੀ ਆ ਬਾਣੀਆਂ ਦੀ, ਇਹਦਾ 5th ਜਿਹੜਾ ਪਾਰਟ ਹੈਗਾ ਆ ਇਹ ਫਿਰ ਡਾਕਟਰ ਸਾਹਿਬ ਕਵਰ ਕਰਨਗੇ। ਡਾਕਟਰ ਸਾਹਿਬ ਹੁਣ ਅੱਗੇ ਆਪਾਂ ਚੱਲਦੇ ਹਾਂ ਵੀ ਪਾਰਟ 5ਵਾਂ ਜਿਹੜਾ ਹੈਗਾ ਆ ਉਹਦੇ ਵਿੱਚ ਡਾਕਟਰ ਅੰਬੇਦਕਰ ਕੀ ਕਹਿਣਾ ਚਾਹੁੰਦੇ ਹੈਗੇ ਆ। ਉਹ ਕਹਿੰਦੇ ਵੀ ਦੇਖੋ ਜੇ ਕਾਂਗਰਸ ਇੰਨੀ ਇਮਾਨਦਾਰ ਹੈਗੀ ਆ ਤੇ ਆਪਣੇ ਆਪ ਨੂੰ ਜਿਹੜਾ ਹੈਗਾ ਆ ਵੀ ਜਿਹੜਾ ਇੱਥੇ ਦਾ ਗਰੀਬ ਤਬਕਾ ਹੈਗਾ ਆ ਭਾਰਤ ਦਾ ਉਹਦਾ ਹਿਤੈਸ਼ੀ ਦੱਸਦੀ ਹੈਗੀ ਆ। ਤੇ ਫਿਰ ਕਹਿੰਦੇ ਇਹ ਸਵਾਲ ਬਣਦਾ ਵੀ ਕਾਂਗਰਸ ਲਈ ਸਵਾਲ ਬਣਦਾ ਵੀ ਕਾਂਗਰਸ ਨੇ ਕਿਹੜੇ ਇੱਦਾਂ ਦੇ ਜਿਹੜੇ ਆ ਵੀ ਕਦਮ ਚੁੱਕੇ ਹੈਗੇ ਆ ਜਿਹਦੇ ਕਰਕੇ ਜਿਹੜੀ ਸ਼ਾਸਕ ਕਲਾਸ ਹੈਗੀ ਆ, ਗਵਰਨਿੰਗ ਕਲਾਸ ਹੈਗੀ ਆ, ਵੀ ਇਹਦੀ ਜਿਹੜੀਆਂ ਤਾਕਤਾਂ ਹੈ ਇਹਨੂੰ ਖਤਮ ਕੀਤਾ ਜਾਵੇ। ਕੀ ਇਹਨਾਂ ਨੇ ਕੋਈ ਇੱਦਾਂ ਦਾ ਕਦਮ ਚੱਕਿਆ? ਤੇ ਕਹਿੰਦੇ ਇੱਧਰ ਕਦਮ ਚੱਕਿਆ। ਪਹਿਲਾਂ ਇੱਥੋਂ ਸ਼ੁਰੂ ਕਰਦੇ ਹੈਗੇ। ਦੂਜਾ ਕਹਿੰਦੇ ਦੱਸਦੇ ਆ ਵੀ ਦੇਖੋ 1947 ਜਦੋਂ ਇਲੈਕਸ਼ਨ ਹੋਏ ਸੀ ਨਾ, ਲੋਕ ਇਹਨਾਂ ਨੇ ਕੋਠਿਆਂ ਤੇ ਟੱਪ ਕੇ, ਕੋਠਿਆਂ ਤੇ ਚੜ੍ਹ ਕੇ ਦੱਸਿਆ ਲੋਕਾਂ ਨੂੰ ਵੀ ਕਾਂਗਰਸ ਜਿੱਤ ਗਈ ਹੈ, ਕਾਂਗਰਸ ਪੂਰੀ ਹਰ ਜਗ੍ਹਾ ਜਿੱਤ ਗਈ ਹੈਗੀ ਹੈ। ਤੇ ਹੁਣ ਇਹ ਪੁੱਛਣਾ ਇਹ ਹੋਵੇ ਵੀ ਹਾਂ ਸਾਨੂੰ ਵੀ ਇਹ ਪਤਾ ਹੈ ਵੀ ਇਹ ਜਿਹੜੀ ਕਾਂਗਰਸ ਹੈਗੀ ਹੈ ਜਿੱਤ ਗਈ ਹੈਗੀ ਆ, ਪਰ ਇਹਦੇ ਵਿੱਚ ਜਿਹੜੀ ਕਾਂਗਰਸ ਜਿੱਤੀ ਹੈ ਇਹਦੇ ਵਿੱਚ ਜਿਹੜੀ ਟਰੋਫੀ ਆ ਉਹ ਕਿਹੜੀ ਜਮਾਤ ਨੂੰ ਮਿਲੀ ਹੈਗੀ ਹੈ? ਇਹ ਵੀ ਇੱਕ ਵੱਡਾ ਸਵਾਲ ਬਣਦਾ ਹੈਗਾ ਆ। ਤੇ ਕਹਿੰਦੇ ਵੀ ਅਨਫੋਰਚੂਨੇਟਲੀ ਜਿੱਦਾਂ ਸਾਡਾ ਜਿਹੜਾ ਇੰਡੀਅਨ ਕੋਈ ਇੱਧਰ ਕੋਈ ਆਥਰ ਨਹੀਂ ਹੈਗਾ, ਰਾਈਟਰ ਨਹੀਂ ਹੈਗਾ ਜਿਹਨੇ ਕਿ ਆਪਣੇ ਪਾਰਲੀਮੈਂਟ ਦੇ ਵਿੱਚ ਜਾਂ ਜਿੰਨੇ ਵੀ ਵਿਧਾਨ ਸਭਾਵਾਂ ਹੈਗੀਆਂ ਜਾਂ ਸੈਂਟਰਲ ਜਿਹੜੀ ਹੈਗੀ ਆ ਲੈਜਿਸਲੇਚਰ ਹੈਗੀ ਹੈ ਜਾਂ ਸੈਂਟਰਲ ਵਿਧਾਨ ਸਭਾ ਹੈਗੀ ਹੈ ਜਾਂ ਕੇਂਦਰੀ ਵਿਧਾਨ ਸਭਾ ਤੇ ਰਾਜ ਵਿਧਾਨ ਸਭਾ, ਇਹਨਾਂ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਆ ਜਿਹੜੇ ਮੰਤਰੀ ਹੈਗੇ ਉਹਨਾਂ ਦਾ ਇੱਕ ਮੈਨੂਅਲ ਬਣਾਇਆ ਜਿਹੜਾ ਉਹਦੇ ਵਿੱਚ ਸਾਰਾ ਡੇਟਾ ਹੋਵੇ ਵੀ ਆਹ ਬੰਦਾ ਫਲਾਣੇ ਦਾ ਸਟੇਟ ਦਾ ਆ, ਫਲਾਣਾ ਸੈਂਟਰ ਦਾ ਹੈਗਾ ਹੈ, ਇਹ ਐਮਪੀ ਇੱਥੋਂ ਦਾ ਹੈਗਾ ਹੈ, ਇਹਦੀ ਇੰਨੀ ਐਜੂਕੇਸ਼ਨ, ਇੰਨੀ ਕੁਆਲੀਫਿਕੇਸ਼ਨ ਹੈ, ਇੰਨੀ ਦੀ ਪ੍ਰਾਪਰਟੀ ਹੈਗੀ ਹੈ। ਇੱਦਾਂ ਦਾ ਕੋਈ ਜਿੱਦਾਂ ਡਾਟਸ ਨੇ ਮੈਨੂਅਲ ਬਣਾਇਆ ਸੀਗਾ ਨਾ, ਇੱਦਾਂ ਦਾ ਮੈਨੂਅਲ ਨਹੀਂ ਬਣਾਇਆ ਹੈਗਾ। ਤੇ ਇਸ ਕਰਕੇ ਸਾਨੂੰ ਦਿੱਕਤ ਆਉਣੀ ਹੈਗੀ ਹੈ। ਪਰ ਕਹਿੰਦੇ ਵੀ ਮੈਂ ਕੋਸ਼ਿਸ਼ ਕੀਤੀ ਹੈਗੀ ਹੈ ਇਹ ਸਾਰਾ ਹੀ ਜਿਹੜਾ
ਕੁਛ ਨਾ ਕੁਛ ਡੇਟਾ ਜਿਹੜਾ ਜਿੰਨਾ ਵੀ ਮੈਨੂੰ ਇਹਦੇ ਵਿੱਚ ਉਪਲਬਧ ਸੀਗਾ ਵੀ ਉਹ ਮੈਂ ਇਹਦੇ ਵਿੱਚ ਇਕੱਠਾ ਕੀਤਾ ਹੈਗਾ। ਜਿੱਦਾਂ ਜਿਹੜੇ ਵੀ ਇਹਦੇ ਵਿੱਚ ਕਾਂਗਰਸ ਦੇ ਵਿੱਚ ਜਿਹੜੇ ਜਿੱਤ ਕੇ ਗਏ ਹੈਗੇ ਆ, ਕਾਂਗਰਸ ਦੀ ਟਿਕਟ ਤੋਂ ਜਿਹੜੇ ਲੋਕ ਜਿੱਤੇ ਹੈਗੇ ਆ, ਉਹ ਕਿਹੜੀ ਕਿਹੜੀ ਜਾਤ ਸੀਗੀ ਉਹਨਾਂ ਦੀ, ਕਿਹੜੀ ਉਹਨਾਂ ਦੀ ਜਿਹੜੀ ਹੈਗੀ ਆ ਕੰਮ ਕੀ ਸੀਗਾ, ਆਕੂਪੇਸ਼ਨ ਕੀ ਸੀਗੀ, ਉਹਨਾਂ ਦਾ ਜਿਹੜਾ ਐਜੂਕੇਸ਼ਨ ਕੀ ਸੀਗਾ, ਤੇ ਉਹਨਾਂ ਦਾ ਜਿਹੜਾ ਹੈਗਾ ਆ ਵੀ ਸੋਸ਼ਲ ਸਟੇਟਸ ਕੀ ਸੀਗਾ ਸਮਾਜ ਦੇ ਵਿੱਚ। ਇਹਨਾਂ ਦੇ ਬਾਰੇ ਜਿਹੜਾ ਹੈਗਾ ਮੈਂ ਇਹ ਥੋੜਾ ਡੇਟਾ ਇਕੱਠਾ ਕੀਤਾ ਜਿਹੜਾ ਸ਼ੇਅਰ ਕਰਾਂਗਾ। ਤੇ ਕਈ ਚੀਜ਼ਾਂ ਇਦਾਂ ਵੀ, ਕਿਉਂਕਿ ਡੇਟਾ ਜਿਹੜਾ ਹੈਗਾ ਕਿਸੇ ਨੇ ਇਕੱਠਾ ਨਹੀਂ ਕੀਤਾ, ਨਾ ਕੋਈ ਦਰੀ ਜਿਹੜੀ ਆ ਕੋਈ ਸਟੱਡੀ ਹੋਈ ਆ ਜਾਂ ਇਹਦਾ ਸਰਵੇਖਣ ਹੋਇਆ ਹੈਗਾ ਵੀ ਜਿਹਦੇ ਵਿੱਚ ਆਪਾਂ ਨੂੰ ਸਾਰਾ ਇਨਫੋਰਮੇਸ਼ਨ ਮਿਲ ਜਾਏ। ਤੇ ਪਰ ਕਹਿੰਦੇ ਵੀ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਵਿੱਚ ਪੂਰੀਆਂ ਸ਼ਾਇਦ ਨਾ ਹੋਵੇ, ਪਰ ਮੈਂ ਕੋਸ਼ਿਸ਼ ਕਰਾਂਗਾ ਇਹਦੇ ਵਿੱਚ ਜਿੰਨਾ ਵੀ ਮੇਰੇ ਤੋਂ ਡੇਟਾ ਹੈਗਾ ਵੀ ਮੈਂ ਦੱਸਾਂ। ਤੇ ਇਹਦੇ ਵਿੱਚ ਆ ਜਿਹੜਾ ਪਹਿਲਾ ਤੁਸੀਂ ਟੇਬਲ ਦੇਖ ਸਕਦੇ ਹੈਗੇ ਆ, ਇਹਦੇ ਵਿੱਚ ਤੁਸੀਂ ਦੇਖੋਗੇ ਵੀ ਇਹ ਉਹ ਜਿਹੜੇ ਖੱਬੇ ਪਾਸੇ ਦੇਖ ਸਕਦੇ ਜਿਹੜੀਆਂ ਸਟੇਟ ਸੀਗੀਆਂ ਜਾਂ ਜਿਹੜੇ ਸੂਬੇ ਸੀਗੇ ਜਾਂ ਪ੍ਰੋਵਿੰਸ ਸੀਗੇ ਉਸ ਟਾਈਮ ਦੇ, ਅਸਾਮ, ਬੰਗਾਲ, ਬਿਹਾਰ, ਮਦਰਾਸ, ਉੜੀਸਾ ਤੇ ਯੂਪੀ। ਇਹਦੇ ਵਿੱਚ ਕਹਿੰਦੇ ਬ੍ਰਾਹਮਣ ਦੇਖ ਲਓ 500 ਜਿਹੜੀਆਂ 83 ਸੀਟਾਂ ਸੀਗੀਆਂ, ਇਹਦੇ ਵਿੱਚ ਜਿਹੜੇ ਸੀਗੇ ਟੋਟਲ ਪੂਰੇ ਭਾਰਤ ਦੇ ਜਿੰਨੇ ਵੀ ਸੂਬੇ ਸੀਗੇ ਉਹਦੇ ਵਿੱਚ ਬ੍ਰਾਹਮਣ ਕਿੰਨੇ ਸੀ 168, 28% ਬਣਦੇ ਆ ਇਹ। ਤੇ ਨਾਨ ਬ੍ਰਾਹਮਣ ਜਿਹੜੇ ਹੈਗੇ ਆ 288 ਬਣਦੇ ਆ, 49%। ਤੇ ਸ਼ਡਿਊਲ ਕਾਸਟ ਕਿੰਨੇ ਬਣਦੇ ਹੈਗੇ ਆ 77 ਮੈਂਬਰ ਬਣਦੇ ਇਹਨਾਂ ਦੇ, 13% ਬਣਦੇ ਹੈਗੇ ਆ। ਤੇ ਹੁਣ ਇਹਦੇ ਵਿੱਚ ਦੇਖਣ ਨੂੰ ਤਾਂ ਲੱਗਦਾ ਵੀ ਜਿਹੜੇ ਨਾਨ ਬ੍ਰਾਹਮਣ ਜ਼ਿਆਦਾ ਹੈਗੇ ਆ, ਇਹਨਾਂ ਦੀ ਜਿਹੜੀਆਂ ਇਹ ਹੈਗੇ 49% ਇਹਨਾਂ ਦੀ ਬਣਦੀਆਂ ਹੈਗੀਆਂ ਕਾਂਗਰਸ ਵਿੱਚ ਜਿਹੜੇ ਜਿੱਤੇ ਇਹਨਾਂ ਦੀ ਸੀਟਾਂ, ਤੇ ਬ੍ਰਾਹਮਣ ਦੀ ਸਾਰੀਆਂ 28.8 ਬਣਦੀਆਂ। ਇਹ ਇੱਕ ਬਹੁਤ ਇਹਦੇ ਵਿੱਚ ਕਨਫਿਊਜ਼ਨ ਨਾ ਹੋਵੇ ਵੀ ਜ਼ਿਆਦਾ ਨਾਨ ਬ੍ਰਾਹਮਣ ਦੀ ਬਣਦੀ ਤੇ ਬ੍ਰਾਹਮਣ 28 ਬਣਦੇ ਹੈਗੇ ਆ। ਹੁਣ ਅੱਗੇ ਬਾਬਾ ਸਾਹਿਬ ਦੱਸਦੇ, ਦੇਖੋ ਇਹ ਕਹਿੰਦੇ ਵੀ ਦੇਖਣ ਨੂੰ ਤੁਹਾਨੂੰ ਬੜਾ ਇਦਾਂ ਲੱਗਣਾ ਵੀ ਦੇਖੋ ਇਹਦੇ ਵਿੱਚ ਕੋਈ ਹੇਰ ਫੇਰ ਨਹੀਂ ਹੈਗਾ, ਪਰ ਜੇ ਤੁਸੀਂ ਇਹ ਗੱਲ ਧਿਆਨ 'ਚ ਰੱਖੋਗੇ ਵੀ ਬ੍ਰਾਹਮਣ ਜਿਹੜਾ ਹੈਗਾ ਆ ਹਿੰਦੂ ਪਾਪੂਲੇਸ਼ਨ ਦਾ ਕਿੰਨਵਾਂ ਹਿੱਸਾ ਹੈਗਾ ਆ। ਜਦੋਂ 1931 ਦਾ ਜਿਹੜਾ ਆਪਾਂ ਨੂੰ ਸੈਂਸਸ ਪਤਾ ਵੀ 3.5 ਉਹਦੇ ਵਿੱਚ ਦੱਸਿਆ ਗਿਆ ਸੀਗਾ, ਕਲੋਜ਼ ਟੂ 3.5 ਪਾਪੂਲੇਸ਼ਨ ਸੀਗੀ ਉਹਨਾਂ ਦੀ। ਤੇ 3.5 ਜਿਨ੍ਹਾਂ ਦੀ ਵੀ % ਪਾਪੂਲੇਸ਼ਨ ਆ, ਉਹਨਾਂ ਨੂੰ 28.8 ਜਾਂ 29% ਉਹਨਾਂ ਦੀ ਰਿਪਰੈਜ਼ੈਂਟੇਸ਼ਨ ਹੈਗੀ ਆ, ਜਿਨ੍ਹਾਂ ਦੀ ਪਾਪੂਲੇਸ਼ਨ ਸਾਰੀ 3.5% ਆ, ਤੇ 28.5% ਜਿਹੜੇ ਉੱਥੇ ਕਾਬਜ ਹੋ ਕੇ ਬੈਠੇ ਆ। ਇਹ ਬਹੁਤ ਵੱਡੀ ਜਿਹੜੀ ਚੀਜ਼ ਹੈ, ਸਭ ਤੋਂ ਓਵਰ ਰਿਪਰੈਜ਼ੈਂਟੇਸ਼ਨ ਇਹਨਾਂ ਦੀ ਹੋ ਰਹੀ ਹੈ ਇੱਥੇ। ਤੇ ਹਾਲਾਂਕਿ ਜੇ ਦੂਜਾ ਕਵਾਂਗੇ ਨਾਨ ਬ੍ਰਾਹਮਣ ਤਾਂ ਫਿਰ ਆਪਣੇ ਉਹਨਾਂ ਦੀ ਪਾਪੂਲੇਸ਼ਨ ਮਤਲਬ 50-52, ਤਾਂ ਉਹ ਤਾਂ ਪੂਰੇ ਦੇ ਪੂਰੇ ਬਣ ਰਹੇ ਹੈਗੇ ਆ। ਇੱਦਾਂ ਹੀ ਜਿਹੜੇ ਅਛੂਤ ਲੋਕ ਹੈਗੇ ਆ, ਸ਼ਡਿਊਲ ਕਾਸਟ ਹੈਗੇ ਆ, ਉਹਨਾਂ ਦੀ ਪਾਪੂਲੇਸ਼ਨ ਵੀ 15-16-17% ਬਣ ਰਹੀ ਹੈਗੀ ਆ, ਤੇ ਉਹ ਵੀ 13% ਉਹਨਾਂ ਦੀ ਜਿਹੜੀ ਹੈਗੀ ਆ ਹਿੱਸੇਦਾਰੀ ਹੈਗੀ ਆ। ਇਹ ਜਿਹੜੀਆਂ ਚੀਜ਼ਾਂ ਇੰਪੋਰਟੈਂਟ ਹੈਗੀਆਂ, ਪਰ ਬ੍ਰਾਹਮਣ ਦੀ ਪਾਪੂਲੇਸ਼ਨ ਘੱਟ ਹੋਣ ਦੇ ਬਾਵਜੂਦ ਹੀ ਇਹ ਬਹੁਤ ਜ਼ਿਆਦਾ ਸੀਟਾਂ 'ਤੇ ਕਾਬਜ ਹੈਗੇ ਆ। ਤੇ ਅਗਲਾ ਕਹਿੰਦੇ ਆ ਵੀ ਹੁਣ ਇਹ ਦੇਖਣਾ ਪੈਣਾ ਵੀ ਕਾਂਗਰਸ ਨੇ ਜਿਹੜੀ ਹੈਗੀ ਆ, ਜਿਹੜੇ ਜ਼ਿਮੀਂਦਾਰ ਸੀਗੇ, ਬਾਣੀਏ ਸੀਗੇ, ਬਿਜ਼ਨਸ ਵਾਲੇ ਲੋਕ ਸੀਗੇ ਜਾਂ ਜਿਨ੍ਹਾਂ ਦਾ ਜ਼ਮੀਨਾਂ ਸੀਗੀਆਂ, ਉਹਨਾਂ ਨੂੰ ਦੇਖਿਆ ਜਾਵੇ ਤਾਂ ਉਹ ਇਹਦੇ ਵਿੱਚ ਤੁਸੀਂ ਦੇਖ ਸਕਦੇ ਆ ਇਧਰ ਸੂਬੇ ਆ ਗਏ ਤੁਹਾਡੇ, ਤੇ ਕਿੰਨੇ ਵਕੀਲ ਸੀਗੇ, ਕਿੰਨੀਆਂ ਸੀਟਾਂ 'ਚ ਇਹਨਾਂ ਦੇ ਵਕੀਲ ਸੀਗੇ 119 ਵਕੀਲ ਇਹਨਾਂ ਨੇ ਖੜੇ ਕੀਤੇ ਸੀਗੇ, 26% ਜਿਹੜਾ ਬਣਦਾ ਸੀਗਾ। ਤੇ ਇਹਨਾਂ ਦੇ ਵਿੱਚੋਂ ਜਿਹੜੇ ਲੈਂਡਲੋਰਡ ਸੀਗੇ, ਜਿਹੜੇ ਜ਼ਿਮੀਂਦਾਰ ਸੀਗੇ, ਉਹ ਸੀਗੇ 35.8, ਤੇ ਬਿਜ਼ਨਸਮੈਨ ਜਿਹੜੇ ਸੀਗੇ ਉਹ ਸੀਗੇ ਆਪਣੇ 9.8%। ਤੇ ਇਹ ਦੇਖ ਲਓ ਵੀ ਇਹਨਾਂ ਦੇ ਵਿੱਚ ਇਹਨਾਂ ਨੂੰ ਵੀ ਇਹਨਾਂ ਨੇ ਲੈਂਡਲੋਰਡ ਜ਼ਿਮੀਂਦਾਰ ਸੀਗੇ ਤੇ ਬਿਜ਼ਨਸ ਵਾਲੇ ਲੋਕ ਸੀਗੇ ਤੇ ਜਾਂ ਜਿਹੜੇ ਲਾਇਰ ਸੀਗੇ, ਇਹਨਾਂ ਦੀ ਜਿਹੜੀ ਹਿੱਸੇਦਾਰੀ ਸੀਗੀ ਕਾਂਗਰਸ ਸੀਟਾਂ ਦੇ ਜਿਹੜੇ ਜਿੱਤੇ ਸੀਗੇ ਬਹੁਤ ਜ਼ਿਆਦਾ ਆ। ਤੇ ਇੱਕ ਇਹਦੇ ਵਿੱਚ ਹੋਰ ਆਪਾਂ ਨੂੰ ਧਿਆਨ ਰੱਖਣਾ ਇਹਦੇ ਵਿੱਚ ਇਹੀ ਹੈ ਵੀ ਇਹਨਾਂ ਨੇ ਕਾਂਗਰਸ ਨੇ ਬਾਣੀਆਂ ਨੂੰ ਤੇ ਜ਼ਿਮੀਂਦਾਰਾਂ ਨੂੰ ਤੇ ਬਿਜ਼ਨਸ ਵਾਲੇ ਲੋਕਾਂ ਨੂੰ ਟਿਕਟਾਂ ਬਹੁਤ ਦਿੱਤੀਆਂ ਆਪ, ਤੇ ਉਹਨਾਂ ਵਿੱਚੋਂ ਜਿਹੜਾ ਇਹਨਾਂ ਨੇ ਜਿਤਾਇਆ ਵੀ ਹੈਗਾ ਆ। ਤੇ ਇਹਦੇ ਵਿੱਚ ਤੁਹਾਨੂੰ ਕੀ ਕੋਈ ਸ਼ੱਕ ਰਹਿ ਜਾਂਦਾ ਹੈਗਾ ਆ ਵੀ ਜਿਹੜੀ ਇਹ ਕਾਂਗਰਸ ਹੈਗੀ ਆ ਇਹ ਸ਼ਾਸਕ ਜਮਾਤ ਦੇ ਵਿਰੁੱਧ ਵਿੱਚ ਹੈ ਜਾਂ ਸ਼ਾਸਕ ਜਮਾਤ ਨੂੰ ਇੱਕ ਰਾਜਨੀਤਿਕ ਤਾਕਤ ਬਣਾਉਣ ਦੇ ਵਿੱਚ ਇਹਨਾਂ ਦੀ ਹਿੱਸੇਦਾਰੀ ਹੈਗੀ, ਅੱਗੇ ਲਿਆਉਣ ਦੇ ਵਿੱਚ ਇਹਨਾਂ ਦੀ ਕਾਫੀ ਹਿੱਸੇਦਾਰੀ ਹੈਗੀ ਹੈ। ਤੇ ਇੱਕ ਇਹ 2 ਪੁਆਇੰਟ ਹੋ ਗਏ। ਤੀਸਰਾ ਪੁਆਇੰਟ ਕਹਿੰਦੇ ਆ ਵੀ ਇਹਨੂੰ ਛੱਡ ਕੇ ਜੇ ਆਪਾਂ ਕਾਂਗਰਸ ਜਿਹੜੀ ਮਿਨਿਸਟਰੀ ਹੈ ਨਾ, ਕਿੰਨੇ ਮੰਤਰੀ ਸੀਗੇ, ਕਿਹੜੀ ਜਾਤ ਦਾ ਸੀਗਾ ਜਾਂ ਉਹ ਕੀ ਉਹਨਾਂ ਦਾ ਕੀ ਰੋਲ ਹੈਗਾ ਹੈ, ਉਹ ਵੀ ਦੇਖਾਂਗੇ ਤਾਂ ਉਹ 'ਚੋਂ ਪਤਾ ਲੱਗ ਜੂਗਾ ਵੀ ਕਾਂਗਰਸ ਕਰਨਾ ਕੀ ਚਾਹੁੰਦੀ ਹੈਗੀ ਹੈ। ਜਿਹੜਾ ਇਹ ਦੱਸਦੀ ਹੈਗੀ ਸਾਰੇ ਦੇ ਹਿਤੈਸ਼ੀ ਹੈਗੇ, ਸਾਰਿਆਂ ਨੂੰ ਸਾਰਿਆਂ ਦੀ ਨੁਮਾਇੰਦਗੀ ਕਰਦੇ ਆ, ਸਾਰਿਆਂ ਨੂੰ ਹਿੱਸੇਦਾਰੀ ਦਿੰਦੇ ਹੈਗੇ, ਇਹਦੇ ਵਿੱਚ ਪਤਾ ਲੱਗ ਜਾਣਾ। ਹੁਣ ਮੰਤਰੀ ਦੇਖੋ ਤੁਸੀਂ, ਜੇ ਕੈਬਨਿਟ ਦੇ ਮੰਤਰੀ ਦੇਖਾਂਗੇ ਇਹਦੇ ਵਿੱਚ 52 ਮੰਤਰੀ ਹੈ ਕੈਬਨਿਟ ਦੇ,
ਸੌਰੀ 42 ਦੇ ਵਿੱਚੋਂ ਕਹਿੰਦੇ ਵੀ 11 ਜਿਹੜੇ ਨਾਨ ਹਿੰਦੂ ਆ ਤੇ 31 ਜਿਹੜੇ ਸੀਗੇ ਹਿੰਦੂ ਮੰਤਰੀ। 31 ਹਿੰਦੂ ਮੰਤਰੀਆਂ ਦੇ ਵਿੱਚੋਂ 13 ਜਿਹੜੇ ਕੈਬਨਿਟ ਮੰਤਰੀ ਆ, 13 ਉਹ ਹੈਗੇ ਬ੍ਰਾਹਮਣ, ਤੇ ਨਾਨ ਬ੍ਰਾਹਮਣ ਹੈਗੇ ਸਾਰੇ 6, ਤੇ ਸ਼ਡਿਊਲ ਕਾਸਟ ਹੈਗੇ ਸਾਰੇ 2। ਭਾਵ ਵੀ ਜਿਹੜੇ ਬ੍ਰਾਹਮਣ ਹੈਗੇ ਆ ਉਹ 30% ਬ੍ਰਾਹਮਣ ਜਿਹੜੇ ਆ ਉਹ ਕੈਬਨਿਟ ਮੰਤਰੀ ਹੈਗੇ ਆ। ਜਿਹੜੇ ਗੈਰ ਬ੍ਰਾਹਮਣ ਹੈਗੇ ਆ ਉਹ 14% ਆ। ਜਿਹੜੇ ਅਛੂਤ ਹੈਗੇ ਸ਼ਡਿਊਲ ਕਾਸਟ ਹੈਗੇ ਆ ਉਹ ਹੈਗੇ ਸਾਰੇ 4.5% ਕੈਬਨਿਟ ਮਿਨਿਸਟਰ ਹੈਗੇ ਆ। ਔਰ ਜੇ ਆਪਾਂ ਦੇਖਾਂਗੇ ਵੀ ਆ ਜਿਹੜੇ ਸੂਬੇ ਹੈਗੇ ਆ ਜਾਂ ਪ੍ਰੋਵਿੰਸ ਹੈਗੇ, ਇਹਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਕੌਣ ਬਣਿਆ ਸੀਗਾ, ਇਹਨਾਂ ਦੇ ਵਿੱਚ ਜਿਹੜਾ ਅੱਜ ਜਿੱਦਾਂ ਆਪਾਂ ਚੀਫ ਮਿਨਿਸਟਰ ਕਹਿੰਦੇ ਆ, ਉਸ ਟਾਈਮ ਪ੍ਰਾਈਮ ਮਿਨਿਸਟਰ ਕਹਿੰਦੇ ਸੀ, ਉਹਦੇ ਵਿੱਚ ਪ੍ਰਾਈਮ ਮਿਨਿਸਟਰ ਕਿਹੜਾ ਬਣਿਆ, ਸਾਰੇ ਦੇਖ ਲਓ ਵੀ 7 ਦੇ ਵਿੱਚੋਂ 6 ਦੇ ਵਿੱਚ ਬਾਹਮਣ ਹੀ ਪ੍ਰਾਈਮ ਮਿਨਿਸਟਰ ਸੀਗਾ। ਤੇ ਇਹ ਕੈਬਨਿਟ ਮਿਨਿਸਟਰ 'ਚ ਵੀ ਜ਼ਿਆਦਾ ਸੀਗੇ, ਔਰ ਪ੍ਰਾਈਮ ਮਿਨਿਸਟਰ ਵੀ ਜਿਹੜੇ ਸੂਬਿਆਂ ਦੇ ਪ੍ਰਾਈਮ ਮਿਨਿਸਟਰ ਸੀਗੇ, ਜੇ ਅੱਜ ਦੀ ਲੈਂਗੁਏਜ ਚੀਫ ਮਿਨਿਸਟਰ, ਸਾਰੇ ਦੇ ਸਾਰੇ ਇੱਕ ਨੂੰ ਛੱਡ ਕੇ ਬ੍ਰਾਹਮਣ ਹੀ ਸੀਗੇ। ਤੇ ਜੇ ਆਪਾਂ ਦੇਖੀਏ ਵੀ ਜਿਹੜੇ ਪਾਰਲੀਮੈਂਟਰੀ ਸੈਕਟਰੀ ਹੁੰਦੇ ਹੈਗੇ ਆ ਉਹ ਕਿੰਨੇ ਸੀਗੇ ਬਾਹਮਣਾਂ ਦੇ ਵਿੱਚੋਂ, ਉਹ ਜੇ ਟੋਟਲ 35 ਸੀਗੇ ਹਿੰਦੂ ਸੈਕਟਰੀ, ਤੇ ਉਹਦੇ ਵਿੱਚੋਂ ਜਿਹੜੇ ਸੀਗੇ ਬਾਹਮਣ 8 ਸੀਗੇ, ਤੇ ਨਾਨ ਬ੍ਰਾਹਮਣ 22 ਸੀਗੇ, ਤੇ ਸ਼ਡਿਊਲ ਕਾਸਟ 3 ਸੀਗੇ। ਇਹ ਜਿਹੜੇ ਹੁੰਦੇ ਆ ਸੈਕਟਰੀ ਲੈਵਲ ਤੇ, ਇਹਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਪੋਸਟ ਹੁੰਦੀ ਹੈਗੀ, ਜਿੱਦਾਂ IAS ਹੋ ਗਏ ਬੰਦੇ, ਜਾਂ ਸੈਂਟਰਲ ਸਿਵਲ ਸਰਵਿਸਿਜ਼ ਜਿਹੜੀਆਂ ਉਸ ਟਾਈਮ ਦੀਆਂ ਸੀਗੀਆਂ, ਉਹਦੇ ਵਿੱਚ ਜਿਹੜੀ ਪੋਸਟ ਹੁੰਦੀ ਹੈ ਉਹ ਇੱਕ ਜਿੱਦਾਂ ਡਿਪਾਰਟਮੈਂਟ ਨੂੰ ਸਾਂਭਦੇ ਹੈਗੇ ਆ, ਤੇ ਉਹ ਅੱਗੇ ਸਲਾਹ ਦਿੰਦੇ ਹੈਗੇ ਮੰਤਰੀਆਂ ਨੂੰ, ਕੈਬਨਿਟ ਮਿਨਿਸਟਰਸ ਨੂੰ। ਤੇ ਉਹ ਜਿਹੜੇ ਸੈਕਟਰੀ ਹੈਗੇ ਉਹ ਉਹਨਾਂ ਦਾ ਵੇਰਵਾ ਸੀਗਾ। ਪਰ ਆ ਜਿਹੜਾ ਹੈਗਾ ਕੈਬਨਿਟ ਮਿਨਿਸਟਰ, ਤੁਸੀਂ ਦੇਖ ਲਓ ਵੀ 3.5% ਬਾਹਮਣ ਹੈ, 30% ਉਹਨਾਂ ਦਾ ਕੈਬਨਿਟ ਮਿਨਿਸਟਰ ਹੈਗੇ ਆ। ਤੇ ਸ਼ਡਿਊਲ ਕਾਸਟ ਦੇ ਜਿਹੜੇ ਪਾਪੂਲੇਸ਼ਨ ਕਿੰਨੀ ਹੈਗੀ ਆ, 16.8% ਜਾਂ 17% ਵੀ ਬਣਦੀ ਹੈਗੀ, ਤੇ ਤਾਂ ਵੀ ਇਹ ਜਿਹੜੇ ਆ 4.5% ਇਹਨਾਂ ਦੇ ਮੰਤਰੀ ਬਣਦੇ ਹੈਗੇ। ਔਰ 7 ਵਿੱਚੋਂ 6 ਜਿਹੜੇ ਸੀਗੇ ਸੂਬੇ, ਉਹਨਾਂ ਦੇ ਵਿੱਚ ਤਾਂ ਬਾਹਮਣ ਹੀ ਜਿਹੜਾ ਸੀਗਾ CM ਸੀਗਾ ਉੱਥੇ। ਤੇ ਇੱਥੋਂ ਸਾਨੂੰ ਕੀ ਪਤਾ ਲੱਗਦਾ ਹੈਗਾ ਆ, ਇੱਥੋਂ ਇਹੀ ਪਤਾ ਲੱਗਦਾ ਹੈਗਾ ਆ ਵੀ ਇਹਦੇ ਵਿੱਚ ਵੀ ਸਾਨੂੰ ਹੁਣ ਕੋਈ ਡਾਊਟ ਰਹਿ ਜਾਂਦੀ ਆ ਵੀ ਜਿਹੜਾ ਬਾਹਮਣ ਹੈਗਾ ਆ ਉਹੀ ਸ਼ਾਸਕ ਜਮਾਤ ਆ ਭਾਰਤ ਦੀ। ਤੇ ਇਹਦੇ ਵਿੱਚ ਕੀ ਸਾਨੂੰ ਕੋਈ ਸ਼ੱਕ ਰਹਿ ਜਾਂਦਾ ਹੈਗਾ ਆ ਵੀ ਜਿਹੜੀ ਕਾਂਗਰਸ ਹੈਗੀ ਆ, ਜਿਹੜੀ ਇਹ ਆਜ਼ਾਦੀ ਦੀ ਲੜਾਈ ਲੜ ਰਹੀ ਆ, ਉਹ ਸ਼ਾਸਕ ਜਮਾਤ ਦੀ ਆਜ਼ਾਦੀ ਦੀ ਲੜਾਈ ਲੜ ਰਹੀ ਆ। ਕੀ ਸਾਨੂੰ ਇਹਦੇ ਵਿੱਚ ਕੋਈ ਸ਼ੱਕ ਰਹਿ ਜਾਂਦਾ ਹੈਗਾ ਆ ਵੀ ਜਿਹੜੀ ਕਾਂਗਰਸ ਆ ਉਹੀ ਸ਼ਾਸਕ ਜਮਾਤ ਆ, ਤੇ ਜਿਹੜੀ ਸ਼ਾਸਕ ਜਮਾਤ ਆ ਉਹੀ ਕਾਂਗਰਸ ਆ? ਕੀ ਸਾਨੂੰ ਕੋਈ ਸ਼ੱਕ ਰਹਿ ਜਾਂਦਾ ਹੈਗਾ ਆ ਵੀ ਜਿਹੜਾ ਸਵਰਾਜ 1947 ਤੇ ਵੋਟਾਂ ਤੋਂ ਬਾਅਦ ਆਉਣਾ, ਜਿਹੜਾ ਇਲੈਕਸ਼ਨ ਤੋਂ ਬਾਅਦ ਆਉਣਾ ਸੀਗਾ, ਕਾਂਗਰਸ ਉਹਦੇ ਵਿੱਚ ਜਿਹੜੀ ਹੈਗੀ ਆ ਆਪਣੇ, ਉਹਨਾਂ ਨੇ ਇਹਦੇ ਵਿੱਚ ਕੋਈ ਵੀ ਸ਼ਰਮ ਹਿਆ ਨਹੀਂ ਰੱਖੀ ਹੈਗੀ ਵੀ ਜਿਹੜੀ ਸ਼ਾਸਕ ਜਮਾਤ ਨੂੰ ਆਪਣੀ ਪਾਵਰ ਦੇ ਵਿੱਚ ਬਿਠਾਉਣ ਲਈ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਰਹਿ ਜਾਂਦਾ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹਦੇ ਵਿੱਚ ਮਤਲਬ ਸਵਾਲ ਕਰਕੇ ਕਰਦੇ ਆ ਵੀ ਕੋਈ ਸ਼ੱਕ ਹੈ ਵੀ ਕਾਂਗਰਸ ਨੇ ਆਹ ਕੰਮ ਕੀਤਾ ਹੈਗਾ ਵੀ ਬਾਹਮਣ ਨੂੰ ਉੱਥੇ ਜਿਹੜਾ ਹੈਗਾ ਸਾਰਿਆਂ ਨੂੰ ਪਾਵਰ ਸਟੇਸ਼ਨ ਦੇ ਵਿੱਚ ਬਿਠਾਤਾ ਹੈਗਾ ਆ। ਤੇ ਉਸ ਤੋਂ ਅੱਗੇ ਹੈਗਾ ਆ ਵੀ ਇਹ ਕਹਿੰਦੇ ਆ ਵੀ ਦੇਖੋ ਇਹ ਵੀ ਇਹ ਜੇ ਇੱਦਾਂ ਵੀ ਇਹਦਾ ਮੁਲਾਂਕਣ ਕਰਾਂਗੇ ਨਾ, ਤਾਂ ਵੀ ਇਹ ਜਿਹੜੀ ਸ਼ਾਸਕ ਕਲਾਸ ਆ ਵੀ ਕਾਂਗਰਸ ਨੇ ਜਿਹੜੀ ਸ਼ਾਸਕ ਕਲਾਸ ਨੂੰ ਅਥਾਰਟੀ ਤੇ ਪਾਵਰ 'ਚ ਬਿਠਾਤਾ ਹੈਗਾ ਆ। ਇਹ ਵੀ ਥੋੜਾ ਆ, ਜੇ ਇਹਨੂੰ ਆਪਾਂ ਹੋਰ ਤੋੜਾਂਗੇ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਜਿਹੜੀ ਕਾਂਗਰਸ ਹਾਈ ਕਮਾਂਡ ਆ ਨਾ, ਉਹ ਜਿਹੜੇ ਕੈਂਡੀਡੇਟ ਚੁਣਦੀ ਹੈਗੀ ਆ, ਉਹ ਕੈਂਡੀਡੇਟ ਵੀ ਬੜੇ ਇੱਕ ਅਲੱਗ ਹੀ ਤਰੀਕੇ ਨਾਲ ਚੁਣਦੀ ਹੈਗੀ ਆ। ਉਹ ਕਿੱਦਾਂ ਚੁਣਦੀ ਆ, ਉਹ ਦੇਖਦੀ ਆ ਵੀ ਜਿਹੜਾ ਬਾਹਮਣ ਜਮਾਤ ਤੋਂ ਕੈਂਡੀਡੇਟ ਹੈ ਨਾ, ਉਹ ਸਭ ਤੋਂ ਵੱਧ ਪੜ੍ਹਿਆ ਲਿਖਿਆ ਹਾਈਲੀ ਕੁਆਲੀਫਾਈਡ ਬੰਦਾ ਹੋਵੇ, ਔਰ ਜਿਹੜਾ ਨਾਨ ਬ੍ਰਾਹਮਣ ਜਾਂ ਸ਼ਡਿਊਲ ਕਾਸਟ ਹੋਵੇ ਉਹ ਘੱਟ ਤੋਂ ਘੱਟ ਪੜ੍ਹਿਆ ਲਿਖਿਆ ਹੋਵੇ। ਤੇ ਇਹਦਾ ਆ ਡੇਟਾ ਇਕੱਠਾ ਕੀਤਾ ਹੈ ਡਾਕਟਰ ਅੰਬੇਦਕਰ ਨੇ, ਤੇ ਇਹਦੇ ਵਿੱਚ ਦੱਸਿਆ ਹੈਗਾ ਵੀ ਆ ਤੁਸੀਂ ਦੇਖ ਸਕਦੇ ਆ ਜਿਹੜੇ ਤਾਂ ਯੈਲੋ ਵਾਲੇ ਹੈਗੇ ਆ, ਇਹਦੇ 'ਚ ਮੈਂ ਪਹਿਲਾਂ ਹੁਣ ਦੱਸਦਾ ਵੀ ਟੋਟਲ ਜਿਹੜੇ ਹੈਗੇ ਸ਼ਡਿਊਲ ਕਾਸਟ ਕਿੰਨੇ ਟੋਟਲ ਸ਼ਡਿਊਲ ਕਾਸਟ ਸੀਗੇ। 53 ਸ਼ਡਿਊਲ ਕਾਸਟ ਸੀਗੇ। ਇਹਨਾਂ ਦੇ 53 ਜਿਹੜੇ ਕਾਂਗਰਸ ਦੀ ਸੀਟ ਤੋਂ ਜਿੱਤੇ ਸੀਗੇ, 53 ਦੇ ਵਿੱਚੋਂ ਸ਼ਡਿਊਲ ਕਾਸਟਾਂ ਦੇ ਵਿੱਚੋਂ ਜਿਹੜੇ 6 ਗ੍ਰੈਜੂਏਟ ਸੀਗੇ, ਤੇ 37 ਜਿਹੜੇ ਸੀਗੇ ਅਨਪੜ੍ਹ ਸੀਗੇ, ਤੇ 6 ਇੱਦਾਂ ਦੇ ਜਿਹੜੇ ਮੈਟ੍ਰਿਕੂਲੇਟ ਕੀਤੀ ਸੀਗੀ ਉਹਨਾਂ ਨੇ, ਤੇ 2 ਜਿਹੜੇ ਗ੍ਰੈਜੂਏਟ ਨਾਨ ਗ੍ਰੈਜੂਏਟ ਸੀਗੇ। ਸਿਰਫ 6 ਹੀ ਗ੍ਰੈਜੂਏਟ ਸੀਗੇ। ਔਰ ਬਾਹਮਣਾਂ ਦੇ ਵਿੱਚੋਂ 140 ਬਾਹਮਣ ਸੀਗੇ, ਉਹਨਾਂ ਦੇ ਵਿੱਚੋਂ ਦੇਖ ਲਓ ਵੀ ਤੁਹਾਡੇ ਜਿਹੜੇ ਗ੍ਰੈਜੂਏਟ ਕਿੰਨੇ ਸੀਗੇ, 67 47 ਜਾਂ 50% ਦੇ ਲਾਗੇ ਛਾਗੇ ਜਿਹੜੇ ਸੀਗੇ ਬਾਹਮਣ ਸਾਰੇ ਗ੍ਰੈਜੂਏਟ ਸੀਗੇ, ਔਰ 11% ਸ਼ਡਿਊਲ ਕਾਸਟ ਜਿਹੜੇ ਸੀਗੇ ਉਹ ਗ੍ਰੈਜੂਏਟ ਸੀਗੇ, ਔਰ ਅਨਪੜ੍ਹ ਜਿਹੜੇ 70% ਸ਼ਡਿਊਲ ਕਾਸਟ ਜਿਹੜੇ ਸੀਗੇ ਉਹ ਅਨਪੜ੍ਹ ਸੀਗੇ, ਜਿਹੜੇ
ਕਾਂਗਰਸ ਟਿਕਟ ਤੋਂ ਜਿੱਤ ਕੇ ਆਏ ਆ। ਹੁਣ ਇਹ ਇਦਾਂ ਕਰਨ ਦਾ ਜਿਹੜਾ ਇਹਨਾਂ ਦਾ ਮਕਸਦ ਕੀ ਹੈਗਾ, ਇਹਦੇ ਪਿੱਛੇ ਵੀ ਚਾਲ ਹੈਗੀ ਆ, ਇਹ ਚਾਲ ਵੀ ਸਮਝਣੀ ਜ਼ਰੂਰੀ ਹੈਗੀ ਆ। ਤੇ ਇਹਦੇ ਵਿੱਚ ਹੁਣ ਇਸਦਾ ਕਿਉਂ ਕਰਦੇ ਸੀਗੇ ਕਾਂਗਰਸ ਵੀ, ਜਿਹਦੇ ਵਿੱਚ ਜਿਹੜਾ ਨਾਨ ਬ੍ਰਾਹਮਣ ਹੈਗਾ ਜਾਂ ਸ਼ਡਿਊਲ ਕਾਸਟ ਆ ਉਹ ਅਨਪੜ੍ਹ ਬੰਦਾ ਲੈਂਦੇ ਆ, ਤੇ ਬ੍ਰਾਹਮਣ ਜਿਹੜਾ ਹੈਗਾ ਵੱਧ ਤੋਂ ਵੱਧ ਪੜ੍ਹਿਆ ਲਿਖਿਆ ਲੈਂਦੇ ਆ। ਇਹ ਇਦਾਂ ਨਹੀਂ ਲੈਂਦੇ ਹੈਗੇ ਵੀ ਕੋਈ ਤੁੱਕਾ ਜਿਹਾ ਲਾਤਾ ਇਹਨਾਂ ਨੇ ਮਿਲ ਗਿਆ। ਇਹਦੇ ਪਿੱਛੇ ਵੀ ਬਹੁਤ ਚਾਲ ਹੈਗੀ। ਚਾਲ ਕੀ ਹੈਗੀ ਆ? ਚਾਲ ਇਹ ਹੈਗੀ ਆ ਵੀ ਜਿਹੜਾ ਬੰਦਾ ਜਿਹੜਾ ਅਨਪੜ੍ਹ ਸ਼ਡਿਊਲ ਕਾਸਟ ਹੋਊਗਾ, ਉਹ ਜਿਹੜਾ ਕਾਂਗਰਸ ਹਾਈ ਕਮਾਂਡ ਦੇ ਅਧੀਨ ਹੋ ਜਾਂਦਾ ਹੈਗਾ ਵੀ ਦੇਖੋ ਵੀ ਤੁਸੀਂ ਮੈਨੂੰ ਇੱਕ ਪੜ੍ਹੇ ਲਿਖੇ ਸ਼ਡਿਊਲ ਕਾਸਟ ਨੂੰ ਛੱਡ ਕੇ ਮੈਨੂੰ ਵੋਟ ਟਿਕਟ ਦਿੱਤੀ ਹੈਗੀ ਆ, ਤੇ ਉਸ ਟਿਕਟ ਤੋਂ ਮੈਂ ਜਿੱਤਿਆ ਹੈਗਾ, ਮੈਂ ਤੁਹਾਡਾ ਬੜਾ ਅਹਿਸਾਨਮੰਦ ਆ। ਤੇ ਉਹ ਕਦੀ ਵੀ ਇਦਾਂ ਦਾ ਬੰਦਾ ਜਿਹੜਾ ਹੈਗਾ ਆ ਉਹ ਕਾਂਗਰਸ ਮਿਨਿਸਟਰੀ ਦੇ ਵਿਰੁੱਧ ਵਿੱਚ ਕੋਈ ਵੀ ਜਿਹੜਾ ਹੈਗਾ ਫੈਸਲਾ ਨਹੀਂ ਲਊਗਾ ਜਾਂ ਆਪਣੀ ਆਵਾਜ਼ ਬੁਲੰਦ ਨਹੀਂ ਕਰੂਗਾ ਵੀ ਤੁਸੀਂ ਗਲਤ ਕਰ ਰਹੇ ਆ, ਸਾਡੇ ਲੋਕਾਂ ਨਾਲ ਧੱਕਾ ਕਰ ਰਹੇ ਆ ਤੇ ਇਹਨੂੰ ਬੰਦ ਕਰੋ। ਉਹ ਕਦੀ ਵੀ ਨਹੀਂ ਇਦਾਂ ਕਹੂਗਾ, ਕਿਉਂਕਿ ਉਹ ਅਹਿਸਾਨ ਦੇ ਹੇਠਾਂ ਦਬ ਹੋ ਜਾਂਦਾ ਹੈਗਾ ਆ। ਦੂਜਾ ਕਾਰਨ ਇਹ ਹੈਗਾ ਆ ਵੀ ਆਪਣੇ ਜੇ ਇਹ ਜਿਹੜੇ ਹੈਗੇ ਆ ਗੈਰ ਬ੍ਰਾਹਮਣ ਕਹਿ ਲਓ ਜਾਂ ਸ਼ਡਿਊਲ ਕਾਸਟ ਕਹਿ ਲਓ ਵੀ ਇਹ ਜੇ ਅਨਪੜ੍ਹ ਲੋਕ ਲੈਂਦੇ ਆ, ਤੇ ਇਹ ਕੀ ਹੁੰਦਾ ਵੀ ਅਨਪੜ੍ਹ ਲੋਕ ਜਿਹੜੇ ਹੈਗੇ ਆ ਉਹ ਪੜ੍ਹੇ ਲਿਖੇ ਬ੍ਰਾਹਮਣ ਕਾਂਗਰਸ ਸੀਟ ਦੇ ਵੱਲ ਦੇਖਦੇ ਹੈਗੇ ਆ ਵੀ ਦੇਖੋ ਤੁਸੀਂ ਜਿਹੜਾ ਹੈਗਾ ਅੱਗੇ ਸਾਰਾ ਸ਼ਾਸਨ ਚਲਾਓ। ਵੀ ਉਹਨਾਂ ਦੇ ਵਿੱਚ ਜਿਹੜੀ ਹੈਗੀ ਆ ਉਹ ਸਮਰੱਥਾ ਜਾਂ ਉਹ ਊਰਜਾ ਨਹੀਂ ਹੁੰਦੀ ਹੈਗੀ ਅਨਪੜ੍ਹ ਸ਼ਡਿਊਲ ਕਾਸਟ ਦੇ ਵਿੱਚ ਵੀ ਉਹ ਕੋਈ ਫੈਸਲੇ ਇੰਡੀਪੈਂਡੈਂਟਲੀ ਲੈ ਸਕੇ, ਤੇ ਆਟੋਮੈਟਿਕਲੀ ਸਾਰਾ ਜਿਹੜਾ ਫੈਸਲਾ ਲੈਣ ਦਾ ਜਿਹੜਾ ਅਧਿਕਾਰ ਹੈਗਾ ਆ ਉਹ ਪੜ੍ਹੇ ਲਿਖੇ ਸ਼ਾਤਰ ਬ੍ਰਾਹਮਣ ਤੋਂ ਚਲਾ ਜਾਂਦਾ ਹੈ। ਇਹ ਜਿਹੜੇ ਫਾਇਦੇ ਹੈਗੇ ਆ। ਤੇ ਅੱਗੇ ਦੇਖਦੇ ਆਂ ਵੀ ਹੁਣ ਇਹ ਜਿਹੜੀ ਸ਼ਾਸਕ ਜਮਾਤ ਹੈਗੀ ਆ ਇੰਡੀਆ ਦੀ, ਇਹਨਾਂ ਨੂੰ ਆਪਾਂ ਦੂਸਰੇ ਦੁਨੀਆ ਦੇ ਹੋਰ ਸ਼ਾਸਕ ਜਮਾਤਾਂ ਦੇ ਨਾਲ ਜੇ ਆਪਾਂ ਇਹਨਾਂ ਦਾ ਮੁਲਾਂਕਣ ਕਰਾਂਗੇ ਤੇ ਫਿਰ ਦੇਖਾਂਗੇ ਵੀ ਕੀ ਇਹਦੇ ਵਿੱਚ ਇਹਨਾਂ ਦਾ ਰੋਲ ਰਿਹਾ ਹੈਗਾ। ਜਿੱਥੇ ਕੋਈ ਨੈਸ਼ਨਲ ਕ੍ਰਾਈਸਿਸ ਆ ਜਾਂਦਾ ਹੈਗਾ ਆ, ਦੇਸ਼ ਤੇ ਆਫਤ ਆ ਜਾਂਦੀ ਹੈਗੀ ਆ, ਉਹਦੇ ਵਿੱਚ ਜੇ ਦੇਸ਼ ਕੋਈ ਮੁਸ਼ਕਲ 'ਚ ਗੁਜ਼ਰ ਰਿਹਾ ਹੈਗਾ ਆ, ਉਹਦੇ ਵਿੱਚ ਭਾਰਤ ਦੀ ਸ਼ਾਸਕ ਜਮਾਤ ਨੇ ਕੀ ਕੀਤਾ ਤੇ ਬਾਹਰਲੇ ਦੇਸ਼ਾਂ ਦੀ ਸ਼ਾਸਕ ਜਮਾਤ ਨੇ ਕੀ ਕੀਤਾ। ਤੇ ਇਹਦਾ ਦੋ ਐਗਜ਼ਾਮਪਲ ਹੈ, ਇੱਕ ਤਾਂ ਫਰਾਂਸ ਦਾ ਐਗਜ਼ਾਮਪਲ ਹੈ, ਇੱਕ ਜਾਪਾਨ ਦਾ ਐਗਜ਼ਾਮਪਲ ਹੈ। ਫਰਾਂਸ ਦਾ ਐਗਜ਼ਾਮਪਲ ਇਸ ਤਰ੍ਹਾਂ ਆ ਵੀ ਕਹਿੰਦੇ ਜਦੋਂ ਫਰਾਂਸ ਦੇ ਵਿੱਚ ਕ੍ਰਾਂਤੀ ਆਈ ਸੀਗੀ ਤੇ ਉਹਦੇ ਵਿੱਚ ਕੀ ਹੋਇਆ ਸੀਗਾ ਵੀ ਉਹਦੇ ਵਿੱਚ ਜੇ ਤਰ੍ਹਾਂ ਆਪਾਂ ਨੂੰ ਪਤਾ ਉਸ ਟਾਈਮ ਵੀ ਇਹਨਾਂ ਦੇ ਵਿੱਚ ਵੰਡ ਹੁੰਦੀ ਸੀਗੀ ਵੀ ਜਿਹੜੇ ਕਾਮਨਰ ਸੀਗੇ, ਆਮ ਲੋਕ ਸੀਗੇ, ਤੇ ਉਸ ਤੋਂ ਬਾਅਦ ਜਿਹੜੇ ਸੀਗੇ ਨੋਬਲ ਸੀਗੇ ਉਹਨਾਂ ਤੋਂ ਉੱਪਰ ਹੁੰਦੇ ਸੀਗੇ, ਤੇ ਉਹਨਾਂ ਤੋਂ ਉੱਪਰ ਹੁੰਦੇ ਸੀ ਕਲਰਜੀ। ਤੇ ਇਹ ਜਦੋਂ ਫਿਰ ਰੈਵੋਲੂਸ਼ਨ ਤੋਂ ਬਾਅਦ ਜਦੋਂ ਇਹ ਇਕੱਠੇ ਹੋਏ ਹੈਗੇ ਆ ਤੇ ਉਹਦੇ ਵਿੱਚ ਕੀ ਹੋਇਆ ਵੀ ਹੁਣ ਜਿਹੜੇ ਸੀਗੇ ਜਿਹੜੇ ਉੱਥੋਂ ਦੇ ਸ਼ਾਸਕ ਜਮਾਤ ਸੀਗੀ, ਜਿਹੜੀ ਕਲਰਜੀ ਸੀਗੇ ਜਾਂ ਨੋਬਲ ਸੀਗੇ, ਉਹ ਆਮ ਲੋਕਾਂ ਦੇ ਨਾਲ ਕਿੱਦਾਂ ਉਹਨਾਂ ਨੂੰ ਮਿਲਣਾ ਜਿਹੜਾ ਸੀਗਾ ਜਾਂ ਉਹਨਾਂ ਦੇ ਬਰਾਬਰ ਆਉਣਾ ਉਹਨਾਂ ਨੂੰ ਬਹੁਤ ਔਖਾ ਲੱਗਾ। ਪਰ ਉਹਨਾਂ ਨੇ ਦੇਸ਼ ਹਿੱਤ ਦੇ ਲਈ ਵੀ ਦੇਸ਼ ਹੁਣ ਜਿਹੜਾ ਹੈਗਾ ਆ ਕ੍ਰਾਂਤੀ ਹੋਈ ਹੈ, ਇਹਦੇ ਵਿੱਚ ਕਾਫੀ ਤਕਲੀਫਾਂ ਦਾ ਸਾਹਮਣਾ ਕਰਨਾ ਪੈਣਾ ਹੈ ਸਾਨੂੰ, ਤੇ ਅਸੀਂ ਇਕੱਠੇ ਹੋ ਕੇ ਸਾਂਝੇ ਇੱਕ ਪਲੇਟਫਾਰਮ ਤੇ ਆਈਏ ਤੇ ਆਪਣੇ ਜਿਹੜੇ ਸਾਡੇ ਹੱਕ ਦੂਜੇ ਜਿਹੜੇ ਸਾਡੇ ਖਾਸ ਹੱਕ ਹੈਗੇ ਆ ਜਾਂ ਸਾਨੂੰ ਜਿਹੜੀ ਸ਼ਾਸਕ ਜਮਾਤ ਹੈਗੀ ਆ, ਸ਼ਾਸਕ ਜਮਾਤ ਹੋਣ ਦੇ ਕਾਰਨ ਜਿਹੜੇ ਅਲੱਗ ਹੱਕ ਮਿਲੇ ਹੈਗੇ ਆ ਜਾਂ ਅਲੱਗ ਪ੍ਰਿਵਿਲੇਜ ਮਿਲੀ ਹੈਗੀ ਉਹਨੂੰ ਛੱਡ ਦਈਏ ਤੇ ਅਸੀਂ ਆਮ ਲੋਕਾਂ ਦੇ ਵਿੱਚ ਸਮਾਹਿਤ ਹੋ ਜਾਈਏ ਤੇ ਉਹਨਾਂ ਨਾਲ ਮਿਲ ਕੇ ਅਸੀਂ ਇੱਕ ਨਵੇਂ ਫਰਾਂਸ ਦੀ ਸਿਰਜਣਾ ਕਰੀਏ ਜਿਹੜਾ ਕਿ ਆਜ਼ਾਦੀ ਤੇ ਆਜ਼ਾਦੀ ਬਰਾਬਰਤਾ ਦੇ ਭਾਈਚਾਰੇ ਤੇ ਖੜਾ ਹੋਵੇ। ਤੇ ਇਦਾਂ ਇਹਨਾਂ ਦੀ ਸੋਚ ਸੀਗੀ ਉਸ ਜਿਹੜੇ ਸ਼ਾਸਕ ਜਮਾਤ ਫਰਾਂਸ ਦੀ ਸੀਗੀ। ਇਸ ਤਰ੍ਹਾਂ ਹੀ ਕੁਝ ਜਾਪਾਨ 'ਚ ਹੋਇਆ। ਜਾਪਾਨ 'ਚ ਵੀ 1885 ਤੋਂ 70 ਦੇ ਵਿੱਚ ਇਹਨਾਂ ਦੇ ਵਿੱਚ ਜਿਹੜਾ ਸੀਗਾ ਉਦੋਂ ਕਾਫੀ ਉਤਲ ਪੁਤਲ ਹੋਈ ਹੈਗੀ ਆ ਜਦੋਂ ਕ੍ਰਾਂਤੀ ਇਹਨਾਂ ਦੇ ਵਿੱਚ ਆਈ ਹੈ। ਸਮਾਜਿਕ ਢਾਂਚੇ ਵਿੱਚ ਕਾਫੀ ਫੇਰ ਹੋਇਆ, ਬਦਲਾਅ ਹੋਇਆ ਹੈਗਾ ਆ। ਇਹ ਜਾਪਾਨ ਦੇ ਵਿੱਚ ਕੀ ਸੀਗਾ, ਜਾਪਾਨ ਦੇ ਵਿੱਚ ਵੀ ਜਿਹੜਾ ਸਮਾਜ ਸੀਗਾ, ਸਮਾਜਿਕ ਢਾਂਚਾ 4 ਹਿੱਸਿਆਂ 'ਚ ਵੰਡਿਆ ਹੋਇਆ ਸੀਗਾ। ਉਹ ਆਪਣੇ ਦੇ ਵਿੱਚ ਸੀਗਾ ਉਹ ਵੀ 4 ਹਿੱਸਿਆਂ 'ਚ ਵੰਡਿਆ ਹੁੰਦਾ ਸੀਗਾ। ਜਿਹੜਾ ਸਮਾਜਿਕ ਢਾਂਚਾ ਸੀਗਾ ਉੱਥੇ ਦਾ ਜਿਹੜੇ ਸਭ ਤੋਂ ਹੇਠਾਂ ਸੀਗੇ ਉਹ ਲੱਖਾਂ ਦੀ ਆਬਾਦੀ ਸੀਗੀ ਉਹਨਾਂ ਦੀ। ਉਹਨਾਂ ਨੂੰ ਕਹਿੰਦੇ ਸੀ ਈਟਾ ਜਾਂ ਆਊਟਕਾਸਟ, ਤੇ ਜਾਂ ਕਹਿ ਸਕਦੇ ਆ ਵੀ ਇੱਥੋਂ ਭਾਰਤ ਦੇ ਛੂਤ ਲੋਕ ਜਿਹੜੇ ਹੈਗੇ ਉਹਨਾਂ ਦੇ ਨਾਲ ਥੋੜਾ ਕੰਪੇਅਰ ਕੀਤਾ ਜਾ ਸਕਦਾ ਹੈ। ਐਗਜ਼ੈਕਟਲੀ ਉੱਦਾਂ ਦੀ ਹਾਲਤ ਨਹੀਂ ਸੀਗੀ, ਪਰ ਇਹ ਦੱਸਣ ਲਈ ਵੀ ਸਮਝਾਉਣ ਲਈ ਵੀ ਉੱਥੇ ਵੀ ਇੱਦਾਂ ਸ਼੍ਰੇਣੀਬੱਧ ਜਿਹੜੀ ਹੈ ਸਮਾਜਿਕ ਵੰਡ ਸੀਗੀ। ਤੇ ਉਹਨਾਂ ਤੋਂ ਉੱਪਰ ਆਉਂਦੇ ਹੁੰਦੇ ਸੀਗੇ ਜਿਹੜੀ ਆਮ ਜਨਤਾ ਹੁੰਦੀ ਸੀਗੀ, ਉਹਨਾਂ ਨੂੰ ਕਹਿੰਦੇ ਸੀਗੇ ਹੀਮਨ। ਤੇ ਉਹ ਸੀਗੇ
25 ਤੋਂ 83 ਜਿਹੜੇ ਮਿਲੀਅਨ ਲੋਕ ਸੀਗੇ, ਤੇ ਉਹਨਾਂ ਤੋਂ ਉੱਪਰ ਆਉਂਦੇ ਹੁੰਦੇ ਸੀਗੇ ਸਮੁਰਾਏ। ਉਹਨਾਂ ਦੀ ਜਿਹੜੀ ਸੀਗੀ ਪਾਪੂਲੇਸ਼ਨ 2 ਮਿਲੀਅਨ ਸੀਗੀ, ਤੇ ਸਮੁਰਾਏ ਤੋਂ ਵੀ ਉੱਪਰ ਜਿਹੜੇ ਆਉਂਦੇ ਹੁੰਦੇ ਸੀਗੇ ਉਹਨਾਂ ਤੇ ਵੀ ਰਾਜ ਕਰਦੇ ਹੁੰਦੇ ਸੀ, ਉਹ ਸੀਗੇ ਦਾਮਿਓਸ। ਤੇ ਇਹ ਇਸ ਤਰ੍ਹਾਂ ਦਾਮਿਓਸ, ਸਮੁਰਾਏ, ਹੇਮਨ ਤੇ ਏਟਾ ਜਿਹੜੇ ਸੀਗੇ, ਇਦਾਂ ਉੱਪਰ ਤੋਂ ਹੇਠਾਂ ਲੈ ਕੇ ਜਿਹੜਾ ਸਮਾਜਿਕ ਢਾਂਚੇ ਦੇ ਵਿੱਚ ਇਦਾਂ ਲੋਕ ਵੰਡੇ ਹੋਏ ਸੀਗੇ। ਤੇ ਇਹਦੇ ਵਿੱਚ ਜਦੋਂ ਇਹਨਾਂ ਨੇ ਜਿਹੜਾ ਫਿਊਡਲ ਸਟਰਕਚਰ ਸੀਗਾ, ਜਦੋਂ ਮੱਧਕਾਲੀਨ ਦੇ ਵਿੱਚ ਜਿਸ ਤਰ੍ਹਾਂ ਰਾਜੇ ਹੁੰਦੇ ਸੀਗੇ, ਉਹਨਾਂ ਦੇ ਹੇਠਾਂ ਨੋਬਲਸ ਹੁੰਦੇ ਸੀਗੇ, ਤੇ ਉਹਨਾਂ ਦੇ ਹੇਠਾਂ ਫਿਰ ਆਮ ਜਨਤਾ ਹੁੰਦੀ ਸੀਗੀ। ਇਹ ਜਿਹੜਾ ਸਿਸਟਮ ਸੀਗਾ, ਇਹ ਜਦੋਂ ਨਹੀਂ ਚੱਲ ਪਾਇਆ ਜਾਂ ਨਹੀਂ ਸਸਟੇਨ ਰਿਹਾ 19ਵੀਂ ਸਦੀ ਦੇ ਵਿੱਚ, ਤੇ ਇਹਨਾਂ ਦੇ ਵਿੱਚ ਜਦੋਂ ਤਬਦੀਲੀ ਲਿਆਉਣੀ ਕੋਸ਼ਿਸ਼ ਕੀਤੀ ਹੈਗੀ ਹੈ ਵੀ ਇਹ ਸਿਸਟਮ ਜਿਹੜਾ ਅੱਗੇ ਲੈ ਕੇ ਦੇਸ਼ ਲਈ ਜਿਹੜਾ ਹੈਗਾ ਆ ਖਤਰਾ ਬਣ ਰਿਹਾ ਹੈਗਾ ਆ, ਕਿਉਂਕਿ ਸਾਰਿਆਂ ਨੂੰ ਹੱਕ ਬਰਾਬਰ ਨਹੀਂ ਸੀਗੇ, ਤੇ ਸਾਰੇ ਸਿਟੀਜ਼ਨਸ਼ਿਪ ਦੇ ਜਿਹੜੇ ਸੀਗੇ ਵੈਲਿਊ ਇੱਕ ਬਰਾਬਰ ਨਹੀਂ ਸੀਗੇ ਉਸ ਟਾਈਮ। ਤੇ ਇਹਨਾਂ ਨੇ ਫਿਰ ਕੀ ਕੀਤਾ, ਜਾਪਾਨ ਦੇ ਜਿਹੜੇ ਦਾਮਿਓ ਸੀਗੇ, ਸਮੁਰਾਏ ਸੀਗੇ, ਜਿਹੜੇ ਸ਼ਾਸਕ ਜਮਾਤ ਸੀਗੀ, ਉਹਨਾਂ ਨੇ ਆਪਣੇ ਜਿਹੜੇ ਖਾਸ ਅਧਿਕਾਰ ਸੀਗੇ ਉਹਨਾਂ ਨੂੰ ਛੱਡਿਆ, ਤੇ ਉਹ ਕਹਿੰਦੇ ਵੀ ਅਸੀਂ ਇੱਕ ਇੱਦਾਂ ਦੇ ਸਮਾਜ ਦੀ ਸਿਰਜਣਾ ਕਰਨੀ ਹੈ ਜਿਹਦੇ ਵਿੱਚ ਇਹ ਜਿਹੜੀ ਗੈਰ ਬਰਾਬਰਤਾ ਹੈਗੀ ਇਹਨੂੰ ਖਤਮ ਕੀਤਾ ਜਾਵੇ, ਤੇ ਅਸੀਂ ਰਾਜੇ ਦੇ ਹੇਠ ਹੀ ਰਹਿਣਾ ਆ। ਤੇ ਪਰ ਇਹ ਹੈ ਵੀ ਜਿਹੜੀ ਗੈਰ ਬਰਾਬਰਤਾ ਜਿਹੜੀ ਹੈਗੀ ਆ ਇਹ ਜਿਹੜੀ ਖਤਮ ਕੀਤੀ ਜਾਵੇ, ਤੇ ਇੱਕ ਸਾਡਾ ਜਿਹੜਾ ਸਮਾਜ ਆ ਇੱਕ ਨਵੇਂ ਪਲੇਟਫਾਰਮ ਤੇ ਆ ਕੇ ਅਸੀਂ ਇਹਨੂੰ ਬਣਾਈਏ ਤੇ ਅੱਗੇ ਲੈ ਕੇ ਜਾਈਏ। ਤੇ ਇਹਦੇ ਵਿੱਚ ਵੀ ਦੇਖ ਲਓ ਵੀ ਸ਼ਾਸਕ ਜਮਾਤ ਜਿਹੜੀ ਆ ਇੱਕ ਆਮ ਆਪਣੇ ਜਿੰਨੇ ਵੀ ਉਹਨਾਂ ਨੂੰ ਖਾਸ ਅਧਿਕਾਰ ਮਿਲੇ ਸੀ, ਉਹਨਾਂ ਨੂੰ ਛੱਡ ਕੇ ਆਮ ਜਨਤਾ ਦੇ ਵਿੱਚ ਉਹ ਮਿਲੇ ਆ, ਤੇ ਉਹਨਾਂ ਦੇ ਨਾਲ ਸਾਂਝੀ ਗੱਲਬਾਤ ਕਰਕੇ ਉਹਨਾਂ ਨੂੰ ਨਾਲ ਲੈ ਕੇ ਅੱਗੇ ਇੱਕ ਚੰਗੇ ਜਾਪਾਨ ਜਿਹੜਾ ਹੈਗਾ ਵੀ ਇਕੱਠੇ ਹੋ ਕੇ ਸਾਰੇ ਲੋਕਾਂ ਨੂੰ ਲੈ ਕੇ ਤੇ ਇੱਕ ਵਧੀਆ ਜਾਪਾਨ ਜਾਂ ਇੱਕ ਜਿਹੜਾ ਹੈਗਾ ਆ ਅਮਨ ਪਸੰਦ ਜਾਂ ਆਜ਼ਾਦੀ ਪਸੰਦ ਜਾਪਾਨ ਦੀ ਸਿਰਜਣਾ ਕੀਤੀ ਜਾਵੇ। ਹੁਣ ਇਹ ਤਾਂ ਹੋ ਗਿਆ ਜਾਪਾਨ ਤੇ ਫਰਾਂਸ ਦੀ ਗੱਲ। ਇਹ ਜੇ ਆਪਾਂ ਦੇਖੀਏ ਵੀ ਭਾਰਤ ਦੇ ਵਿੱਚ ਜਿਹੜੇ ਸ਼ਾਸਕ ਜਮਾਤ ਹੈ ਇਹਨਾਂ ਨੇ ਕੀ ਕੀਤਾ, ਤੇ ਇਹ ਦੇਖੋ ਵੀ ਇੱਥੇ ਜਿਹੜੇ ਲੋਕ ਸੀਗੇ ਇਹਨਾਂ ਨੇ ਆਪਾਂ ਦੇਖਾਂਗੇ ਇਹਦੇ ਵਿੱਚ ਵੀ ਇਹ ਜਿਹੜੇ ਲੋਕ ਸੀਗੇ ਭਾਰਤ ਦੀ ਸ਼ਾਸਕ ਜਮਾਤ ਸੀਗੀ, ਇਹਨਾਂ ਨੂੰ ਜਿਹੜੇ ਖਾਸ ਅਧਿਕਾਰ ਮਿਲੇ ਸੀਗੇ, ਬਾਹਮਣ ਹੋ ਗਿਆ, ਬਾਣੀਆਂ ਹੋ ਗਿਆ ਜਾਂ ਖੱਤਰੀ ਹੋ ਗਿਆ, ਇਹਨਾਂ ਨੂੰ ਜਿਹੜੇ ਖਾਸ ਅਧਿਕਾਰ ਮਿਲੇ ਸੀਗੇ, ਇਹਨਾਂ ਨੇ ਉਹਨਾਂ ਨੂੰ ਛੱਡਣਾ ਤਾਂ ਕੀ, ਇਹਨਾਂ ਨੇ ਉਹਨਾਂ ਨੂੰ ਵਰਤਿਆ। ਇਹ ਵਰਤਿਆ ਕਿੱਦਾਂ ਵਰਤਿਆ, ਆਪਣੇ ਜਿਹੜੇ ਆ ਵੀ ਅਸੀਂ ਜਿਹੜਾ ਰਾਸ਼ਟਰਵਾਦ ਦਾ ਜਿਹੜਾ ਨਾਅਰਾ ਲਾ ਕੇ ਨਾ ਉਹਨਾਂ ਨੂੰ ਬਰਕਰਾਰ ਰੱਖਣ ਲਈ ਰਾਸ਼ਟਰਵਾਦ ਦਾ ਇਹਨਾਂ ਨੇ ਵਰਤੋਂ ਕੀਤੀ ਵੀ ਅਸੀਂ ਨੈਸ਼ਨਲਿਸਟ ਹੈਗੇ, ਨੈਸ਼ਨਲਿਜ਼ਮ ਲਿਆਈ ਜਾਵੇ, ਰਾਸ਼ਟਰਵਾਦ ਲਿਆਇਆ ਜਾਵੇ। ਪਰ ਅੰਦਰੋਂ ਅੰਦਰ ਕੀ ਚਾਹੁੰਦੇ ਸੀਗੇ ਵੀ ਸਾਡਾ ਜਿਹੜੀ ਪਾਵਰ ਦੇ ਸਰੋਤ ਹੈਗੇ ਆ, ਸਾਡਾ ਜਿਹੜਾ ਦਬਦਬਾ ਆ, ਜਿਹੜੀ ਸ਼ਾਸਕ ਜਮਾਤ ਆ ਬਾਹਮਣ ਬਾਣੀਆਂ ਦੀ, ਇਹ ਬਣਿਆ ਰਹੇ। ਪਰ ਨਾ ਕਿਹਦਾ ਲਾ ਰਹੇ ਸੀਗੇ ਪਿੱਛੇ, ਇਹਨਾਂ ਦਾ ਮਕਸਦ ਜਿਹੜਾ ਮੰਤਵ ਇਹ ਸੀਗਾ, ਤੇ ਨਾ ਉਹ ਲਾ ਰਹੇ ਸੀਗੇ ਸਮਾਜਵਾਦ ਦਾ, ਵੀ ਸਮਾਜਵਾਦ ਸਾਨੂੰ ਚਾਹੀਦਾ ਆ। ਤੇ ਜੇ ਕੋਈ ਬੰਦਾ ਜਿਹੜਾ ਸੀਗਾ ਜਿੱਦਾਂ ਗਰੀਬ ਤਬਕਾ ਹੈਗਾ ਆ, ਅਛੂਤ ਲੋਕ ਹੈਗੇ ਆ ਉਸ ਟਾਈਮ ਜੇ ਸ਼ਡਿਊਲ ਕਾਸਟ ਸੀਗੇ, ਜੇ ਉਹ ਕਿਤੇ ਰੈਜ਼ਰਵੇਸ਼ਨ ਦੀ ਗੱਲ ਕਰਦੇ ਸੀ ਕਿ ਵੀ ਸਾਨੂੰ ਵੀ ਰੈਜ਼ਰਵੇਸ਼ਨ ਹੋਣੀ ਚਾਹੀਦੀ, ਸਾਡੀ ਰਿਪਰੈਜ਼ੈਂਟੇਸ਼ਨ ਹੋਣੀ ਚਾਹੀਦੀ ਹੈਗੀ ਆ ਲੈਜਿਸਲੇਚਰ ਵਿੱਚ ਵੀ, ਐਗਜ਼ੈਕਟਿਵ ਵਿੱਚ ਵੀ ਔਰ ਪਬਲਿਕ ਸਰਵਿਸਿਜ਼ ਵਿੱਚ ਵੀ, ਫਿਰ ਇਹ ਕੀ ਕਹਿੰਦੇ ਸੀਗੇ, ਫਿਰ ਇਹ ਉਲਟਾ ਉਹਨਾਂ ਨੂੰ ਕਹਿੰਦੇ ਦੇਖੋ ਵੀ ਇਹ ਲੋਕਾਂ ਨੇ ਜਿੱਦਾਂ ਇਹ ਚੀਜ਼ਾਂ ਕਰ ਰਹੇ ਆ ਨਾ, ਇਹ ਕਹਿੰਦੇ ਇਸ ਹਿਸਾਬ ਦੇ ਨਾਲ ਜਿਹੜਾ ਰਾਸ਼ਟਰਵਾਦ ਆ ਸਾਡਾ ਇਹ ਖਤਰੇ 'ਚ ਪੈ ਜਾਣਾ ਜਿੱਦਾਂ ਦੀਆਂ ਇਹ ਗੱਲਾਂ ਮੰਗਾਂ ਮੰਗਦੇ ਹੈਗੇ। ਤੇ ਕਹਿੰਦੇ ਵੀ ਜਿਹੜੀ ਸਾਡੀ ਜਿਹੜੀ ਆ ਆਜ਼ਾਦੀ ਆ, ਰਾਸ਼ਟਰ ਦੀ ਸਾਡੀ ਆਜ਼ਾਦੀ ਹੈ, ਇਹਦੇ ਲਈ ਸਾਨੂੰ ਰਾਸ਼ਟਰ ਨੂੰ ਇਕਜੁੱਟ ਹੋਣਾ ਚਾਹੀਦਾ ਆ। ਤੇ ਆਹ ਜਿਹੜੇ ਸਵਾਲ ਤੁਸੀਂ ਪੁੱਛਦੇ ਆ ਨਾ ਵੀ ਆਪਣੀ ਰੈਜ਼ਰਵੇਸ਼ਨ ਦੇ ਜਾਂ ਰਿਪਰੈਜ਼ੈਂਟੇਸ਼ਨ ਦੇ, ਇਹ ਜਿਹੜੇ ਹੈਗੇ ਆ ਇਹ ਸਾਡੀ ਰਾਸ਼ਟਰ ਦੀ ਅਖੰਡਤਾ ਲਈ ਇਹ ਉਹਦੇ ਵਿਰੋਧੀ ਆ, ਉਹਦੇ ਹੱਕ 'ਚ ਨਹੀਂ ਹੈਗੇ। ਜੇ ਇਸ ਤਰ੍ਹਾਂ ਤੁਸੀਂ ਕਰੋਗੇ ਤਾਂ ਸਾਡੀ ਜਿਹੜੀ ਰਾਸ਼ਟਰਵਾਦ ਆ ਜਾਂ ਸਾਡਾ ਜਿਹੜਾ ਰਾਸ਼ਟਰ ਦੀ ਜਿਹੜੀ ਆਜ਼ਾਦੀ ਦੀ ਲੜਾਈ ਹੈਗੀ ਆ ਉਹਦੇ ਵਿੱਚ ਇਹ ਰੋੜਾ ਬਣ ਸਕਦੇ ਹੈਗੇ। ਇੱਦਾਂ ਕਰਕੇ ਉਹਨਾਂ ਨੂੰ ਦਰਕਨਾਰ ਕਰ ਦਿੰਦੇ ਹੁੰਦੇ ਸੀਗੇ, ਇਗਨੋਰ ਕਰ ਦਿੰਦੇ ਹੁੰਦੇ ਸੀਗੇ। ਤੇ ਇਸ ਕਰਕੇ ਇਹਨਾਂ ਨੇ ਆ ਜਿਹੜੇ ਸ਼ਾਸਕ ਜਮਾਤ ਹੈਗੀ ਆ, ਇਹਨਾਂ ਨੇ ਕਦੇ ਵੀ ਕੋਈ ਮੌਕਾ ਨਹੀਂ ਛੱਡਿਆ ਹੈਗਾ ਵੀ ਜਿੱਥੇ ਵੀ ਇਹਨਾਂ ਨੂੰ ਮੌਕਾ ਮਿਲਦਾ ਸੀਗਾ ਵੀ ਜੇ ਕੋਈ ਗਰੀਬ ਤਬਕਾ ਆਪਣੇ ਹੱਕ ਮੰਗਦਾ ਸੀਗਾ, ਰਾਜਨੀਤਿਕ ਹੱਕ ਮੰਗਦਾ ਸੀਗਾ, ਤੇ ਉਹਨਾਂ ਨੂੰ ਇਹ ਬੜਾ ਹੀ ਜਿੱਦਾਂ ਕਹਿੰਦੇ ਹੁੰਦੇ ਆ ਵੀ ਟਿਚਰਾ ਕਰਦੇ ਹੁੰਦੇ ਸੀਗੇ ਜਾਂ ਉਹਨਾਂ ਨੂੰ ਬੜਾ ਹੀ ਨੀਵਾਂ ਦਿਖਾਉਂਦੇ ਹੁੰਦੇ ਸੀਗੇ। ਇੱਦਾਂ ਦੇ ਇਹਨਾਂ ਨੇ ਕੋਈ ਮੌਕਾ ਨਹੀਂ ਛੱਡਿਆ। ਜਦੋਂ ਵੀ ਇਹਨਾਂ ਨੂੰ ਮੌਕਾ ਮਿਲਦਾ ਹੁੰਦਾ ਸੀਗਾ, ਜਿੱਦਾਂ ਦੀਪੂ ਭਾਜੀ ਉੱਪਰ ਦੱਸ ਕੇ ਹਟੇ ਆ ਵੀ ਕਿੱਦਾਂ ਉਹਨਾਂ ਦਾ ਜਿਹੜੇ ਸੀਗੇ ਨੌਨ ਬ੍ਰਾਹਮਣ ਜਮਾਤਾਂ ਸੀ ਜਾਂ ਗੈਰ ਸ਼ਾਸਕ ਜਮਾਤਾਂ ਹੁੰਦੀਆਂ ਸੀਗੀਆਂ, ਉਹਨਾਂ ਨੂੰ ਕਿੱਦਾਂ ਇਹ ਉਹਨਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਸੀਗੇ।
ਤੇ ਇਦਾਂ ਦਾ ਇਹਨਾਂ ਨੇ ਕੋਈ ਮੌਕਾ ਨਹੀਂ ਛੱਡਿਆ। ਇਹਦੇ ਵਿੱਚ ਵੀ ਇੱਕ ਐਗਜ਼ਾਮਪਲ ਦਿੰਦੇ ਹੈਗੇ ਵੀ ਆ ਜਿਹੜਾ ਆਰਪੀ ਪਰੰਜਪੀ ਹੁੰਦਾ ਹੈਗਾ ਆ, ਪਰੰਜਪੀ ਆ ਜਿਹੜਾ, ਤੇ ਇਹਨੇ ਵੀ ਕਹਿੰਦੇ ਜਿਹੜਾ ਸੀਗਾ ਵੀ ਨਵੇਂ ਭਾਰਤ ਦਾ ਜਿਹੜਾ ਆਸਟ੍ਰੇਲੀਆ ਦਾ ਕਮਿਸ਼ਨਰ ਸੀਗਾ, ਇਹਨੇ ਵੀ ਆਪਣੇ ਟਾਈਮ ਦੇ ਵਿੱਚ ਕਹਿੰਦੇ ਵੀ ਗੁਜਰਾਤੀ ਪੰਚ ਦੇ ਵਿੱਚ ਕਾਫੀ ਚੀਜ਼ਾਂ ਇੱਦਾਂ ਦੀਆਂ ਲਿਖੀਆਂ ਆ। ਇੱਕ ਆਪਣੇ ਇਹਦੇ ਵਿੱਚ ਇਹਦੀ ਹੈਡਿੰਗ ਹੁੰਦੀ ਸੀਗੀ ਪੀਪ ਇਨਟੂ ਦਾ ਫਿਊਚਰ, ਵੀ ਭਵਿੱਖ ਵਿੱਚ ਝਾਤ ਮਾਰਨੀ। ਇਹਦੇ ਵਿੱਚ ਇਹਨਾਂ ਨੇ ਕਈ ਇੱਦਾਂ ਦੇ ਕੇਸ ਲਿਖੇ ਹੈਗੇ ਆ ਜਿਹਦੇ ਵਿੱਚ ਜਿਹੜੀਆਂ ਗੈਰ ਸ਼ਾਸਕ ਜਮਾਤਾਂ ਆ ਉਹਨਾਂ ਦੀ ਬੇਇੱਜ਼ਤੀ ਕੀਤੀ ਹੈ, ਉਹਨਾਂ ਦਾ ਮਜ਼ਾਕ ਉਡਾਇਆ ਹੈਗਾ ਆ ਵੀ ਕਿਸ ਤਰ੍ਹਾਂ ਆਪਣਾ ਜਿਹੜਾ ਇਹਨਾਂ ਦਾ ਰਾਸ਼ਟਰਵਾਦ ਆ ਉਹਨੂੰ ਅੱਗੇ ਰੱਖ ਕੇ ਤੇ ਦੂਸਰਿਆਂ ਲੋਕਾਂ ਦੀਆਂ ਜਿਹੜੀਆਂ ਲੋੜਾਂ ਹੈਗੀਆਂ, ਮੰਗਾਂ ਹੈਗੀਆਂ, ਉਹਨਾਂ ਦਾ ਮਜ਼ਾਕ ਉਡਾ ਕੇ ਦੱਸਿਆ ਹੈਗਾ। ਇਹਦੇ ਵਿੱਚ ਕਈ ਰਿਪੋਰਟਾਂ ਹੈਗੀਆਂ, ਰਿਪੋਰਟਾਂ ਐਗਜ਼ਾਮਪਲ ਹੀ ਹੈਗੇ। ਐਗਜ਼ਾਮਪਲ ਆਪਾਂ ਇਹ ਬਣਾਉਂਦਾ ਦੀਪਕ ਭਾਈ ਨੇ ਆਲਰੇਡੀ ਕਾਫੀ ਚੀਜ਼ਾਂ ਦੱਸਦੀਆਂ ਹੈਗੀਆਂ ਆ, ਤੇ ਇਹਨਾਂ ਨੂੰ ਆਪਾਂ ਰਿਪੀਟ ਕਰਨ ਦੀ ਲੋੜ ਨਹੀਂ ਹੈਗੀ। ਤੇ ਇਹਦੇ ਵਿੱਚ ਇਹਦੇ ਵਿੱਚ ਜਿੰਨੇ ਵੀ ਐਗਜ਼ਾਮਪਲ ਹੈਗੇ ਇਹੀ ਹੈ ਵੀ ਜਿਹੜੀਆਂ ਗੈਰ ਸ਼ਾਸਕ ਜਮਾਤਾਂ ਹੈਗੀਆਂ ਉਹਨਾਂ ਨੂੰ ਕਿੱਦਾਂ ਨੀਵਾਂ ਦਿਖਾਇਆ ਜਾਵੇ ਜਾਂ ਕਿੱਦਾਂ ਉਹਨਾਂ ਦਾ ਮਜ਼ਾਕ ਉਡਾਇਆ ਜਾਵੇ ਤਾਂ ਕਿ ਉਹ ਜਿਹੜੇ ਆਪਣੇ ਰਾਜਨੀਤਿਕ ਹੱਕ ਹੈਗੇ ਆ, ਮੰਗ ਰਹੇ ਹੈਗੇ ਆ, ਉਹਨਾਂ ਨੂੰ ਉਹ ਛੱਡ ਦੇਣ। ਤੇ ਇਹ ਜਿਹੜਾ ਫਰਕ ਸੀਗਾ ਵੀ ਭਾਰਤ ਦੇ ਜਿਹੜੀ ਸ਼ਾਸਕ ਜਮਾਤ ਸੀਗੀ ਉਹਨਾਂ ਦਾ ਜਿਹੜਾ ਵਤੀਰਾ ਸੀਗਾ ਇੱਥੋਂ ਦੇ ਗਰੀਬ ਜਮਾਤਾਂ ਦੇ ਨਾਲ, ਤੇ ਜੇ ਇਹ ਟੋਟਲੀ ਬਿਲਕੁਲ ਹੀ ਵਿਪਰੀਤ ਸੀਗਾ ਜਿਸ ਤਰ੍ਹਾਂ ਜਾਪਾਨ 'ਚ ਹੋਇਆ ਜਾਂ ਫਰਾਂਸ 'ਚ ਹੋਇਆ, ਉਹਨਾਂ ਤੋਂ ਬਿਲਕੁਲ ਉਲਟ ਹੈ ਇਹਨਾਂ ਦਾ ਜਿਹੜਾ ਵਤੀਰਾ ਸੀਗਾ। ਤੇ ਜੇ ਕਹਿੰਦੇ ਆ ਵੀ ਹੁਣ ਇਹ ਜਿਹੜੀ ਸਵਾਲ ਆਉਂਦਾ ਵੀ ਜਿੱਦਾਂ ਇਹ ਕਹਿੰਦੇ ਆ ਵੀ ਸਾਡੇ ਜਿਹੜੇ ਆ ਸਭ ਤੋਂ ਵਧੀਆ ਜਿਹੜੇ ਲੋਕ ਹੈਗੇ ਆ ਉਹ ਕਾਂਗਰਸ 'ਚ ਹੈਗੇ ਆ, ਔਰ ਜਿਹੜੇ ਆਪਣੇ ਸ਼ਾਸਕ ਜਮਾਤ ਦੇ ਵਿੱਚੋਂ ਹੀ ਹੈਗੇ ਆ। ਡਾਕਟਰ ਅੰਬੇਦਕਰ ਉਹਨੇ ਦੱਸਦੇ ਆ ਵੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਨਾ ਵੀ ਸਾਡੇ ਬੰਦੇ ਜਿਹੜੇ ਹੈਗੇ ਵਧੀਆ ਹੈਗੇ ਸ਼ਾਸਕ ਜਮਾਤ ਦੇ, ਦੂਜੇ ਲੋਕਾਂ ਨੂੰ ਪਤਾ ਨਹੀਂ ਹੈਗਾ ਕਿੱਦਾਂ ਜਿਹੜੀ ਆ ਰਾਜਨੀਤੀ ਕਰਨੀ ਹੈਗੀ ਹੈ ਜਾਂ ਦੇਸ਼ ਨੂੰ ਚਲਾਉਣਾ ਹੈਗਾ ਆ। ਇਹਨਾਂ ਨੂੰ ਹੁਣ ਪੁੱਛਿਆ ਜਾਵੇ ਵੀ ਇਹਨਾਂ ਨੇ ਆ ਜਿਹੜੀ ਇਹਨਾਂ ਨੂੰ ਹੰਕਾਰ ਹੈਗਾ ਆ, ਤਾਕਤ ਇਹਨਾਂ ਨੂੰ ਆਈ ਹੈਗੀ ਹੈ, ਕਿੱਥੋਂ ਆਈ ਹੈ, ਕਿੱਦਾਂ ਇਹਨਾਂ ਨੇ ਬਣਾਇਆ ਹੈਗਾ ਆਪਣੇ ਆਪ ਨੂੰ, ਇੱਦਾਂ ਕਿੱਦਾਂ ਬਿਲਡ ਕੀਤਾ ਆ। ਤੇ ਕਹਿੰਦੇ ਵੀ ਇਹਨੂੰ ਜਾਣਨ ਲਈ ਜਿਹੜਾ ਹੈਗਾ ਆ ਵੀ ਇਹਨਾਂ ਦੀ ਆਪਣੀ ਲਿਖੀ ਹੋਈ ਮਨੁਸਮ੍ਰਿਤੀ ਵੱਲ ਝਾਕ ਮਾਰਨੀ ਚਾਹੀਦੀ ਆ, ਤੇ ਫਿਰ ਇਹਨਾਂ ਨੂੰ ਪਤਾ ਲੱਗ ਜਾਣਾ ਵੀ ਆ ਜਿਹੜਾ ਪਰੰਜਪੀ ਜਿਹੜਾ ਹੈਗਾ ਆ ਆਪਣੇ ਖਿਆਲੀ ਜਿਹੜੇ ਸੁਝਾਅ ਦਿੰਦਾ ਹੈਗਾ ਆ, ਇਹਦੇ ਸਾਰੇ ਸਾਹਮਣੇ ਆ ਜਾਣੇ ਹੈਗੇ ਆ ਜੇ ਲੋਕਾਂ ਦਾ ਮਜ਼ਾਕ ਉਡਾ ਰਿਹਾ ਹੈਗਾ ਵੀ ਇਹ ਕਿਸੇ ਲਾਇਕ ਨਹੀਂ ਹੈਗੇ। ਤੇ ਇਹਦੇ ਵਿੱਚ ਹੁਣ ਦੱਸਦੇ ਆ ਵੀ ਦੇਖੋ ਮਨੁਸਮ੍ਰਿਤੀ ਦੇ ਹਿਸਾਬ ਨਾਲ ਜਿਹੜਾ ਪੁਰੋਹਿਤ ਦੀ ਜਿਹੜੀ ਹੁੰਦੀ ਸੀਗੀ, ਜਿੱਦਾਂ ਕਿ ਕਿੰਗਸ ਚੈਪਲਨ ਹੈ ਜਾਂ ਲੋਰਡ ਚਾਂਸਲਰ ਹੈਗਾ। ਕਿੰਗਸ ਚੈਪਲਨ ਮਤਲਬ ਵੀ ਉਹਦਾ ਜਿਹੜਾ ਰਾਜੇ ਦਾ ਸਲਾਹਕਾਰ ਹੁੰਦਾ ਹੈ। ਯੂਕੇ ਦੇ ਵਿੱਚ ਲੋਰਡ ਚਾਂਸਲਰ ਹੁੰਦਾ ਹੈ, ਇਹ ਵੀ ਉਹਨਾਂ ਦਾ ਸਲਾਹਕਾਰ ਹੁੰਦਾ ਹੈਗਾ। ਤੇ ਇੱਦਾਂ ਜਿਹੜੇ ਕਹਿੰਦੇ ਲੋਕ ਹੈਗੇ ਆ ਇਹ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਆ ਵੀ ਜਿਹੜਾ ਚੀਫ ਜਸਟਿਸ ਹੈ ਜਾਂ ਹਾਈ ਕੋਰਟ ਦੇ ਜੱਜ ਦੀ ਪੋਸਟ ਆ, ਤੇ ਜਾਂ ਜਿਹੜੇ ਮਿਨਿਸਟਰਸ ਦੀ ਪੋਸਟ ਹੈਗੇ ਆ, ਰਾਜੇ ਦੇ ਮਿਨਿਸਟਰ ਹੈਗੇ ਆ ਉਹਨਾਂ ਦੀ ਪੋਸਟ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਇਹ ਬ੍ਰਾਹਮਣ ਲਈ ਰਿਜ਼ਰਵ ਕੀਤੀਆਂ ਸੀਗੀਆਂ। ਇੱਥੋਂ ਤੱਕ ਕਿ ਕਈ ਵਾਰ ਤਾਂ ਇੱਦਾਂ ਹੁੰਦਾ ਸੀਗਾ ਬ੍ਰਾਹਮਣ ਨੂੰ ਜਿਹੜਾ ਸੀਗਾ ਕਮਾਂਡਰ ਇਨ ਚੀਫ ਆਰਮੀ ਦਾ ਜਿਹੜਾ ਮੋਹਰੀ ਜਾਂ ਕਮਾਂਡਰ ਵੀ ਬਣਾਉਂਦੇ ਹੁੰਦੇ ਸੀਗੇ। ਇਹ ਸਾਰੀਆਂ ਚੀਜ਼ਾਂ ਬ੍ਰਾਹਮਣ ਲਈ ਮਨੁਸਮ੍ਰਿਤੀ ਦੇ ਵਿੱਚ ਰਾਖਵੀਆਂ ਸੀਗੀਆਂ। ਔਰ ਇਹ ਜਿਹੜਾ ਹੈਗਾ ਆ ਆਪਣੇ ਇਹ ਸਾਰੀਆਂ ਜਿਹੜੀਆਂ ਪੋਜੀਸ਼ਨਸ ਹੈਗੀਆਂ ਨਾ, ਇਹ ਬੜੀਆਂ ਸਟ੍ਰੈਟੇਜਿਕ ਪੋਜੀਸ਼ਨ ਹੈਗੀਆਂ ਵੀ ਜਿਹੜੀਆਂ ਡਿਸੀਜਨ ਮੇਕਿੰਗ ਪੋਜੀਸ਼ਨਸ ਹੈਗੀਆਂ ਆ। ਔਰ ਇਹ ਸਾਰੀਆਂ ਦੇ ਸਾਰੀਆਂ ਮਨੁਸਮ੍ਰਿਤੀ ਦੇ ਜਿਹੜਾ ਆਧਾਰ ਤੇ ਇਹਨਾਂ ਲਈ ਰਾਖਵੀਆਂ ਸੀਗੀਆਂ। ਤੇ ਇਹਦੇ ਵਿੱਚ ਤਾਂ ਦੂਜਾ ਕੋਈ ਮੈਰਿਟ ਨਹੀਂ ਸੀਗੀ, ਨਾ ਹੀ ਇਹਨਾਂ ਨੇ ਕੋਈ ਇਹਦੇ ਵਿੱਚ ਦੂਜਾ ਦਿਖਾਇਆ ਸੀਗਾ ਵੀ ਇਹਨਾਂ ਦੀ ਕਾਬਲੀਅਤ ਸੀਗੀ। ਇਹ ਤਾਂ ਉਹਨਾਂ ਨੂੰ ਪੂਰਾ ਉਹਨਾਂ ਮਨੁਸਮ੍ਰਿਤੀ ਦੇ ਹਿਸਾਬ ਨਾਲ, ਜਨਮ ਦੇ ਹਿਸਾਬ ਨਾਲ ਆਧਾਰ ਤੇ ਉਹਨਾਂ ਨੂੰ ਮਿਲ ਗਈਆਂ, ਤੇ ਅੱਗੇ ਦੀ ਅੱਗੇ ਗਾਂ ਇਹ ਇੱਦਾਂ ਹੀ ਚਲਾਈ ਗਏ ਹੈਗੇ ਆ। ਤੇ ਆਪਣੇ ਆਪ ਨੂੰ ਇਹਨਾਂ ਨੇ ਇਹ ਜਿਹੜੀਆਂ ਮੇਨ ਡਿਸੀਜਨ ਮੇਕਿੰਗ ਪੋਜੀਸ਼ਨ ਦੇ ਵਿੱਚ ਰੱਖਿਆ ਹੈਗਾ ਆ। ਇਹ ਇਸ ਤਰ੍ਹਾਂ ਇਹਨਾਂ ਨੂੰ ਪੋਜੀਸ਼ਨਾਂ ਮਿਲੀਆਂ ਹੈਗੀਆਂ, ਇਸ ਤਰ੍ਹਾਂ ਇਹ ਪਾਵਰ ਵਿੱਚ ਆਏ ਹੈਗੇ ਆ, ਨਾ ਕਿ ਆਪਣੀ ਜਿਹੜੀ ਇਹਨਾਂ ਦੀ ਮੈਰਿਟ ਕਰਕੇ ਆਏ ਹੈਗੇ ਆ ਜਾਂ ਇਹਨਾਂ ਦੀ ਮਿਹਨਤ ਕਰਕੇ ਆਏ ਹੈਗੇ। ਤੇ ਦੂਜਾ ਇਹ ਹੈਗਾ ਇਹਦੇ ਵਿੱਚ ਅੱਗੇ ਵੀ ਇਹਦੇ ਵਿੱਚ ਹੁਣ ਪੋਜੀਸ਼ਨਾਂ ਜਿਹੜੀਆਂ ਸੀਗੀਆਂ, ਇਹ ਪੋਜੀਸ਼ਨਾਂ ਲਈ ਲੋੜ ਕੀ ਹੁੰਦੀ ਸੀਗੀ, ਪੜ੍ਹਿਆ ਲਿਖਿਆ ਹੋਵੇ ਕੋਈ, ਔਰ ਪੜ੍ਹਿਆ ਲਿਖਿਆ ਉਸ ਟਾਈਮ ਬ੍ਰਾਹਮਣ ਹੀ ਹੁੰਦਾ ਸੀਗਾ। ਤੇ ਇਹਦੇ ਵਿੱਚ ਕੀ ਇਹਨਾਂ ਨੇ ਕੀਤਾ, ਇਹਨਾਂ ਨੇ ਬ੍ਰਾਹਮਣਾਂ ਨੇ ਜਿਹੜੀ ਐਜੂਕੇਸ਼ਨ ਆ, ਵਿੱਦਿਆ ਆਪਣੇ ਹੱਕ ਵਿੱਚ ਕਰ ਲਈ, ਜਾਂ ਇਹਦੇ ਵਿੱਚ ਪੂਰਾ ਦਾ ਪੂਰਾ ਜਿਹੜਾ ਵਿੱਦਿਆ ਦਾ ਸੰਚਾਰ ਸੀਗਾ ਜਾਂ ਸਿੱਖਿਆ ਸੀਗੀ ਜਾਂ ਇਹ ਸਾਰਾ ਆਪਣੇ ਹੱਥ 'ਚ ਕਰ ਲਿਆ। ਜਿਹੜੀ ਮੋਨੋਪਲੀ ਹੈ ਨਾ
ਸਾਰੀ ਦੀ ਸਾਰੀ ਐਜੂਕੇਸ਼ਨ ਦੀ ਮੋਨੋਪੋਲੀ ਜਿਹੜੀ ਆਪਣੇ ਹੱਥ 'ਚ ਕਰ ਲਈ ਆ। ਔਰ ਇਦਾਂ ਨਹੀਂ ਕਰ ਲਈ ਵੀ ਮਿਹਨਤ ਕਰਕੇ ਕਰ ਲਈ ਆ। ਇਹਨਾਂ ਦੇ ਖਾਸ ਹੱਕ ਸੀਗੇ ਜਿਹੜੇ ਮਨੁਸਮ੍ਰਿਤੀ ਦੇ ਵਿੱਚ ਮਿਲੇ ਸੀਗੇ, ਵੀ ਜਿਹੜਾ ਬ੍ਰਾਹਮਣ ਆ ਉਹੀ ਪੜ੍ਹੂਗਾ, ਉਹੀ ਪੁਰੋਹਿਤ ਬਣੂਗਾ, ਉਹੀ ਰਾਜੇ ਦਾ ਸਲਾਹਕਾਰ ਬਣੂਗਾ, ਉਹੀ ਜਿਹੜਾ ਜੱਜ ਬਣੂਗਾ ਤੇ ਉਹੀ ਮੰਤਰੀ ਬਣੂਗਾ। ਤੇ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਉੱਥੋਂ ਮਿਲੀਆਂ ਹੈਗੀਆਂ ਆ। ਔਰ ਇਹਨਾਂ ਨੇ ਜਿਹੜੀ ਆ ਵਿੱਦਿਆ ਦੇ ਵਿੱਚ ਜਾਂ ਐਜੂਕੇਸ਼ਨ ਦੀ ਮੋਨੋਪੋਲੀ ਕਰ ਲਈ ਹੈਗੀ, ਸਿਰਫ ਬ੍ਰਾਹਮਣ ਨੂੰ ਇਦਾਂ ਹੈਗਾ। ਔਰ ਇਹ ਇਦਾਂ ਹੀ ਨਹੀਂ ਕੀਤਾ ਹੈਗਾ, ਇਹਦੇ ਲਈ ਇਹਨਾਂ ਨੇ ਦੂਸਰੀਆਂ ਜਮਾਤਾਂ ਜਿਹੜੀਆਂ ਸੀਗੀਆਂ, ਆਪਣੇ ਸ਼ੂਦਰ ਹੋ ਗਏ, ਇਹਨਾਂ ਨੂੰ ਵੀ ਕਦੀ ਪੜ੍ਹਨ ਦਾ ਹੱਕ ਨਹੀਂ ਦਿੱਤਾ। ਔਰ ਇੱਥੋਂ ਤੱਕ ਨਹੀਂ ਹੱਕ ਨਹੀਂ ਦਿੱਤਾ ਹੈਗਾ, ਇਹਨੂੰ ਇਹਨਾਂ ਨੇ ਇੱਕ ਜਿਹੜਾ ਹੈਗਾ ਆ ਵੀ ਆਪਣੇ ਕ੍ਰਾਈਮ ਮੰਨਿਆ ਗਿਆ, ਇੱਕ ਜੁਰਮ ਮੰਨਿਆ ਗਿਆ ਵੀ ਜੇ ਸ਼ੂਦਰ ਪੜ੍ਹ ਲੈਂਦਾ ਸੀਗਾ ਤੇ ਉਹਨਾਂ ਨਾਲ ਬੜਾ ਇਹ ਗੈਰ ਮਨੁੱਖੀ ਉਹਨੂੰ ਸਜ਼ਾ ਦਿੰਦੇ ਹੁੰਦੇ ਸੀਗੇ। ਜੇ ਉਹ ਪੜ੍ਹਦਾ ਸੀਗਾ ਤੇ ਬੋਲਦਾ ਸੀਗਾ ਤੇ ਜੀਭ ਕੱਟ ਲੈਂਦੇ ਹੁੰਦੇ ਸੀਗੇ, ਜੇ ਸੁਣਦਾ ਹੁੰਦਾ ਸੀਗਾ ਤੇ ਉਹ ਪਿਘਲਿਆ ਹੋਇਆ ਜਿਹੜਾ ਸ਼ੀਸ਼ਾ ਹੈਗਾ ਕੰਨਾਂ 'ਚ ਪਾ ਦੇਣਾ ਹੁੰਦਾ ਸੀਗਾ। ਇੱਦਾਂ ਦੇ ਇਹਨਾਂ ਨੇ ਜਿਹੜੀਆਂ ਗੈਰ ਮਾਨਵੀ ਜਿਹੜੀਆਂ ਸੀਗੀਆਂ ਸਜ਼ਾਵਾਂ ਰੱਖੀਆਂ ਹੋਈਆਂ ਸੀਗੀਆਂ, ਤਾਂ ਕਿ ਜਿਹੜੇ ਆ ਦੂਸਰੇ ਜਮਾਤ ਜਿਹੜੀ ਹੈਗੀ ਆ ਉਹ ਪੜ੍ਹਨ ਦੀ ਕੋਸ਼ਿਸ਼ ਨਾ ਕਰੇ। ਤੇ ਇਹ ਜਿਹੜਾ ਇਹਨਾਂ ਦਾ ਹੱਕ ਹੈਗਾ ਆ। ਤੇ ਬਚਦੇ ਕੌਣ ਸੀਗੇ? ਬਚਦੇ ਫਿਰ ਇਹੀ ਸੀਗੇ ਜਿਹੜੇ ਪੜ੍ਹੇ ਲਿਖੇ ਸੀਗੇ। ਤੇ ਇੱਦਾਂ ਇਹਨਾਂ ਨੇ ਜਿਹੜਾ ਆਪਣੇ ਆਪ ਨੂੰ ਪਾਵਰ ਵਿੱਚ ਧੋਖੇ ਧੜੀ ਨਾਲ ਪਾਵਰ ਦੇ ਵਿੱਚ ਲਿਆਂਦਾ ਹੈਗਾ ਆ। ਤੇ ਇਹ ਜਿਹੜਾ ਹੈਗਾ ਆ, ਹੁਣ ਇਹ ਰੌਲਾ ਤਾਂ ਪਾਉਂਦੇ ਹੈਗੇ ਵੀ ਆਜ਼ਾਦੀ ਦੀ ਲੜਾਈ। ਇੱਥੋਂ ਇਹੀ ਹਿਸਾਬ ਲਾਇਆ ਜਾ ਸਕਦਾ ਵੀ ਇਹ ਜਿਹੜੀ ਆਜ਼ਾਦੀ ਦੀ ਲੜਾਈ, ਇਹਨਾਂ ਦੀ ਆਜ਼ਾਦੀ ਦੀ ਲੜਾਈ ਨਹੀਂ ਹੈਗੀ, ਇਹ ਆਪਣੇ ਆਪ ਲਈ ਲੜ ਰਿਹਾ ਵੀ ਇਹ ਜਿਹੜੀ ਸੱਤਾ ਇਹਨਾਂ ਦੇ ਹੱਥ ਵਿੱਚ ਸੀਗੀ, ਡਿਸੀਜਨ ਮੇਕਿੰਗ ਪਾਵਰ ਜਿਹੜੀ ਨਹੀਂ ਸੀਗੀ ਅੰਗਰੇਜ਼ਾਂ ਦੇ ਆਉਣ ਨਾਲ ਖੋਹ ਹੋ ਗਈ, ਉਹ ਇਹਨਾਂ ਦੇ ਹੱਥ ਵਿੱਚ ਵਾਪਸ ਆ ਜਾਵੇ। ਇਹਨਾਂ ਨੂੰ ਬਾਕੀ ਜਨਤਾ ਦੇ ਨਾਲ ਕੋਈ ਲੈਣਾ ਦੇਣਾ ਨਹੀਂ, ਉਹਨਾਂ ਦੀ ਆਜ਼ਾਦੀ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਆਪਣੀ ਆਜ਼ਾਦੀ ਲਈ ਲੜ ਰਹੇ ਵੀ ਸਾਨੂੰ ਜਿਹੜਾ ਪਹਿਲਾਂ ਸਾਡੇ ਤੋਂ ਪੂਰਾ ਖੁੱਲ੍ਹਾ ਹੱਕ ਸੀਗਾ ਉਹ ਸਾਨੂੰ ਵਾਪਸ ਮਿਲ ਜਾਵੇ। ਇਹ ਉੱਦਾਂ ਹੀ ਆ ਜਿੱਦਾਂ ਕਿ ਹਿਟਲਰ ਦਾ ਜਿਹੜਾ ਨਾਜ਼ੀ ਦਾ ਦੌਰ ਸੀਗਾ, ਉਹਦੇ ਵਿੱਚ ਉਹ ਕਹਿੰਦੇ ਸੀਗੇ ਵੀ ਜਿਹੜੇ ਸੁਪਰਮੈਨ ਆ, ਜਿਹੜੀ ਸਾਡੀ ਰੇਸ ਹੈਗੀ ਆ, ਵਧੀਆ ਰੇਸ ਹੈਗੀ ਹੈ, ਉਹ ਨਾਜ਼ੀਆਂ ਦੀ, ਉਹ ਬਾਕੀ ਆਮ ਜਨਤਾ ਤੇ ਰਾਜ ਕਰੇਗੀ। ਇਦਾਂ ਹੀ ਇਹਨਾਂ ਦਾ ਦਿਮਾਗ ਹੈਗਾ ਆ। ਤੇ ਉਸ ਤੋਂ ਬਾਅਦ ਹੁਣ ਅੱਗੇ ਜਿਹੜਾ ਸਵਾਲ ਉੱਠਦਾ ਹੈਗਾ ਹੈ, ਡਾਕਟਰ ਅੰਬੇਦਕਰ ਕਹਿੰਦੇ ਆ ਜਿਹੜੇ ਫੋਰਨਰ ਹੈਗੇ ਆ ਵੀ ਉਹ ਜਿਹੜੇ ਲੋਕ ਹੈਗੇ ਆ ਉਹਨਾਂ ਦਾ ਕੀ ਨਜ਼ਰੀਆ ਹੈਗਾ ਆ ਇੰਡੀਅਨ ਪੋਲਿਟਿਕਸ ਨੂੰ। ਜਿੱਦਾਂ ਦੀਪਕ ਭਾਈ ਦੱਸ ਕੇ ਹਟਿਆ ਵੀ ਉਹ ਕਾਂਗਰਸ ਦੇ ਪਿੱਛੇ ਲੱਗੇ ਹੈਗੇ ਆ ਤੇ ਉਹਨਾਂ ਨੂੰ ਹੋਰ ਜਿਹੜੀ ਚੀਜ਼ ਆ ਉਹਨਾਂ ਦੇ ਵਿੱਚ ਕਾਂਗਰਸ ਨੂੰ ਛੱਡ ਕੇ ਬਾਕੀ ਚੀਜ਼ਾਂ ਦਾ ਜਿਹੜਾ ਉਹ ਇਦਾਂ ਉਹਦਾ ਐਨਾਲਿਸਿਸ ਨਹੀਂ ਕਰ ਪਾ ਰਹੇ ਹੈਗੇ, ਜਾਂ ਉਹਨਾਂ ਦੀ ਅੱਖਾਂ ਮੂਹਰੇ ਇਹ ਜਿਹੜੀ ਹੈ ਕਾਂਗਰਸ ਨੇ ਧੁੰਦ ਜੀ ਪਾਤੀ ਹੈਗੀ ਆ, ਉਹਨਾਂ ਨੂੰ ਹੋਰ ਕੁਝ ਦਿਖਦਾ ਨਹੀਂ ਹੈਗਾ। ਤੇ ਇਹਨੂੰ ਸਮਝਣ ਲਈ ਡਾਕਟਰ ਅੰਬੇਦਕਰ ਕਹਿੰਦੇ ਦੇਖੋ ਜਿਹੜੇ ਭਾਰਤ ਦੇ ਜਿਹੜੀ ਰਾਜਨੀਤੀ ਚੱਲ ਰਹੀ ਹੈ ਉਸ ਟਾਈਮ ਦੇ ਵਿੱਚ, ਜਿਹੜੇ ਬਾਹਰਲੇ ਲੋਕ ਆ, ਗੈਰ ਭਾਰਤੀ ਲੋਕ ਹੈਗੇ, ਫੋਰਨਰ ਹੈਗੇ ਆ, ਇਹ ਤਿੰਨ ਤਰ੍ਹਾਂ ਇਹਨਾਂ ਨੂੰ ਵੰਡਿਆ ਜਾ ਸਕਦਾ ਹੈ ਵੀ ਕਿਹੜੇ ਤਰ੍ਹਾਂ ਦੇ ਇਹ ਫੋਰਨਰ ਹੈਗੇ ਤੇ ਕੀ ਸੋਚਦੇ ਹੈਗੇ ਆ। ਪਹਿਲਾਂ ਤਾਂ ਇਹ ਫੋਰਨਰ ਨਹੀਂ ਹੈਗੇ, ਮਤਲਬ ਵੀ ਇਹ ਵਿੱਚ ਜਿਹੜਾ ਹੈਗਾ ਆ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਭਾਰਤੀ ਰਾਜਨੀਤੀ ਦੇ ਵਿੱਚ ਜਿਹੜਾ ਕੋਈ ਫੋਰਨਰ ਹੈਗਾ ਉਹਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈਗੀ ਹੈ। ਤਿੰਨ ਚੀਜ਼ਾਂ ਜਿਹੜੀਆਂ ਖਾਸ ਉਹ ਇਹ ਹੈਗੀਆਂ ਆ ਵੀ ਜਿਹੜੀ ਆ ਸ਼ਾਸਕ ਜਮਾਤ ਆ ਉਹਦਾ ਗੈਰ ਸ਼ਾਸਕ ਜਮਾਤ ਦੇ ਨਾਲ ਜਿਹੜਾ ਵਤੀਰਾ ਕਿੱਦਾਂ ਦਾ ਆ, ਉਹਨਾਂ ਦੀ ਕੀ ਸੋਚ ਹੈ ਉਹਨਾਂ ਦੇ ਬਾਰੇ। ਦੂਜਾ ਜਿਹੜਾ ਹੈਗਾ ਆ ਕਾਂਗਰਸ ਤੇ ਸ਼ਾਸਕ ਜਮਾਤ ਦੇ ਵਿੱਚ ਆਪਸ ਦੇ ਵਿੱਚ ਕੀ ਰਿਸ਼ਤਾ ਆ। ਤੀਸਰਾ ਜਿਹੜਾ ਹੈਗਾ ਆ ਵੀ ਜਿਹੜੇ ਗੈਰ ਸ਼ਾਸਕ ਜਮਾਤ ਹੈਗੇ ਆ, ਜਿਹੜੇ ਸ਼ਡਿਊਲ ਕਾਸਟ ਹੈਗੇ ਆ ਜਾਂ ਨਾਨ ਬ੍ਰਾਹਮਣ ਹੈਗੇ ਆ, ਜੇ ਉਹ ਆਪਣੇ ਸੰਵਿਧਾਨਿਕ ਹੱਕਾਂ ਦੀ ਸੁਰੱਖਿਆ ਲਈ ਮੰਗ ਰੱਖਦੇ ਹੈਗੇ ਆ ਤੇ ਉਹਨਾਂ ਦੇ ਕੀ ਕਾਰਨ ਹੈਗੇ ਆ। ਜੇ ਇਹ ਤਿੰਨ ਚੀਜ਼ਾਂ ਨੂੰ ਸਮਝਾਂਗੇ ਤੇ ਆਪਾਂ ਨੂੰ ਭਾਰਤ ਦੀ ਰਾਜਨੀਤੀ ਜਿਹੜੀ ਹੈ ਸਮਝਣੀ ਸੌਖੀ ਹੋ ਜਾਏਗੀ। ਉੱਪਰ ਆਪਾਂ ਚੰਗਾ ਦੱਸ ਚੁੱਕੇ ਹੈਗੇ ਆ ਵੀ ਸ਼ਾਸਕ ਜਮਾਤ ਕਿਹੜੀ ਆ ਤੇ ਉਹਨਾਂ ਦਾ ਜਿਹੜਾ ਵਤੀਰਾ ਸੀਗਾ ਗੈਰ ਸ਼ਾਸਕ ਜਮਾਤ ਨਾਲ, ਸ਼ਡਿਊਲ ਕਾਸਟ ਨਾਲ ਤੇ ਨਾਨ ਬ੍ਰਾਹਮਣ ਨਾਲ ਕਿੱਦਾਂ ਦਾ ਸੀਗਾ, ਇਹ ਆਪਾਂ ਉੱਪਰ ਆਲਰੇਡੀ ਪੜ੍ਹ ਚੁੱਕੇ ਹੈਗੇ ਆ। ਤੇ ਹੁਣ ਅੱਗੇ ਔਰ ਇਹ ਵੀ ਦੇਖ ਚੁੱਕੇ ਹੈਗੇ ਆ ਵੀ ਜਿਹੜੀ ਆ ਕਾਂਗਰਸੀ ਸ਼ਾਸਕ ਜਮਾਤ ਆ ਔਰ ਸ਼ਾਸਕ ਜਮਾਤ ਹੀ ਕਾਂਗਰਸ ਹੈਗੀ ਹੈ, ਇਹ ਵੀ ਆਪਾਂ ਉੱਪਰ ਦੇਖ ਚੁੱਕੇ ਹੈਗੇ ਆ। ਤੇ ਇਹਦੇ ਵਿੱਚ ਕਹਿੰਦੇ ਅੱਗੇ ਡਾਕਟਰ ਅੰਬੇਦਕਰ ਕਹਿੰਦੇ ਆ ਵੀ ਜਿਹੜਾ ਇਹ ਚੀਜ਼ ਦਾ ਜੇ ਆਪਾਂ ਭਾਰਤ ਜਿਹੜਾ ਆਜ਼ਾਦ ਭਾਰਤ ਬਣਾਉਣਾ ਹੈਗਾ ਆ, ਜਿਹਦੇ ਵਿੱਚ ਕੋਈ ਵੀ ਜਿਹੜੀ ਆ ਗੁਲਾਮ ਜਮਾਤ ਨਾ ਰਹੇ, ਤੇ ਇਹ ਚੀਜ਼ ਜੇ ਬਣਾਉਣੀ ਹੈਗੀ ਆ ਆਪਾਂ ਜਿਹੜੇ ਆਜ਼ਾਦ ਭਾਰਤ ਦੇ ਵਿੱਚ, ਤੇ ਸਾਨੂੰ ਇਹ ਜ਼ਰੂਰ ਜਿਹੜਾ
ਕਦਮ ਚੁੱਕਣਾ ਚਾਹੀਦਾ ਆ। ਕਿਹੜਾ ਕਦਮ? ਵੀ ਸੰਵਿਧਾਨ ਦੇ ਵਿੱਚ ਉਹਨਾਂ ਜਿਹੜੇ ਆ ਗਰੀਬ ਤਬਕਾ ਹੈਗਾ ਆ ਜਾਂ ਜਿਹੜੇ ਗੁਲਾਮ ਜਮਾਤਾਂ ਹੈਗੀਆਂ ਆ ਉਹਨਾਂ ਲਈ ਸੰਵਿਧਾਨ ਦੇ ਵਿੱਚ ਖਾਸ ਸੁਰੱਖਿਆ ਦੇ ਪ੍ਰਬੰਧ ਹੋਣੇ ਚਾਹੀਦੇ ਹੈਗੇ ਆ, ਤਾਂ ਕਿ ਜਿਹੜੀ ਸ਼ਾਸਕ ਜਮਾਤ ਹੈਗੀ ਆ ਉਹ ਆਪਣੇ ਅਧਿਕਾਰਾਂ ਦੀ ਗਲਤ ਵਰਤੋਂ ਕਰਕੇ ਇਹਨਾਂ ਦੇ ਹੱਕਮਾਰੀ ਨਾ ਕਰੇ। ਤੇ ਇਹ ਬਹੁਤ ਜ਼ਰੂਰੀ ਹੈਗਾ ਆ। ਤੇ ਇਹਦੇ ਵਿੱਚ ਹੁਣ ਕਾਂਗਰਸ ਕੀ ਹੈਗੀ ਆ, ਕਾਂਗਰਸ ਇਹ ਵਿਰੋਧ ਕਰਦੀ ਹੈਗੀ ਆ ਵੀ ਇੱਦਾਂ ਦੀ ਕੋਈ ਜਿਹੜੀ ਹੈ ਸੰਵਿਧਾਨ ਦੇ ਵਿੱਚ ਸੁਰੱਖਿਆ ਨਹੀਂ ਹੋਣੀ ਚਾਹੀਦੀ ਹੈਗੀ। ਤੇ ਆਪਣੇ ਬਾਬਾ ਸਾਹਿਬ ਅੱਗੇ ਕਹਿੰਦੇ ਵੀ ਕੀ ਸੰਵਿਧਾਨ ਜਿਹੜਾ ਇੰਡੀਆ ਦਾ ਹੈਗਾ ਬਣਨਾ ਹੈਗਾ ਆ ਕਿ ਉਹਦੇ ਵਿੱਚ ਜਿਹੜੀਆਂ ਹੈਗੀਆਂ ਆ ਸੁਰੱਖਿਆ, ਸ਼ਡਿਊਲ ਕਾਸਟ ਦੀ ਸੁਰੱਖਿਆ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ ਹੈਗੀ। ਜਿਹੜੇ ਬਾਹਰਲੇ ਲੋਕੀ ਹੈਗੇ ਆ ਉਹਨਾਂ ਨੂੰ ਇਸ ਚੀਜ਼ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ, ਤੇ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਕਾਂਗਰਸ ਜਿਹੜੀ ਹੈ ਸਾਰਿਆਂ ਦੀ ਹਮਾਇਤੀ ਹੈ, ਸਾਰਿਆਂ ਦੀ ਨੁਮਾਇੰਦਗੀ ਕਰਦੀ ਹੈਗੀ ਹੈ, ਤੇ ਉਹ ਇਹ ਚੀਜ਼ ਦਾ ਸਾਰਿਆਂ ਦਾ ਜਿਹੜਾ ਹੈਗਾ ਖਿਆਲ ਰੱਖੇਗੀ, ਤੇ ਇੰਨੇ ਚੀਜ਼ 'ਚ ਉਹ ਸੰਤੁਸ਼ਟ ਹੋ ਜਾਂਦੇ ਹੈਗੇ। ਤੇ ਹੁਣ ਅੱਗੇ ਡਾਕਟਰ ਅੰਬੇਦਕਰ ਕਹਿੰਦੇ ਆ ਵੀ ਕੀ ਜਿਹੜੇ ਜਿਹੜੇ ਸ਼ਡਿਊਲ ਕਾਸਟ ਲੋਕ ਹੈਗੇ ਆ ਕਿ ਉਹਨਾਂ ਨੂੰ ਸੰਵਿਧਾਨਿਕ ਸੁਰੱਖਿਆ ਦੀ ਮੰਗ ਕਰਨ ਦੀ ਜਿਹੜੀ ਆ ਆਪਣੇ ਜਿਹੜੀ ਮੰਗ ਕਰ ਰਿਹਾ ਕਿ ਉਹਦੀ ਲੋੜ ਹੈਗੀ ਆ, ਉਹਦੀ ਲੋੜ ਹੈਗੀ ਹੈ। ਜਿਸ ਤਰ੍ਹਾਂ ਆਪਾਂ ਦੇਖਿਆ ਹੀ ਹੈਗਾ ਆ ਵੀ ਇਹ ਜਿਹੜੇ ਲੋਕ ਹੈਗੇ ਆ ਕਾਂਗਰਸ ਦੇ ਲੋਕ ਜਿਹੜੇ ਹੈਗੇ ਆ ਇਹ ਇੱਥੋਂ ਤੱਕ ਕਿ ਚਾਹੁੰਦੇ ਹੈਗੇ ਆ ਵੀ ਜਿੱਦਾਂ ਬਾਹਰਲੀਆਂ, ਇਹਦਾ ਐਗਜ਼ਾਮਪਲ ਦੇਣ ਤੋਂ ਪਹਿਲਾਂ ਇੱਦਾਂ ਵੀ ਬਾਹਰਲੇ ਜਿਹੜਾ ਦੇਸ਼ਾਂ ਦੇ ਵਿੱਚ ਕੀ ਸੀਗਾ, ਉਹਦੇ ਵਿੱਚ ਜਿਹੜਾ ਸ਼ਾਸਕ ਜਮਾਤ ਹੈਗੀ ਆ ਤੇ ਜਿਹੜੀ ਗੈਰ ਸ਼ਾਸਕ ਜਮਾਤ ਆ ਜਾਂ ਗੁਲਾਮ ਜਮਾਤ ਹੈਗੀ ਆ, ਉਹਦੇ ਵਿੱਚ ਜਦੋਂ ਕ੍ਰਾਂਤੀਆਂ ਆਈਆਂ ਆ ਬਾਹਰਲੇ ਦੇਸ਼ਾਂ ਦੇ ਵਿੱਚ, ਉਹਦੇ ਵਿੱਚ ਡੈਮੋਕ੍ਰੇਸੀ ਆਈ ਹੈਗੀ ਆ, ਤੇ ਉਹਦੇ ਵਿੱਚ ਕੀ ਸੀਗਾ ਐਡਲਟ ਸਫਰੇਜ ਜਾਂ ਬਾਲਗ ਮਤ ਅਧਿਕਾਰ ਜਿਹੜਾ ਦਿੱਤਾ ਗਿਆ, ਸਾਰਿਆਂ ਨੂੰ ਬਰਾਬਰ ਦਿੱਤਾ ਗਿਆ ਆ, ਤੇ ਉਹ ਇੱਕ ਜਿਹੜਾ ਸੀਗਾ ਸੰਵਿਧਾਨਿਕ ਸੁਰੱਖਿਆ ਦਾ ਹਥਿਆਰ ਮੰਨਿਆ ਗਿਆ ਸੀਗਾ ਵੀ ਇਹ ਜਿਹੜੇ ਹੈਗੇ ਆ ਗੁਲਾਮ ਜਮਾਤਾਂ ਆ ਇਹਨਾਂ ਦੇ ਵਿੱਚ ਇਹਨਾਂ ਕੋਲ ਜਿਹੜੀ ਆ ਵੋਟ ਦੀ ਪਾਵਰ ਹੈਗੀ ਆ, ਤੇ ਇਹ ਜਿਹੜੇ ਆਪਣੀ ਵੋਟ ਦਾ ਪਾਵਰ ਦਾ ਸਹੀ ਇਸਤੇਮਾਲ ਕਰਕੇ ਜਿਹੜਾ ਹੈਗਾ ਆ ਅੱਗੇ ਆਉਣ ਵਾਲੇ ਸ਼ਾਸਕ ਜਮਾਤ ਦੇ ਵਿਰੁੱਧ ਖੜੇ ਹੋ ਸਕਦੇ ਆ, ਤੇ ਉਹਨਾਂ ਦਾ ਕੰਟਰੋਲ, ਉਹਨਾਂ ਨੂੰ ਜੇ ਉਹਨਾਂ ਤੇ ਹਾਵੀ ਹੁੰਦੇ ਆ ਤੇ ਉਹਨਾਂ ਨੂੰ ਫਿਰ ਹੇਠਾਂ ਲਾ ਸਕਦੇ ਆ। ਪਰ ਕਹਿੰਦੇ ਜੇ ਭਾਰਤ ਦੇ ਸੰਦਰਭ ਵਿੱਚ ਦੇਖਿਆ ਜਾਵੇ ਤੇ ਇੱਥੇ ਜਿਹੜੇ ਹਾਲਾਤ ਆ ਅਲੱਗ ਹੈਗੇ ਆ, ਤੇ ਇੱਥੇ ਇੰਨਾ ਹੀ ਕਹਿਣਾ ਵੀ ਅਛੂਤ ਲੋਕਾਂ ਨੂੰ ਜਾਂ ਗੈਰ ਬ੍ਰਾਹਮਣ ਲੋਕਾਂ ਨੂੰ ਅਸੀਂ ਬਾਲਗ ਮਤ ਅਧਿਕਾਰ ਦੇ ਦਾਂਗੇ ਤੇ ਇੰਨੀ ਕੁ ਹੀ ਸੰਵਿਧਾਨਿਕ ਸੁਰੱਖਿਆ ਬਹੁਤ ਹੈਗੀ ਆ, ਇਹ ਜਿਹੜਾ ਹੈਗਾ ਆ ਬਹੁਤ ਗਲਤ ਉਹਦਾ ਮੁਲਾਂਕਣ ਹੋਏਗਾ, ਕਿਉਂਕਿ ਭਾਰਤ ਦਾ ਜਿਹੜਾ ਸਮਾਜਿਕ ਢਾਂਚਾ ਟੋਟਲੀ ਅਲੱਗ ਹੈਗਾ। ਇਹਦੇ ਵਿੱਚ ਜਿਹੜੀ ਸ਼ਾਸਕ ਜਮਾਤ ਆ ਅਲੱਗ ਹੈਗੀ ਆ, ਤੇ ਉਹਨਾਂ ਦੀ ਜਿਹੜੀ ਆ ਸੋਚ ਆ, ਧਾਰਨਾ ਹੈਗੀ ਆ, ਉਹ ਟੋਟਲੀ ਅਲੱਗ ਹੈਗੀ ਆ। ਇਸ ਕਰਕੇ ਇਹਨਾਂ ਦੀ ਜਿਹੜੀ ਹੈਗੀ ਆ ਆਪਣੇ ਸ਼ਾਸਕ ਜਮਾਤ ਦੀ ਜਿਹੜੀ ਫਿਲਾਸਫੀ ਹੈ, ਇਹਨਾਂ ਦੇ ਦਰਸ਼ਨ ਹੈਗਾ, ਇਹ ਗੈਰ ਸਮਾਜਿਕ ਆ ਜਾਂ ਗੈਰ ਸਮਾਜਿਕ ਨੂੰ ਸਮਾਜ ਵਿਰੋਧੀ ਆ। ਜਿਹੜੇ ਬਾਹਮਣ ਬਾਣੀ ਹੈਗੇ ਦੂਸਰੇ ਜਮਾਤਾਂ ਨੂੰ ਅੱਗੇ ਆਉਣ ਲਈ ਕਦੀ ਵੀ ਇਹ ਉਹਨਾਂ ਨੂੰ ਐਨਕਰੇਜ ਨਹੀਂ ਕਰਦੇ ਜਾਂ ਉਹਨਾਂ ਦਾ ਹੌਸਲਾ ਨਹੀਂ ਵਧਾਉਂਦੇ ਹੈਗੇ, ਤੇ ਜਿਹੜੀ ਤਾਕਤ ਦੇ ਸਰੋਤ ਆਪਣੇ ਹੱਥਾਂ ਵਿੱਚ ਰੱਖਣਾ ਚਾਹੁੰਦੇ ਹੈਗੇ ਆ। ਔਰ ਇਹ ਬਾਕੀ ਕੰਟਰੀਆਂ ਵਾਂਗੂ ਨਹੀਂ ਹੈਗਾ ਜਿੱਦਾਂ ਬਾਹਰਲੇ ਦੇਸ਼ਾਂ ਦੇ ਵਿੱਚ ਹੈਗਾ, ਜਿਹੜਾ ਕੰਟਰੀਆਂ ਦੇ ਵਿੱਚ ਜਿੱਦਾਂ ਸ਼ਾਸਕ ਜਮਾਤ ਹੈਗੀ ਆ ਉਹਨਾਂ ਦੇ ਵਿੱਚ ਜਿਹੜੇ ਗਰੀਬ ਜਨਤਾ ਹੈਗੀ ਆ, ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਉਹ ਆਪਣੇ ਅੰਦਰ ਜਿਹੜਾ ਹੈਗਾ ਉਹਨਾਂ ਨੂੰ ਸਮਾਹਿਤ ਕਰ ਲੈਂਦੇ, ਤੁਸੀਂ ਵੀ ਸਾਡੇ ਵੱਲ ਆ ਜਾਓ, ਹੁਣ ਤੁਸੀਂ ਅੱਗੇ ਇੰਪਰੂਵ ਕਰ ਗਏ ਹੈਗੇ ਆ, ਗਰੀਬ ਲੋਕਾਂ ਨੂੰ ਵੀ ਤੁਸੀਂ ਸਾਡੇ ਨਾਲ ਮਿਲ ਜਾਓ। ਭਾਰਤ ਦੇ ਵਿੱਚ ਜਿਹੜਾ ਹੈਗਾ ਆ ਜਿਹੜੀ ਸ਼ਾਸਕ ਜਮਾਤ ਆ ਉਹ ਇਦਾਂ ਨਹੀਂ ਕਰਦੇ ਹੈਗੇ, ਉਹ ਟੋਟਲੀ ਜਿਹੜੀ ਆ ਸਮਾਜ ਵਿਰੋਧੀ ਹੈਗੀ ਆ, ਐਂਟੀ ਸੋਸ਼ਲ ਹੈਗੀ ਆ, ਉਹਨਾਂ ਦੀ ਫਿਲਾਸਫੀ ਇਸ ਤਰ੍ਹਾਂ ਹੈਗੀ ਆ, ਤੇ ਉਹ ਜਿਹੜਾ ਹੈਗਾ ਆ ਦੂਜਿਆਂ ਨੂੰ ਆਪਣੇ ਆਪ ਤੋਂ ਨੀਵਾਂ, ਜਿਹੜੇ ਸ਼ਡਿਊਲ ਕਾਸਟ ਹੈਗੇ ਗੈਰ ਬ੍ਰਾਹਮਣ ਹੈਗੇ ਉਹਨਾਂ ਨੂੰ ਆਪਣੇ ਆਪ ਤੋਂ ਨੀਵਾਂ ਸਮਝਦੀ ਹੈਗੀ ਆ। ਤੇ ਇਸ ਕਰਕੇ ਜਿਹੜੀ ਆ ਜੋ ਬਾਹਰਲੇ ਦੇਸ਼ਾਂ ਦੇ ਹਾਲਾਤ ਆ ਉਹ ਇੰਡੀਆ ਦੇ ਵਿੱਚ ਦੇਸ਼ਾਂ ਦੇ ਹਾਲਾਤਾਂ ਦੇ ਨਾਲ ਆਪਾਂ ਕੰਪੇਅਰ ਨਹੀਂ ਕਰ ਸਕਦੇ ਹੈਗੇ, ਤੇ ਇਸੇ ਕਰਕੇ ਇਹ ਜ਼ਰੂਰੀ ਹੈਗਾ ਆ ਵੀ ਜਿਹੜੇ ਇੱਥੇ ਦੇ ਛੂਤ ਲੋਕ ਆ, ਸ਼ਡਿਊਲ ਕਾਸਟ ਲੋਕ ਹੈਗੇ ਆ, ਉਹਨਾਂ ਨੂੰ ਬਾਲਗ ਮਤ ਅਧਿਕਾਰ ਦੇ ਇਲਾਵਾ ਵੀ ਹੋਰ ਜਿਹੜੇ ਹੈਗੇ ਆ ਸੰਵਿਧਾਨਿਕ ਸੁਰੱਖਿਆ ਮੁਹੱਈਆ ਕਰਵਾਉਣੀ ਚਾਹੀਦੀ ਆ, ਤਾਂ ਕਿ ਜਿਹੜੀ ਆ ਆਪਣੇ ਲੋਕਤੰਤਰ ਹੈਗਾ ਆ ਜਦੋਂ ਭਾਰਤ ਆਜ਼ਾਦ ਹੋਵੇਗਾ ਉਹਦੇ ਵਿੱਚ ਉਹ ਜਿਹੜਾ ਹੈਗਾ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ। ਇਹ ਜਿਹੜੀ ਮੰਗ ਕਰਦੇ ਹੈਗੇ ਇਹਦੇ ਵੀ ਰੈਜ਼ਰਵੇਸ਼ਨ ਜਾਂ ਰਿਪਰੈਜ਼ੈਂਟੇਸ਼ਨ ਲੈਜਿਸਲੇਚਰ, ਐਗਜ਼ੈਕਟਿਵ ਤੇ ਪਬਲਿਕ ਸਰਵਿਸ ਕਿਉਂ ਹੋਣੀ ਚਾਹੀਦੀ ਹੈ, ਇਹ
ਜਿਹੜਾ ਮੰਗ ਕਰਨ ਦਾ ਕਾਰਨ ਇਹੀ ਆ ਵੀ ਇਹ ਜਿਹੜੀਆਂ ਸ਼ਾਸਕ ਜਮਾਤਾਂ ਇਹਨਾਂ ਦੇ ਉੱਪਰ ਥੋੜਾ ਕੰਟਰੋਲ ਹੋਵੇ। ਜਿੱਦਾਂ ਕੋਈ ਵੀ ਜਿੱਦਾਂ ਜਿਹੜੇ ਹੈਗੇ ਆ ਪ੍ਰੋਡਿਊਸਰ ਹੈ, ਡਿਸਟਰੀਬਿਊਟਰ ਜਾਂ ਜਿਹੜੇ ਜ਼ਿਮੀਦਾਰ ਹੈਗੇ ਆ ਜਾਂ ਆੜਤੀ ਹੈਗੇ, ਇਹਨਾਂ ਤੇ ਜਿਹੜਾ ਕਾਬੂ ਹੋਵੇ। ਜੇ ਇਹਨਾਂ ਦੇ ਕਾਬੂ ਨਾ ਹੋਊਗਾ ਤੇ ਇਹਨਾਂ ਨੇ ਫਿਰ ਕਦੀ ਵੀ ਜਿਹੜੇ ਗੈਰ ਸ਼ਾਸਕ ਜਮਾਤਾਂ ਆ, ਜਿਹੜੇ ਸ਼ਡਿਊਲ ਕਾਸਟ ਹੈਗੇ ਆ ਜਾਂ ਨਾਨ ਬ੍ਰਾਹਮਣ ਹੈਗੇ ਹੋਰ, ਇਹਨਾਂ ਨੂੰ ਕਦੀ ਵੀ ਪਾਵਰ ਦੇ ਜਿਹੜੇ ਸਰੋਤ ਹੈਗੇ ਆ ਉਹਨਾਂ ਦੇ ਵਿੱਚ ਹਿੱਸੇਦਾਰੀ ਦੇ ਵਿੱਚ ਕਦੀ ਵੀ ਆਉਣ ਨਹੀਂ ਦੇਣਾ ਹੈਗਾ। ਜੇ ਇਹ ਜਿਹੜੀ ਸੁਰੱਖਿਆ ਹੈਗੀ ਹੈ, ਰਿਪਰੈਜ਼ੈਂਟੇਸ਼ਨ ਹੈਗੀ ਹੈ, ਰਿਜ਼ਰਵੇਸ਼ਨ ਹੈਗੀ ਨਾ ਦਿੱਤੀ ਗਈ ਤਾਂ। ਤੇ ਇਹਨਾਂ ਦਾ ਮੇਨ ਮਕਸਦ ਇਹੀ ਹੈ ਵੀ ਤਾਂ ਕਿ ਇਹ ਆਪਣੀ ਮਨਮਰਜ਼ੀ ਨਾ ਕਰਨ ਤੇ ਦੂਸਰਿਆਂ ਨੂੰ ਵੀ ਹੱਕ ਜਿਹੜੇ ਹੈਗੇ ਆ, ਕਿਉਂਕਿ ਹੱਕ ਦੇ ਨਾਲ ਦੇਣੇ ਨਹੀਂ ਹੈਗੇ, ਇਹ ਇਸੇ ਕਰਕੇ ਸੀਗਾ ਸੰਵਿਧਾਨਿਕ ਇੱਦਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਕਿ ਇਹ ਆਪਣੀ ਜਿਹੜੀ ਹੈ ਜੋ ਜ਼ਬਰਦਸਤੀ ਹੈ, ਜਦੋਂ ਭਾਰਤ ਆਜ਼ਾਦ ਹੋਣਾ ਆ, ਉਹ ਆਪਣੀ ਮਨਮਰਜ਼ੀ ਨਾ ਕਰਨ, ਜਿੱਦਾਂ ਮਨੁਸਮ੍ਰਿਤੀ ਚਲਾਉਂਦੇ ਸੀ ਉੱਦਾਂ ਨਾ ਚਲਾਉਣ। ਤੇ ਬਾਬਾ ਸਾਹਿਬ ਕਹਿੰਦੇ ਆ ਵੀ ਇਹ ਬੜੀ ਦੁਖਦ ਗੱਲ ਹੈਗੀ ਆ ਵੀ ਜਦੋਂ ਕੋਈ ਵੀ ਜਿਹੜਾ ਬਾਹਰਲਾ ਬੰਦਾ ਹੈਗਾ, ਗੈਰ ਭਾਰਤੀ ਬੰਦਾ, ਫੋਰਨਰ ਬੰਦਾ ਹੈਗਾ ਆ, ਤੇ ਉਹ ਜਦੋਂ ਭਾਰਤ ਦੀ ਰਾਜਨੀਤੀ ਬਾਰੇ ਗੱਲ ਕਰਦਾ ਹੈਗਾ ਆ ਵੀ ਉਹਨੂੰ ਇਹ ਬੜਾ ਦੁਖਦ ਗੱਲ ਹੈਗੀ, ਉਹਨੂੰ ਚੰਗੀ ਤਰ੍ਹਾਂ ਜਿਹੜੀ ਹੈਗੀ ਆ ਕਲੀਅਰ ਨਹੀਂ ਹੁੰਦਾ ਹੈਗਾ ਵੀ ਕੀ ਹੋ ਰਿਹਾ ਹੈਗਾ ਆ। ਉਹ ਸਿਰਫ ਉੱਥੇ ਕੀ ਕਾਂਗਰਸ ਤੇ ਆ ਕੇ ਹੀ ਰੁਕ ਜਾਂਦਾ ਹੈਗਾ। ਇਹਨਾਂ ਦੇ ਵਿੱਚ ਵੀ ਜਿਹੜੇ ਫੋਰਨਰ ਹੈਗੇ, ਇਹਨਾਂ ਨੂੰ ਵੀ ਆਪਾਂ ਤਿੰਨ ਹਿੱਸਿਆਂ 'ਚ ਵੰਡ ਸਕਦੇ ਹਾਂ ਵੀ ਇਹ ਤਿੰਨ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਦੀ ਦਿਲਚਸਪੀ ਜਿਹੜੀ ਆ ਭਾਰਤ ਦੀ ਰਾਜਨੀਤੀ ਦੇ ਵਿੱਚ ਹੈਗੀ ਆ। ਪਹਿਲੇ ਤਾਂ ਉਹ ਜਿਹੜੇ ਜਾਣਦੇ ਆ ਵੀ ਸਮਾਜਿਕ ਜਿਹੜੀ ਇੱਥੇ ਬਣਤਰ ਹੈਗੀ ਆ ਭਾਰਤ ਵਿੱਚ, ਕਿੱਦਾਂ ਉਹਦੇ 'ਚ ਵੰਡ ਪਈ ਹੈਗੀ ਹੈ, ਕਿੱਦਾਂ ਉਹਦੇ ਵਿੱਚ ਮੈਜੋਰਟੀ ਮਾਈਨੋਰਟੀ ਹੈ, ਕਿੱਦਾਂ ਉਹਦੇ ਵਿੱਚ ਹਿੰਦੂ ਤੇ ਛੂਤ ਹੈਗੇ, ਉਹਨਾਂ ਨੂੰ ਪਤਾ ਹੈ ਸਾਰਾ। ਪਰ ਉਹਨਾਂ ਦਾ ਮੇਨ ਮਕਸਦ ਜਿਹੜਾ ਹੈਗਾ ਆ ਉਹ ਇਹ ਨਹੀਂ ਹੈਗਾ ਵੀ ਇਹ ਜਿਹੜੀ ਚੀਜ਼ ਨੂੰ, ਜਿਹੜੀ ਸਮਾਜਿਕ ਵੰਡ ਹੈ, ਇਹਨੂੰ ਦੁਨੀਆ ਦੇ ਮੂਹਰੇ ਰੱਖਿਆ ਜਾਵੇ ਤਾਂ ਕਿ ਇੱਥੋਂ ਦੇ ਜਿਹੜੇ ਲੋਕ ਹੈਗੇ ਆ, ਗਰੀਬ ਲੋਕ ਹੈਗੇ ਆ, ਉਹਨਾਂ ਲਈ ਸੰਵਿਧਾਨਿਕ ਹੱਕ ਜਿਹੜੇ ਆ ਉਹਨਾਂ ਦੀ ਗੱਲ ਚੱਕੀ ਜਾਵੇ। ਉਹਨਾਂ ਨੂੰ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ। ਦੂਸਰੇ ਲੋਕ ਉਹ ਹੈਗੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਭਾਰਤ ਦੇ, ਉਹ ਜਿਹੜੇ ਬਾਹਰਲੇ ਲੋਕ ਹੈਗੇ ਆ ਜਿਨ੍ਹਾਂ ਨੂੰ ਪਤਾ ਹੀ ਨਹੀਂ ਹੈਗਾ ਵੀ ਭਾਰਤ ਦੀ ਜਿਹੜੀ ਸਮਾਜਿਕ ਢਾਂਚਾ ਉਹ 'ਚ ਕਿੱਦਾਂ ਵੰਡ ਹੋਈ ਹੈਗੀ ਹੈ। ਤੇ ਉਹਨਾਂ ਨੂੰ ਕੋਈ ਫਰਕ ਵੀ ਨਹੀਂ ਪੈਂਦਾ ਹੈਗਾ ਵੀ ਕਾਂਗਰਸ ਕੀ ਕਰਦੀ ਹੈਗੀ ਆ, ਤੇ ਉਹਨਾਂ ਨੂੰ ਇਹ ਵੀ ਕੋਈ ਫਰਕ ਨਹੀਂ ਪੈਂਦਾ ਹੈਗਾ ਵੀ ਜਿਹੜੀ ਬਾਕੀ ਗਰੀਬ ਜਮਾਤਾਂ ਹੈਗੀਆਂ, ਗਰੀਬ ਤਬਕਾ ਹੈਗਾ ਆ, ਵੀ ਉਹਨਾਂ ਦੇ ਜਿਹੜੀ ਸੁਰੱਖਿਆ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਤੀਸਰੇ ਤਰ੍ਹਾਂ ਦੇ ਉਹ ਬਾਹਰਲੇ ਲੋਕ ਹੈਗੇ ਆ ਜਿਹੜੇ ਟੂਰਿਸਟ ਆ, ਜਿਹੜੇ ਇੱਥੇ ਆਉਂਦੇ ਹੈਗੇ ਆ ਤੇ ਇੱਥੋਂ ਆ ਕੇ ਉਹ ਰਾਤੋਂ ਰਾਤ ਆਪਣਾ ਜਿਹੜਾ ਓਪੀਨੀਅਨ ਬਣਾ ਜਾਂਦੇ ਹੈਗੇ ਆ। ਸਭ ਤੋਂ ਖਤਰਨਾਕ ਇਹ ਲੋਕ ਆ, ਕਿਉਂਕਿ ਇੱਕ ਤਾਂ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇੱਕ ਦਿਨ 'ਚ ਆਉਂਦੇ ਹੈਗੇ ਆ, 2 ਦਿਨਾਂ ਜਾਂ 4-5 ਦਿਨਾਂ 'ਚ ਇਹ ਨਹੀਂ ਪਤਾ ਲੱਗਦਾ ਵੀ ਸਮਾਜਿਕ ਢਾਂਚਾ ਕਿੱਦਾਂ ਦਾ ਬਣਿਆ ਹੈਗਾ ਆ। ਫਿਰ ਇਹ ਜਿੱਦਾਂ ਭੀੜ ਦੀ ਗੱਲ ਹੁੰਦੀ ਹੈਗੀ ਆ, ਇਹਦੇ ਵਿੱਚ ਦੱਸਦੇ ਆ ਵੀ ਜਿੱਦਾਂ ਜਿਹੜਾ ਸੈਮ ਵੈਲਰ ਐਗਜ਼ਾਮਪਲ ਹੈ, ਮਿਸਟਰ ਪਿਕਵਿਕ ਗੇਵ ਟੂ ਸੈਮ ਵੈਲਰ ਐਗਜ਼ਾਮਪਲ, ਵੀ ਜਿੱਦਾਂ ਭੀੜ ਤੇ ਮਗਰ ਲੱਗੇ ਹੁੰਦੇ ਆ ਲੋਕ ਵੀ ਅੱਜ ਕੱਲ੍ਹ ਇਸ ਚੀਜ਼ ਦਾ ਬੋਲਬਾਲਾ ਹੈ ਅਖਬਾਰ ਦੇ ਵਿੱਚ ਕਾਂਗਰਸ ਦਾ, ਤੇ ਇਹਦੇ ਨਾਲ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਇਹੀ ਬਣ ਜਾਂਦਾ ਹੈਗਾ ਵੀ ਇੱਥੇ ਕਾਂਗਰਸੀ ਸਭ ਕੁਝ ਚੱਲ ਰਿਹਾ ਹੈਗਾ ਆ ਤੇ ਬਾਕੀ ਲੋਕ ਜਿਹੜੇ ਆ ਐਗਜ਼ਿਸਟ ਨਹੀਂ ਕਰਦੇ ਔਰ ਕਾਂਗਰਸੀ ਸਾਰੇ ਦੇ ਨੁਮਾਇੰਦਗੀ ਹੈ। ਇਹ ਲੋਕ ਇੱਦਾਂ ਦੇ ਪ੍ਰਭਾਵ ਦੇ ਹੇਠਾਂ ਛੇਤੀ ਆ ਜਾਂਦੇ ਹੈਗੇ ਆ, ਕਿਉਂਕਿ ਕੋਈ ਵੀ ਵਿਸ਼ਲੇਸ਼ਣ ਨਹੀਂ ਕਰਦੇ ਹੈਗੇ, ਉਹਨੂੰ ਤੋੜ ਮੋੜ ਕੇ ਨਹੀਂ ਦੇ ਰਹੇ ਹੈਗੇ। ਕਹਿੰਦੇ ਸਭ ਜਿਹੜੀ ਚੀਜ਼ ਮੈਨੂੰ ਜ਼ਿਆਦਾ ਜਿਹੜਾ ਦੁਖੀ ਕਰ ਰਹੀ ਹੈ ਨਾ, ਅਨੋਏ ਕਰ ਰਹੀ ਹੈਗੀ, ਉਹ ਇਹ ਹੈਗੀ ਆ ਵੀ ਜਿਹੜੇ ਬ੍ਰਿਟਿਸ਼ ਲੇਬਰ ਪਾਰਟੀ ਦੇ ਲੀਡਰ ਹੈਗੇ ਆ, ਜਿਹੜੇ ਕਿ ਕ੍ਰਾਂਤੀਕਾਰੀ ਜਾਂ ਲੈਫਟ ਵਿੰਗ ਜਾਂ ਰੈਡੀਕਲ ਵਿੰਗ ਯੂਰਪ ਦੇ ਅਮਰੀਕਾ ਦੇ ਲੋਕ ਹੈਗੇ ਆ, ਜਿਹੜੇ ਡੈਮੋਕ੍ਰੇਟਸ ਹੈਗੇ ਆ, ਜਿੱਦਾਂ ਲਾਸਕੀ ਹੋ ਗਿਆ, ਕਿੰਗਸਲੀ ਮਾਰਟਿਨ ਹੋ ਗਿਆ, ਜਿਹੜੇ ਨੇਸ਼ਨ ਇਨ ਅਮਰੀਕਾ ਵਰਗੇ ਜਰਨਲ ਹੈਗੇ ਆ ਜਾਂ ਨਿਊ ਸਟੇਟਸਮੈਨ ਵਾਂਗੇ ਜਿਹੜੇ ਆ ਅਖਬਾਰਾਂ ਹੈਗੀਆਂ ਇੰਗਲੈਂਡ ਦੇ ਵਿੱਚ, ਇਹ ਲੋਕੀ ਆਪਣੇ ਆਪ ਨੂੰ ਗਰੀਬ ਲੋਕਾਂ ਦਾ, ਲਤਾੜੇ ਹੋਏ ਲੋਕਾਂ ਦਾ ਜਿਹੜਾ ਹੈਗਾ ਹਮਾਇਤੀ ਦੱਸਦੇ ਹੈਗੇ ਆ। ਇਹ ਲੋਕੀ ਵੀ ਜਿਹੜੇ ਹੈਗੇ ਆ, ਇਹਨਾਂ ਦਾ ਵਤੀਰਾ ਵੀ ਬੜਾ ਹੀ ਅਜੀਬੋ-ਗਰੀਬ ਜਿਹਾ ਹੈਗਾ। ਇਹਨਾਂ ਨੂੰ ਵੀ ਕਦੀ ਵੀ ਜਿਹੜਾ ਹੈਗਾ ਆ ਭਾਰਤ ਦੇ ਵਿੱਚ ਜਿਹੜੇ ਗਰੀਬ ਜਨਤਾ ਹੈਗੀ ਆ, ਦੱਬਿਆ ਕੁਚਲਿਆ ਤਬਕਾ ਹੈਗਾ, ਇਹਨਾਂ ਦੇ ਵੱਲ ਇਹਨਾਂ ਦਾ ਧਿਆਨ ਨਹੀਂ ਜਾਂਦਾ ਹੈਗਾ। ਇਹ ਵੀ ਉੱਥੇ ਹੀ ਕਾਂਗਰਸ 'ਚ ਜਾ ਕੇ ਅਟਕ ਜਾਂਦੇ ਹੈਗੇ ਆ ਤੇ ਇਹਨਾਂ ਨੂੰ ਵੀ ਇਹ ਫਰਕ ਨਹੀਂ ਮਹਿਸੂਸ ਹੁੰਦਾ ਵੀ ਜਿਹੜੀ ਆ ਕਾਂਗਰਸ ਜਿਹੜੀ ਹੈਗੀ ਆ ਉਹੀ ਇੱਥੇ ਦੀ ਸ਼ਾਸਕ ਜਮਾਤ ਆ ਔਰ ਸ਼ਾਸਕ ਜਮਾਤ ਹੀ ਕਾਂਗਰਸ ਆ। ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਇੱਥੋਂ ਦੀ ਸ਼ਾਸਕ ਜਮਾਤ ਜਿਹੜੀ ਆ ਉਹ ਬ੍ਰਾਹਮਣ ਬਾਣੀਆਂ ਦਾ ਜਿਹੜਾ ਸੰਗਠਨ ਆ ਉਹ ਹੈਗਾ ਆ। ਇਹਨਾਂ ਨੂੰ ਇਹ ਚੀਜ਼ ਨਜ਼ਰ ਨਹੀਂ ਆਉਂਦੀ ਹੈਗੀ ਤੇ ਇਹਨਾਂ ਨੂੰ ਜਿਹੜਾ ਹੈਗਾ ਆ ਵੀ ਇਹ ਲੱਗਦਾ ਵੀ ਜਿਹੜੀ ਭੀੜ ਹੈਗੀ ਆ
ਉਹ ਇਹ ਨਜ਼ਰ ਨਹੀਂ ਆਉਂਦਾ ਵੀ ਜਿਹੜੀ ਭੀੜ ਲੋਕਾਂ ਕਾਂਗਰਸ 'ਚ ਇਕੱਠੀ ਹੋਈ ਆ, ਇਹ ਸਿਰਫ ਉਹਨਾਂ ਨੂੰ ਦਿਖਾਉਣ ਲਈ ਹੈ ਵੀ ਸਾਡੀ ਭੀੜ ਹੈਗੀ, ਪਰ ਉਹਨਾਂ ਨੂੰ ਕੋਈ ਹੱਕ ਨਹੀਂ ਹੈਗਾ ਵੀ ਉਹ ਕਾਂਗਰਸ ਦੇ ਵਿੱਚ ਆਪਣੀਆਂ ਮੰਗਾਂ ਰੱਖ ਸਕਣ, ਜਾਂ ਕਾਂਗਰਸ ਦੀ ਪਾਲਿਸੀ ਜਿਹੜੀ ਬਣਦੀ ਹੈਗੀ ਉਹਨਾਂ ਦੇ ਵਿੱਚ ਆਪਣੀਆਂ ਮੰਗਾਂ ਰੱਖ ਸਕਣ। ਇਹ ਚੀਜ਼ ਜਿਹੜੀ ਹੈਗੀ ਹੈ ਬਾਹਰਲੇ ਲੋਕਾਂ ਨੂੰ ਨਜ਼ਰ ਨਹੀਂ ਆਉਂਦੀ ਹੈਗੀ। ਨਾ ਹੀ ਇਹਨਾਂ ਨੂੰ ਕੋਈ ਇਹ ਨਜ਼ਰ ਆਉਂਦਾ ਹੈਗਾ ਵੀ ਕਿੱਦਾਂ ਇਹ ਜਿਹੜੀ ਸ਼ਾਸਕ ਜਮਾਤ ਹੈਗੀ ਆ ਦੂਜਿਆਂ ਦੇ ਜਮਾਤਾਂ ਦਾ ਇਹ ਮਿਸਯੂਜ਼ ਕਰ ਰਹੀ ਹੈਗੀ ਆ, ਜਾਂ ਉਹਨਾਂ ਨੂੰ ਕਿੱਦਾਂ ਉਹਨਾਂ ਦਾ ਹਨਨ ਕਰ ਰਹੀ ਹੈਗੀ ਹੈ, ਇਹ ਚੀਜ਼ ਵੀ ਨਜ਼ਰ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ। ਤੇ ਇਸ ਤੋਂ ਬਾਅਦ ਕਹਿੰਦੇ ਵੀ ਦੇਖੋ ਇਹ ਜਿਹੜਾ ਹੈਗਾ ਆ, ਨਾ ਇਹਨਾਂ ਨੂੰ ਇਹ ਪਤਾ ਹੈ ਵੀ ਜਿਹੜਾ ਸਵਰਾਜ ਜਦੋਂ ਭਾਰਤ ਵਿੱਚ ਆਉਣਾ ਹੈਗਾ ਉਹਦੇ ਵਿੱਚ 60 ਮਿਲੀਅਨ ਅਛੂਤ ਲੋਕਾਂ ਦਾ ਕੀ ਹਾਲ ਹੋਣਾ ਹੈਗਾ। ਨਾ ਇਹਨਾਂ ਨੂੰ ਕੋਈ ਇਹਦੇ ਵਿੱਚ ਫਰਕ ਪੈਂਦਾ ਹੈ, ਤੇ ਨਾ ਇਹਨਾਂ ਨੇ ਕਦੀ ਸੋਚਿਆ, ਨਾ ਕਦੀ ਲਿਖਿਆ ਹੈਗਾ ਆ, ਨਾ ਹੀ ਕਦੀ ਜਿੰਨੇ ਵੀ ਡੈਮੋਕ੍ਰੇਟਸ ਹੈਗੇ ਆ ਜਿਹੜੇ ਡੈਮੋਕ੍ਰੈਟਿਕ ਵੈਲਿਊਜ਼ ਨੂੰ ਮੰਨਦੇ ਹੈਗੇ ਆ, ਤੇ ਉਹਨਾਂ ਨੇ ਕਦੀ ਇੱਧਰ ਦੀ ਗੱਲ ਕੀਤੀ ਹੈਗੀ ਆ। ਤੇ ਇਹਨਾਂ ਨੂੰ ਉਹੀ ਲੱਗਦਾ ਹੈਗਾ ਵੀ ਜਿਹੜੀ ਕਾਂਗਰਸ ਹੈਗੀ ਆ ਉਹੀ ਦੇਸ਼ ਦੀ ਆਜ਼ਾਦੀ ਲਈ ਲੜ ਰਹੀ ਆ, ਤੇ ਉਹਨਾਂ ਨੂੰ ਜਿਹੜੀ ਹੈਗੀ ਆ ਉੱਥੋਂ ਦੀ ਜਿਹੜੀ ਡੈਮੋਕ੍ਰੈਟਿਕ ਦੇਸ਼ ਦੀ ਆਜ਼ਾਦੀ ਲਈ ਲੜ ਰਹੀ, ਪਰ ਇੰਨਾ ਕੀ ਆ, ਇਹ ਨਹੀਂ ਹੈਗਾ ਵੀ ਇੱਥੇ ਰਾਜ ਜਿਹੜਾ ਲੋਕਤੰਤਰ ਰਿਹਾ ਉਹ ਕਿਸ ਤਰ੍ਹਾਂ ਹੈਗਾ ਆ, ਕਿਸ ਤਰ੍ਹਾਂ ਚੱਲੇਗਾ, ਕਿੱਦਾਂ ਹਿੱਸੇਦਾਰੀ ਹੋਣੀ ਚਾਹੀਦੀ ਹੈ, ਕਿੱਦਾਂ ਕਾਂਗਰਸ ਜਿਹੜੀ ਹੈ ਦੂਸਰੇ ਦੀ ਹਿੱਸੇਦਾਰੀ ਰੋਕ ਰਹੀ ਹੈਗੀ ਹੈ ਜਾਂ ਅੱਗੇ ਨਹੀਂ ਆਉਣ ਦਿੰਦੇ ਹੈਗੇ। ਇਹ ਸਾਰਿਆਂ ਤੇ ਇਹਨਾਂ ਤੇ ਪਰਦਾ ਪਾ ਰੱਖਿਆ ਹੈ ਕਾਂਗਰਸ ਨੇ। ਤੇ ਇਹਦਾ ਐਗਜ਼ਾਮਪਲ ਜਿਹੜਾ ਹੈਗਾ ਆ ਆਪਣੇ ਦੂਜਾ ਕਹਿੰਦੇ ਆ ਵੀ ਹੁਣ ਇਹ ਲੋਕ ਜਿਹੜੇ ਹੈਗੇ ਆ ਬਾਹਰੋਂ ਆਉਂਦੇ ਹੈਗੇ ਆ, ਉਹ ਕਹਿੰਦੇ ਦੇਖੋ ਵੀ ਕਾਂਗਰਸ ਸਭ ਕੁਝ ਕਰ ਤਾਂ ਰਹੀ ਹੈਗੀ ਹੈ, ਵੀ ਬਾਕੀਆਂ ਨੂੰ ਕੀ ਲੋੜ ਹੈਗੀ ਹੈ, ਹੋਰ ਤਾਂ ਕਹਿੰਦੇ ਪਾਰਟੀ ਹੈ ਨਹੀਂ ਕੋਈ ਵੀ। ਕਿ ਹੁਣ ਜੇ ਇਹਨਾਂ ਨੂੰ ਦੱਸਾਂਗੇ ਵੀ ਬਾਕੀ ਪਾਰਟੀ ਵੀ ਹੈਗੀ ਹੈ, ਜਿੱਦਾਂ ਇੰਡੀਪੈਂਡੈਂਟ ਲੇਬਰ ਪਾਰਟੀ ਡਾਕਟਰ ਅੰਬੇਦਕਰ ਜੋ ਕਹਿੰਦੇ ਆ ਵੀ ਸਾਡੀ ਵੀ ਪਾਰਟੀ ਹੈਗੀ ਹੈ, ਅਸੀਂ ਵੀ ਆਪਣੀ ਜਿਹੜੀ ਹੈ ਡੈਮੋਕ੍ਰੈਟਿਕ ਵੈਲਿਊਜ਼ ਤੇ ਗੱਲ ਕਰਦੇ ਆ, ਉਹ ਫਿਰ ਫੋਰਨਰ ਕੀ ਕਹਿੰਦਾ ਹੈ ਵੀ ਸਾਨੂੰ ਤਾਂ ਹੋਰ ਕੋਈ ਪਾਰਟੀ ਜਿਹੜੀ ਹੈਗੀ ਆ ਕਦੀ ਸੁਣਿਆ ਤਾਂ ਹੈ ਨਹੀਂ, ਕਿਸੇ ਅਖਬਾਰ 'ਚ ਤਾਂ ਆਉਂਦਾ ਨਹੀਂ ਹੈਗਾ ਕਦੀ। ਤੇ ਉਹ ਕਹਿੰਦੇ ਆ ਵੀ ਹੁਣ ਆਪਣੇ ਇਹਨਾਂ ਦੀ ਕੋਈ ਗਤੀਵਿਧੀ ਤਾਂ ਆਉਂਦੀ ਨਹੀਂ ਹੈਗੀ, ਇਸ ਸਿਰਫ ਕਾਂਗਰਸ ਨੇ ਸੁਣੀਦਾ ਹੈਗਾ ਹੈ, ਕਾਂਗਰਸ ਦੀ ਗੱਲ ਆਉਂਦੀ ਹੈਗੀ ਹੈ। ਤੇ ਨਾ ਹੀ ਇੱਥੇ ਦੇ ਲੋਕਲ ਅਖਬਾਰ 'ਚ ਆਉਂਦੀ ਹੈ, ਨਾ ਹੀ ਇਹ ਬਾਹਰਲੇ ਅਖਬਾਰ 'ਚ ਆਉਂਦੀ ਹੈਗੀ ਹੈ। ਤੇ ਡਾਕਟਰ ਅੰਬੇਦਕਰ ਦੱਸਦੇ ਵੀ ਦੇਖੋ ਜਿਹੜੇ ਇੱਥੋਂ ਦੇ ਅਖਬਾਰ ਹੈਗੀ ਆ ਉਹ ਬਾਹਮਣ ਬਾਣੀਆਂ ਦੀ ਜਾਂ ਕਾਂਗਰਸ ਦੀ ਮਿਲੀ ਭਗਤ ਹੈਗੀ, ਉਹਨਾਂ ਦੀ ਆਪਣੀ ਅਖਬਾਰ ਆ, ਤੇ ਉਹਨਾਂ ਦੀ ਗੱਲ ਹੀ ਉਹ ਦੱਸੂਗੀ। ਦੂਸਰੀ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਉਹ ਕਦੀ ਦੱਸਦੇ ਨਹੀਂ ਹੈਗੇ। ਤੇ ਦੂਸਰੀ ਗੱਲ ਹੈ ਜਿੱਥੇ ਇਹ ਕਹਿੰਦੇ ਆ ਵੀ ਜਿਹੜੇ ਫੋਰਨਰ ਕਹਿੰਦੇ ਆ ਵੀ ਬਾਹਰਲੀਆਂ ਅਖਬਾਰਾਂ 'ਚ ਕਿਉਂ ਨਹੀਂ ਆਉਂਦਾ ਹੈਗਾ, ਬਾਹਰਲੀਆਂ ਅਖਬਾਰਾਂ 'ਚ ਕਿੱਦਾਂ ਨਹੀਂ ਆਉਂਦਾ ਹੈਗਾ, ਕਿਉਂਕਿ ਜਿਹੜੇ ਬਾਹਰਲੀਆਂ ਅਖਬਾਰਾਂ 'ਚ ਭਾਰਤ ਦੇ ਲੋਕ ਜਿਹੜੀ ਇਨਫੋਰਮੇਸ਼ਨ ਭੇਜਦੇ ਆ ਉਹ ਵੀ ਤਾਂ ਬਾਹਮਣ ਬਾਣੀਆਂ ਹੀ ਆ, ਤੇ ਜਾਂ ਜਿਹੜੇ ਫੋਰਨਰ ਹੈਗੇ ਇੱਥੇ ਰਿਪੋਰਟਿੰਗ ਕਰਦੇ ਗਰਾਊਂਡ ਰਿਪੋਰਟਿੰਗ ਉਹ ਤਾਂ ਬਹੁਤ ਘੱਟ ਹੈਗੇ ਆ, ਉਹ ਇੱਕਾ ਦੁੱਕਾ ਹੀ ਹੈਗੇ। ਜਿਹੜੇ ਫੋਰਨਰ ਅਖਬਾਰਾਂ 'ਚ ਕੰਮ ਵੀ ਕਰਦੇ ਉਹ ਵੀ ਬਾਣੀਆਂ ਹੀ ਹੈਗੇ ਇੱਥੋਂ ਦੇ, ਤੇ ਉਹ ਵੀ ਜਿਹੜੇ ਹੈਗੇ ਆ ਗਲਤੀ ਆਪਣੇ ਆਪ ਨੂੰ ਜਿਹੜਾ ਹੈਗਾ ਆ ਦੂਜਾ ਦੱਸਦੇ ਹੈਗੇ ਆ। ਇੱਥੋਂ ਦੀ ਜਿਹੜੀ ਸਥਿਤੀ ਹੈਗੀ ਆ ਗਲਤੀ ਦੱਸਦੇ ਆ, ਉਹ ਸਿਰਫ ਕਾਂਗਰਸ ਨੂੰ ਹੀ ਜਿਹੜੀ ਆ ਉਹਦੀ ਹਮਾਇਤ ਕਰਦੇ ਹੈਗੇ ਆ। ਤੇ ਜਿੱਦਾਂ ਅੱਜ ਕੱਲ੍ਹ ਇੰਡੀਆ ਵਿੱਚ ਚੱਲ ਰਿਹਾ ਹੈਗਾ ਐਗਜ਼ੈਕਟਲੀ ਇੱਦਾਂ ਹੀ ਜਿਹੜੀ ਪ੍ਰੈਸ ਆ ਉਸ ਟਾਈਮ ਚੱਲ ਰਹੀ ਸੀਗੀ। ਤੇ ਜਿਹੜੇ ਇਹ ਜਿੰਨੇ ਵੀ ਬਾਹਰਲੇ ਅਖਬਾਰਾਂ ਹੈਗੀਆਂ ਆ ਜਾਂ ਬਾਹਰਲੇ ਜਰਨਲਿਸਟ ਹੈਗੇ ਆ, ਇਹ ਵੀ ਦੋ ਖੇਮਿਆਂ 'ਚ ਵੰਡੇ ਹੋਏ ਆ। ਇੱਕ ਤਾਂ ਉਹ ਜਿਹੜੇ ਹੈਗੇ ਆ ਵੀ ਅਮਰੀਕਾ ਜਿਹੜੇ ਅਮਰੀਕਾ ਵਾਲੇ ਹੈਗੇ ਆ, ਉਹਨਾਂ ਨੂੰ ਤਾਂ ਇਸ ਚੀਜ਼ 'ਚ ਮਜ਼ਾ ਆਉਂਦਾ ਵੀ ਜਿਹੜੀ ਕੋਈ ਵੀ ਤੁਸੀਂ ਗੱਲ ਕਰ ਲਓ ਜਿਹੜੀ ਬ੍ਰਿਟਿਸ਼ ਦੇ ਅਗੇਂਸਟ ਗੱਲ ਹੈਗੀ ਆ ਉਹ ਉਹਨਾਂ ਦੇ ਹਮਾਇਤੀ ਹੁੰਦੇ ਆ ਜੀ, ਔਰ ਜਿਹੜੀ ਕਾਂਗਰਸ ਆ ਉਹ ਬ੍ਰਿਟਿਸ਼ ਦੇ ਅਗੇਂਸਟ ਆ, ਇਸ ਕਰਕੇ ਉਹ ਅਮਰੀਕਨ ਜਿਹੜੇ ਜਰਨਲਿਸਟ ਹੈਗੇ ਆ ਉਹ ਕਾਂਗਰਸ ਦੇ ਹਿੱਤ ਵਿੱਚ ਆ। ਦੂਜੇ ਉਹ ਹੈਗੇ ਆ ਜਿਹੜੇ ਬ੍ਰਿਟਿਸ਼ਰਸ ਹੈਗੇ ਆ, ਬ੍ਰਿਟਿਸ਼ ਜਰਨਲਿਸਟ ਹੈਗੇ ਆ, ਜਿਹੜੇ ਉੱਥੋਂ ਦੇ ਪੱਤਰਕਾਰ ਹੈਗੇ ਆ, ਉਹਨਾਂ ਦਾ ਵੀ ਇੰਟਰਸਟ ਇਹੀ ਆ ਵੀ ਗੱਲ ਜਿਹੜੀ ਉਹੀ ਦਿਖਾਈਏ ਜਿਹੜੀ ਬ੍ਰਿਟਿਸ਼ ਦੇ ਅਗੇਂਸਟ ਹੈਗੀ ਹੈ। ਤੇ ਇਸ ਕਰਕੇ ਜਿਹੜਾ ਹੈਗਾ ਆ ਵੀ ਉੱਥੇ ਵੀ ਕਾਂਗਰਸ ਹੀ ਅਗੇਂਸਟ ਹੈਗੀ ਹੈ, ਤੇ ਇਸ ਕਰਕੇ ਕਾਂਗਰਸ ਉਹ ਵੀ ਕਾਂਗਰਸ ਨੂੰ ਦਿਖਾਉਂਦੀ ਹੈ, ਬਾਕੀਆਂ ਨੂੰ ਕਿਸੇ ਨੂੰ ਉਹ ਦਿਖਾਉਂਦੀ ਨਹੀਂ ਹੈਗੀ। ਤੇ ਇਹ ਦੇਖ ਲਓ ਵੀ ਇਸ ਤਰ੍ਹਾਂ ਦਾ ਜਿਹੜਾ ਵਿਹਾਰ ਹੈਗਾ ਆ ਆਪਣੇ ਫੋਰਨਰ ਦੀ ਸੋਚਣ ਦਾ, ਤੇ ਫੋਰਨਰ ਦੇ ਜਿਹੜੇ ਜਰਨਲਿਸਟ ਹੈ ਜਾਂ ਫੋਰਨਰ ਦੀ ਜਿਹੜੀ ਪ੍ਰੈਸ ਹੈਗੀ ਆ, ਤੇ ਇਹ ਜਿਹੜੀ ਚੀਜ਼ ਹੈਗੀ ਆ ਵੀ ਕਹਿੰਦੇ ਇਹਨੂੰ ਚੀਜ਼ ਨੂੰ ਜਿਹੜਾ ਹੈਗਾ ਆ ਸਾਨੂੰ ਰੀਅਲਾਈਜ਼ ਕਰਨਾ ਚਾਹੀਦਾ, ਸਾਨੂੰ ਇਹ ਚੀਜ਼ ਨੂੰ ਮਹਿਸੂਸ ਕਰਨਾ ਚਾਹੀਦਾ ਹੈਗਾ ਆ, ਤਾਂ ਹੀ ਸਾਨੂੰ ਪਤਾ ਲੱਗੇਗਾ ਵੀ ਜੇ ਇੱਥੇ ਦੇ ਜਿਹੜੇ ਉੱਪਰ ਐਗਜ਼ਾਮਪਲ ਜਿੰਨੇ ਵੀ ਡਿਸਕਸ ਕਰਕੇ ਹਟੇ ਆ ਵੀ ਸ਼ਾਸਕ ਜਮਾਤ ਕੌਣ ਆ, ਕਿਹਦੀ ਕਿੰਨੀ ਜਿਹੜੀ ਹਿੱਸੇਦਾਰੀ ਹੈਗੀ ਆ, ਔਰ ਕਿੱਦਾਂ ਬਾਹਰਲੇ ਲੋਕ ਸੋਚਦੇ ਆ, ਬਾਹਰਲੇ ਲੋਕਾਂ ਨੂੰ ਭਾਰਤ ਦੀ ਰਾਜਨੀਤੀ ਦੇ ਵਿੱਚ ਕਿੱਦਾਂ ਸੋਚਣਾ ਚਾਹੀਦਾ ਹੈਗਾ ਹੈ, ਕਿਹੜੀ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਦੇਖਣਾ ਚਾਹੀਦਾ ਹੈ। ਜੇ ਇੱਦਾਂ ਦੇਖਣਗੇ ਫਿਰ ਉਹਨਾਂ ਨੂੰ ਪਤਾ ਲੱਗੇਗਾ ਵੀ ਕਾਂਗਰਸ ਨੂੰ ਛੱਡ ਕੇ ਹੋਰ ਵੀ ਚੀਜ਼ਾਂ ਇੱਥੇ ਐਗਜ਼ਿਸਟ ਕਰਦੀਆਂ ਜਿਹੜੇ ਆਪਣੀ ਹੋਂਦ ਲਈ ਲੜ ਰਹੀਆਂ ਹੈਗੀਆਂ ਆ, ਔਰ ਇਹ ਜਿਹੜੀ ਕਾਂਗਰਸ ਜਿਹੜਾ ਦਾਅਵਾ ਕਰਦੀ ਹੈਗੀ ਹੈ ਵੀ ਅਸੀਂ ਦੇਸ਼ ਦੀ ਆਜ਼ਾਦੀ ਲਈ ਲੜ ਰਹੇ ਹਾਂ, ਉਹ ਆਪਣੀ ਆਜ਼ਾਦੀ ਲਈ ਲੜ ਰਹੇ ਆ ਜਿਹੜੀ ਉਹਨਾਂ ਤੋਂ ਅੰਗਰੇਜ਼ਾਂ ਨੇ ਖੋਹ ਲਈ ਸੀਗੀ
ਉਹ ਕਿਸੇ ਵੀ ਗਰੀਬ ਤਬਕੇ ਦੀ ਆਜ਼ਾਦੀ ਲਈ, ਬਾਕੀ ਭਾਰਤ ਦੇ ਲੋਕਾਂ ਦੀ ਆਜ਼ਾਦੀ ਲਈ ਲੜ ਨਹੀਂ ਰਹੇ ਹੈਗੇ। ਤੇ ਇਹ ਜਿਹੜੀ ਧੁੰਦ ਜੀ ਇਹਨਾਂ ਨੇ ਜਮਾ ਰੱਖੀ ਹੈ ਨਾ ਵੀ ਕਾਂਗਰਸ ਨੇ, ਇਹ ਹਟ ਜਾਣੀ ਹੈ ਜੇ ਇਦਾਂ ਇਹ ਸੋਚਣਗੇ ਤਾਂ। ਹਾਂਜੀ, ਇਹਦੇ ਨਾਲ ਜੀ ਮੇਰਾ ਪਾਠ ਖਤਮ ਹੁੰਦਾ ਜੀ। ਤੁਸੀਂ ਸਾਥੀਆਂ ਦੀ ਇਨਪੁਟ ਲੈ ਲਓ। It is not about the ultimate future. Our difficulty is how to make the heterogeneous mess that we have today take a decision in common and march in a cooperative way on that road which is bound to lead us to unity.